ਇੰਨੀ ਇਮਿਊਨਾਈਜੇਸ਼ਨ ਹੋਣ ਦੇ ਬਾਵਜੂਦ ਵੀ ਫਿਰ ਫਾਇਦਾ ਕੀ ਉਸ ਚੀਜ਼ ਦਾ ਜੇ ਕਿ ਬੱਚੇ ਅੱਜ ਵੀ ਉਨੇ ਹੀ ਜ਼ਿਆਦਾ ਬਿਮਾਰ ਹੋ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮ ਸਾਹਮਣੇ ਆ ਰਹੀਆਂ। 15 ਵਾਰ ਤਾਂ ਆਪਾਂ ਹੱਥ ਧੋਨੇ ਆ ਬੱਚੇ ਦੇ, ਠੀਕ ਹੈ ਨਾ, ਆਪਾਂ ਉਹਨਾਂ ਨੂੰ ਮਿੱਟੀ 'ਚ ਜਾਣ ਦਿੰਨੇ ਆ, ਨਾ ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਖੇਲਣ ਦਿੰਨੇ ਆ। ਵੈਕਸੀਨੇਸ਼ਨ ਮੈਮ ਪ੍ਰਾਈਵੇਟ ਹਸਪੀਟਲਸ 'ਚ ਵੀ ਹੁੰਦੀ ਹੈ ਨਾ, ਪਰ ਸਰਕਾਰ ਵੀ ਇਹ ਫੈਸਿਲਿਟੀ ਨਾਲ ਦੇ ਰਹੀ ਹੈ ਤੇ ਉਹਦਾ ਰੇਟ ਪ੍ਰਾਈਵੇਟ ਹਸਪੀਟਲ ਦੀ ਵੈਕਸੀਨੇਸ਼ਨ ਤੇ ਜੋ ਗਵਰਨਮੈਂਟ ਦੇ ਰਹੀ ਹੈ ਉਹਨਾਂ 'ਚ ਇੰਨਾ ਜ਼ਮੀਨ ਅਸਮਾਨ ਦਾ ਕਿਉਂ ਫਰਕ ਹੁੰਦਾ? ਪ੍ਰਾਈਵੇਟ ਵਾਲੇ ਕਿਆ 100 ਲੈ ਲੈਣਗੇ, 200 ਲੈ ਲੈਣਗੇ, ਗਵਰਨਮੈਂਟ ਖਰੀਦੀ ਹੈ ਕਰੋੜਾਂ ਦੇ ਵਿੱਚ, ਠੀਕ ਹੈ। ਸੋ ਦੈਟ ਇਜ਼ ਵਾਈ ਰੇਟ ਦਾ ਫਰਕ। 10 ਤਰ੍ਹਾਂ ਦਾ ਐਂਟੀਬਾਇਓਟਿਕ ਖੁਦ ਟਰਾਈ ਕਰਕੇ ਐਂਡ 'ਚ ਜਦ ਫਰਕ ਨਹੀਂ ਪੈ ਰਿਹਾ ਹੁੰਦਾ ਫਿਰ ਡਾਕਟਰ ਕੋਲ ਪਹੁੰਚਦੇ। ਸਪੈਸ਼ਲੀ ਸ਼ਹਿਰਾਂ ਦੇ ਵਿੱਚ ਫਿਰ ਵੀ ਹਲੇ ਘੱਟ ਹੁੰਦਾ ਹੈ। ਜੇ ਤੁਸੀਂ ਪਿੰਡਾਂ ਦੇ ਮਰੀਜ਼ਾਂ ਦੀ ਪਰਚੀ ਦੇਖੋ, ਐਂਟੀਬਾਇਓਟਿਕ ਵੀ ਇਹੋ ਜਿਹੀ ਖਾ ਕੇ ਆਉਂਦੇ ਆ ਜਿਹੜੇ ਅਸੀਂ ਵੀ ਸ਼ਾਇਦ 100 ਕੇਸਿਸ ਦੇ ਵਿੱਚ ਇੱਕ ਵਾਰ ਕਦੀ ਪ੍ਰਿਸਕ੍ਰਾਈਬ ਕਰੀਦੀ ਹੋਏ। ਦਵਾਈਆਂ ਦੀ ਦੁਕਾਨ ਤੇ ਐਵੇਂ ਮਿਲਦੀ ਹੁੰਦੀ ਹੈ। ਕੁਝ ਡਾਕਟਰਸ ਮੈਡੀਸਿਨ ਵੀ ਇਦਾਂ ਦੀਆਂ ਸਮ ਟਾਈਮ ਪ੍ਰਿਸਕ੍ਰਾਈਬਡ ਕਰਦੇ ਨੇ ਕਿ ਉਹ ਕੱਲੀਆਂ ਤੇ ਕੱਲੀਆਂ ਤੁਹਾਡੀ ਡਿਸਪੈਂਸਰੀ ਤੋਂ ਹੀ ਅਵੇਲੇਬਲ ਹੁੰਦੀਆਂ। ਹਾਂ, ਮਤਲਬ ਸੇਮ ਸਾਲਟ ਐਂਡ ਸੇਮ ਕੰਪਨੀ ਤੁਸੀਂ ਬਾਹਰੋਂ ਵੀ ਲੈ ਸਕਦੇ ਹੋ ਅਗਰ ਮਿਲ ਜਾਂਦੀ ਹੈ। ਬਟ ਉਹਦਾ ਫਰਕ ਬਹੁਤ ਆ। ਜੇ ਪ੍ਰਾਈਸ ਦੀ ਗੱਲ ਕਰੀਏ ਬਾਹਰੋਂ ਥੋੜੀ ਜਿਹੀ ਕੰਪੈਰੀਟਿਵਲੀ ਸਸਤੀ ਮਿਲ ਜਾਂਦੀ ਹੈ ਡਿਸਪੈਂਸਰੀ ਜੋ ਕਿ ਬੱਚਿਆਂ ਨੂੰ ਨਿੱਕੂ ਵਾਰਡ 'ਚ ਰੱਖਿਆ ਜਾਂਦਾ ਨਾ, ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ ਹੈ ਨਾ, ਉੱਥੇ ਰੱਖਿਆ ਜਾਂਦਾ। ਆਮ ਤੌਰ ਤੇ ਅਸੀਂ ਦੇਖੀਏ ਬੱਚਾ ਡਿਲੀਵਰੀ ਹੋਈ ਉਹਨੂੰ ਜੀ ਇਹ ਪ੍ਰੋਬਲਮ ਆ ਗਈ, ਉਹਦੇ ਲੰਗਸ 'ਚ ਪ੍ਰੋਬਲਮ ਆ ਗਈ, ਉਹਨੂੰ ਫਟਾਫਟ ਚੱਕ ਕੇ ਵਾਰਡਸ ਵਿੱਚ ਰੱਖਦੇ ਆ। ਜਿੱਥੇ ਸਪੈਸ਼ਲ ਇੰਟੈਂਸਿਵ ਕੇਅਰ ਯੂਨਿਟ ਹੁੰਦਾ ਉੱਥੇ ਬੱਚੇ ਦੀ ਲੁੱਕ ਆਫਟਰ ਕਰਦੇ। ਜਿਹੜੇ ਕੇਸਿਸ ਦੇ ਵਿੱਚ ਜ਼ਿਆਦਾ ਪੈਨਿਕ ਹੋ ਕੇ ਫਟਾਫਟ ਬੱਚੇ ਨੂੰ ਉੱਥੇ ਕਰਵਾ ਦੇਣਾ ਚਾਹੀਦਾ ਤੁਹਾਨੂੰ ਲੱਗਦਾ, ਜਾਂ ਕੁਝ ਕੰਡੀਸ਼ਨਸ ਇਦਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਆਟੋਮੈਟਿਕਲੀ ਠੀਕ ਹੋ ਜਾਂਦੀਆਂ ਬਾਏ ਬਰਥ, ਚਾਹੇ ਪ੍ਰੀ ਮੈਚੁਰ ਬੇਬੀ ਹੋਵੇ? ਜੇ ਕੋਈ ਡਿਲੀਵਰੀ 37 ਹਫ਼ਤਿਆਂ ਤੋਂ ਪਹਿਲਾਂ ਹੋ ਰਹੀ ਹੈ, ਤੁਸੀਂ ਜੇ ਪੰਜਾਬੀ 'ਚ ਬੋਲਣਾ ਤਾਂ 9ਵੇਂ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ, ਉਹ ਤੋਂ ਪਹਿਲਾਂ ਜਿਹੜੇ ਬੱਚੇ ਜੰਮਦੇ ਆ ਉਹ ਪ੍ਰੀ ਮੈਚੁਰ ਬੱਚੇ ਹੁੰਦੇ ਆ। ਉਹਨਾਂ ਨੂੰ ਵੀ ਜੇ ਕੋਈ ਵੀ ਲੱਛਣ ਨਹੀਂ ਹੈ ਤਾਂ ਵੀ ਨਿੱਕੂ ਕੇਅਰ ਦੀ ਲੋੜ ਪੈਂਦੀ ਹੈ। ਜਿਹੜੇ ਅਫੋਰਡ ਨਹੀਂ ਕਰ ਪਾਉਂਦੇ ਸਮ ਟਾਈਮ ਉਹਨਾਂ ਦੇ ਕੇਸ ਵਿੱਚ ਇਦਾਂ ਦੀ ਦਿੱਕਤ ਆਉਂਦੀ, ਫਟਾਫਟ ਜੀ ਉਹਨਾਂ ਨੂੰ ਕਰਵਾਉਣਾ ਪੈਂਦਾ। ਫਿਰ ਉਸ ਵੇਲੇ ਉਹ ਪੈਸਾ ਦੇਖਣ ਜਾਂ ਦੇਖਣ ਕਿ ਬੱਚੇ ਦੀ ਕੰਡੀਸ਼ਨ ਦੇਖਣ, ਕਿਉਂਕਿ ਬਹੁਤ ਮਹਿੰਗਾ ਟ੍ਰੀਟਮੈਂਟ ਹੈ ਜਿੰਨਾ ਕਿ ਮੈਂ ਸਮਝਦਾ। ਜਾਨ ਤੇ ਬਚਾਣੀ ਹੈ, ਬੱਚਾ ਹਰੇਕ ਦਾ ਜ਼ਰੂਰੀ ਹੈਗਾ ਹੈ ਨਾ। ਕਿ ਨਿਊਜ਼ਪੇਪਰ 'ਚ ਇੱਕ ਅੱਧੀ ਖਬਰ ਆ ਹੀ ਜਾਂਦੀ ਕਿ ਕੁਛ ਇਦਾਂ ਦੀ ਅਣਗਹਿਲੀ ਕਰਕੇ ਬੱਚੇ ਦੀ ਡੈਥ ਹੋ ਗਈ। ਪ੍ਰੋਪਰ ਕਮੇਟੀਜ਼ ਬਣਦੀਆਂ ਹੈ ਇਹ ਡਿਸਾਈਡ ਕਰਨ ਲਈ ਕਿ ਐਕਚੁਅਲ ਦੇ ਵਿੱਚ ਪ੍ਰੋਫੈਸ਼ਨਲ ਨਿਗਲੈਕਟ ਹੋਇਆ ਹੈ ਕਿ ਨਹੀਂ ਹੋਇਆ ਹੈ, ਔਰ ਇਹ ਬਹੁਤ ਹੀ ਪ੍ਰੂਵ ਖਾਸ ਤੌਰ ਤੇ ਅੱਜ ਦਾ ਪੋਡਕਾਸਟ ਉਹਨਾਂ ਦੇ ਲਈ ਬਹੁਤ ਹੀ ਜ਼ਿਆਦਾ ਸਪੈਸ਼ਲ ਜਾਂ ਇਨਫੋਰਮੇਟਿਵ ਹੋਣ ਵਾਲਾ ਹੈ ਜਿਹੜੇ ਆਪਣੇ ਬੱਚਿਆਂ ਦੀ ਹੈਲਥ ਨੂੰ ਲੈ ਕੇ ਥੋੜੇ ਜਿਹੇ ਪਰੇਸ਼ਾਨ ਰਹਿੰਦੇ ਨੇ ਤੇ ਜਿਨ੍ਹਾਂ ਦੇ ਬੱਚੇ ਜ਼ਿਆਦਾਤਰ ਬਿਮਾਰ ਹੀ ਚੱਲਦੇ ਰਹਿੰਦੇ ਨੇ। ਉਹਨਾਂ ਦੀ ਅਸੀਂ ਲੁੱਕ ਆਫਟਰ ਕਿੱਦਾਂ ਕਰ ਸਕਦੇ ਹਾਂ ਜਾਂ ਕੀ ਚੀਜ਼ਾਂ ਜਿਹੜੀਆਂ ਸਾਨੂੰ ਕਰਨੀਆਂ ਚਾਹੀਦੀਆਂ, ਉਹ ਸਾਰੀਆਂ ਹੀ ਗੱਲਾਂ ਅੱਜ ਡਾਕਟਰ ਮੈਨ ਦੇ ਨਾਲ ਅਸੀਂ ਅੱਜ ਗੱਲਾਂ ਕਰਾਂਗੇ ਜੀ। ਸਭ ਤੋਂ ਪਹਿਲਾਂ ਮੈਂ ਦੱਸਾਂ ਕਿ MBBS MD ਨੇ, ਉਸ ਤੋਂ ਬਾਅਦ ਖਾਸ ਤੌਰ ਤੇ ਸਪੈਸ਼ਲਾਈਜੇਸ਼ਨ ਜੇ ਗੱਲ ਕਰੀਏ ਪੀਡੀਆਟ੍ਰੀਸ਼ੀਅਨਸ ਪਲੱਸ ਨਿਊ ਨੈਨੋਟੋਲੋਜਿਸਟ। ਠੀਕ ਹੈ ਮੈਮ, ਮੈਂ ਸਹੀ ਬੋਲ ਰਿਹਾ, ਸਹੀ ਪ੍ਰੋਨਾਊਂਸ ਕਰ ਰਿਹਾ? ਬਿਕੋਜ਼ ਇਟਸ ਕੁਆਇਟ ਬਿਗ ਵਰਡ ਫॉर ਮੀ। ਸੋ ਮੈਂ ਆਪਣੇ ਸਟੂਡੀਓ ਦੇ ਵਿੱਚ ਜੀ ਬਹੁਤ ਹੀ ਜ਼ਿਆਦਾ ਦਿਲੋਂ ਸਵਾਗਤ ਕਰਦਾ ਡਾਕਟਰ ਰਾਇਨਾ ਨਾਗਪਾਲ ਕੋਹਲੀ ਜੀ। ਮੈਮ ਬਹੁਤ ਬਹੁਤ ਤੁਹਾਡਾ ਥੈਂਕ ਯੂ, ਧੰਨਵਾਦ, ਤੁਸੀਂ ਸਾਡੇ ਸਟੂਡੀਓ ਦੇ ਵਿੱਚ ਆਏ ਤੇ ਆਪਣਾ ਇੰਨਾ ਕੀਮਤੀ ਸਮਾਂ ਸਾਨੂੰ ਦਿੱਤਾ ਤੁਸੀਂ। ਥੈਂਕ ਯੂ ਤੁਹਾਡਾ ਬਹੁਤ ਬਹੁਤ ਮੈਨੂੰ ਇੱਥੇ ਇਨਵਾਈਟ ਕਰਨ ਲਈ। ਤੁਹਾਡੇ ਚੈਨਲ ਦੇ ਥਰੂ ਮੈਂ ਬਹੁਤ ਅੱਛੀ ਗੱਲਾਂ ਜੋ ਰੂਟੀਨ ਪੇਰੈਂਟਸ ਨੂੰ ਸਮਝ ਨਹੀਂ ਆਉਂਦੀਆਂ, ਘਰ ਕਿਵੇਂ ਬੱਚੇ ਦੀ ਕੇਅਰ ਕਰਨੀ ਹੈ, ਜਲਦੀ ਕਿਵੇਂ ਡਾਕਟਰ ਕੋਲ ਲੈ ਕੇ ਜਾਣਾ ਹੈ, ਜਾਂ ਬਹੁਤ ਸਾਰੀ ਬਿਮਾਰੀਆਂ ਐਸੀ ਹੁੰਦੀਆਂ ਜੋ ਘਰੇ ਹੀ ਠੀਕ ਹੋ ਸਕਦੀਆਂ ਹੈ, ਉਹਨਾਂ ਦੇ ਬਾਰੇ ਡਿਸਕਸ ਕਰਕੇ ਆਈ ਹੋਪ ਮੈਂ ਇਸ ਪੋਡਕਾਸਟ ਨੂੰ ਥੋੜਾ ਬੈਨੀਫੀਸ਼ੀਅਲ ਬਣਾ ਸਕਾਂ। ਬਿਲਕੁਲ ਡੈਫੀਨਿਟਲੀ ਮੈਮ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕੁਝ ਇਦਾਂ ਦੀਆਂ ਚੀਜ਼ਾਂ ਜਿਹੜੀਆਂ ਕਿ ਆਪਾਂ ਘਰੇ ਹੀ ਕਰਕੇ ਬੱਚੇ ਨੂੰ ਠੀਕ ਕਰ ਸਕਦੇ ਹਾਂ, ਆਪਾਂ 1 ਬਾਏ 1 ਇਹਦੇ ਤੇ ਵੀ ਆਵਾਂਗੇ। ਬਟ ਦਾ ਪ੍ਰੋਬਲਮ ਇਜ਼ ਜੇ ਆਪਾਂ ਇੱਕ ਰੂਟ ਕਾਜ਼ ਦੀ ਗੱਲ ਕਰੀਏ ਕਿ ਅੱਜ ਕੱਲ੍ਹ ਤਾਂ ਦੇਖੋ ਬੱਚਿਆਂ ਨੂੰ ਇੰਨੀ ਜ਼ਿਆਦਾ ਮੈਮ ਵੈਕਸੀਨੇਸ਼ਨ ਲੱਗ ਰਹੀ ਹੈ, ਪੂਰੀਆਂ ਬੱਚਿਆਂ ਦੀਆਂ ਰਿਪੋਰਟਸ ਵਾਲੀਆਂ ਜਿਹੜੀਆਂ ਕਾਪੀ ਇਮਿਊਨਾਈਜੇਸ਼ਨ ਜਿਹੜੀ ਬੁੱਕ ਹੁੰਦੀ ਭਰੀ ਹੁੰਦੀ ਆ। ਪਹਿਲਾਂ ਇਹ ਚੀਜ਼ਾਂ ਨਹੀਂ ਸੀਗੀਆਂ। ਇੰਨੀ ਇਮਿਊਨਾਈਜੇਸ਼ਨ ਹੋਣ ਦੇ ਬਾਵਜੂਦ ਵੀ ਫਿਰ ਫਾਇਦਾ ਕੀ ਉਸ ਚੀਜ਼ ਦਾ ਜੇ ਕਿ ਬੱਚੇ ਅੱਜ ਵੀ ਉਨੇ ਹੀ ਜ਼ਿਆਦਾ ਬਿਮਾਰ ਹੋ ਰਹੇ ਨੇ, ਤਰ੍ਹਾਂ ਤਰ੍ਹਾਂ ਦੀਆਂ ਪ੍ਰੋਬਲਮ ਸਾਹਮਣੇ ਆ ਰਹੀਆਂ। ਇਹਦਾ ਕਾਰਨ ਤੁਸੀਂ ਕੀ ਸਮਝ ਰਹੇ ਹੋ? ਹਾਂ, ਹੋ ਸਕਦਾ ਹੈ ਕਿ ਪਹਿਲੇ ਜ਼ਮਾਨੇ ਦੇ ਵਿੱਚ ਸਾਨੂੰ ਐਵੇਂ ਲੱਗਦਾ ਹੋਏ ਕਿ ਬਿਮਾਰੀਆਂ ਪਹਿਲਾਂ ਨਹੀਂ ਹੁੰਦੀ ਸੀ, ਹੁਣ ਇੰਨੀ ਬਿਮਾਰੀਆਂ ਹੁੰਦੀਆਂ, ਇੰਨੀ ਇਮਿਊਨਾਈਜੇਸ਼ਨ ਹੁੰਦੀ ਹੈ। ਪਰ ਜੇ ਤੁਸੀਂ ਓਵਰਆਲ ਦੇਖੋ ਪੂਰੇ
ਕੰਟਰੀ ਦਾ ਡਿਜ਼ੀਜ਼ ਬਰਡਨ ਦੇਖੋ ਤੇ ਪਹਿਲੇ ਦੇ ਹੁੰਦੇ ਵਿੱਚ ਜ਼ਿਆਦਾ ਫਰਕ ਨਹੀਂ ਹੈ, ਰਾਦਰ ਸਿਰਫ ਅਵੇਅਰਨੈਸ ਦਾ ਫਰਕ ਹੈ। ਸੋ ਬਿਮਾਰੀਆਂ ਪਹਿਲਾਂ ਵੀ ਹੁੰਦੀ ਸੀ ਪਰ ਸਾਨੂੰ ਪਤਾ ਨਹੀਂ ਚੱਲਦਾ ਬਟ ਸੀਗਾ। ਫਿਰ ਵੀ ਇੱਕ ਜਿਵੇਂ ਇੱਕ ਆਮ ਪੇਰੈਂਟਸ ਦੀ ਭਾਸ਼ਾ 'ਚ ਕਹਾਂ ਕਿ ਇਦਾਂ ਦੀਆਂ ਬਿਮਾਰੀਆਂ ਦੇ ਵੀ ਨਾਮ ਆ ਗਏ ਜਿਹੜੇ ਕਦੇ ਕਦੇ ਸੁਣੇ ਹੀ ਨਹੀਂ ਹੈ ਨਾ। ਤੁਸੀਂ ਠੀਕ ਹੈ, ਸਹੀ ਕਹਿ ਰਹੇ ਹੋ ਕਿ ਉਹ ਚੀਜ਼ਾਂ ਨਾਲ ਅਸੀਂ ਅਵੇਅਰ ਨਹੀਂ ਹੈਗੇ, ਬਟ ਫਿਰ ਵੀ ਕਿਤੇ ਨਾ ਕਿਤੇ ਜੇ ਇਸ ਲੈਵਲ ਦੀ ਇਮਿਊਨਾਈਜੇਸ਼ਨ ਹੋ ਰਹੀ ਹੈ, ਕੋਈ ਨਵੀਂ ਡਿਜ਼ੀਜ਼ ਕ੍ਰੀਏਟ ਹੁੰਦਾ ਤਾਂ ਉਹਦਾ ਨਾਲ ਹੀ ਆ ਜਾਂਦੀ ਹੈ ਨਾ ਉਹਦੀ ਕੀ ਕਹਿੰਦੇ ਵੈਕਸੀਨ ਉਹਦੀ। ਫਿਰ ਵੀ ਪੁਰਾਣੇ ਸਮੇਂ 'ਚ ਵੀ ਬੱਚੇ ਸੀਗੇ, ਉਦੋਂ ਸਗੋਂ ਟੈਂਪਰੇਚਰ ਵੀ ਥੋੜਾ ਉਸ ਲੈਵਲ ਦਾ ਹੁੰਦਾ ਸੀ, ਉਦੋਂ ਫਿਰ ਵੀ ਕਿਤੇ ਨਾ ਕਿਤੇ ਦੇਖਿਆ ਜਾਵੇ ਜਾਂ ਬਿਮਾਰੀ ਦਾ ਲੈਵਲ ਜਾਂ ਪ੍ਰੋਬਲਮਸ ਇੰਨੀਆਂ ਨਹੀਂ ਹੁੰਦੀਆਂ ਸੀਗੀਆਂ। ਸੋ ਜਸਟ ਫॉर ਐਗਜ਼ਾਮਪਲ, ਠੀਕ ਹੈ, ਹੁਣ ਤੁਸੀਂ ਦੇਖਦੇ ਹੋ ਓਵਰਆਲ ਤੁਸੀਂ ਜੇ ਹਸਪੀਟਲਾਂ 'ਚ ਰਹੋ, ਨਿਮੋਨੀਆ ਸਿੰਪਲ, ਲੈਟ ਅਸ ਜਸਟ ਟਾਕ ਅਬਾਊਟ ਨਿਮੋਨੀਆ। ਪਹਿਲਾਂ ਜਦ ਇਮਿਊਨਾਈਜੇਸ਼ਨ ਨਹੀਂ ਹੁੰਦੇ ਸੀ, ਤੁਸੀਂ ਹਸਪਤਾਲਾਂ 'ਚ ਜਾਓਗੇ ਤਾਂ 80 ਤੋਂ 90% ਬੱਚਾ ਜਿਹੜਾ ਹੁੰਦਾ ਸੀ ਉਹ ਨਿਮੋਨੀਆ ਦਾ ਐਡਮਿਟ ਹੁੰਦਾ ਸੀਗਾ, ਠੀਕ ਹੈ। ਪਰ ਹੁਣ ਜੇ ਤੁਸੀਂ ਹਸਪਤਾਲਾਂ 'ਚ ਜਾਓਗੇ, ਜੇ ਹਲਕਾ ਫੁਲਕਾ ਨਿਮੋਨੀਆ ਹੁੰਦਾ ਵੀ ਹੈ ਤਾਂ ਬਹੁਤ ਘੱਟ ਐਸੇ ਬੱਚੇ ਹੁੰਦੇ ਜਿਨ੍ਹਾਂ ਦੀ ਡੈਥ ਹੁੰਦੀ ਹੈ ਜਾਂ ਐਕਸਪਾਇਰ ਕਰਦੇ ਬਿਕੋਜ਼ ਆਫ ਨਿਮੋਨੀਆ। ਹੁੰਦੀ ਹੋਏਗੀ, ਖਾਂਸੀ ਜ਼ੁਕਾਮ ਹੁੰਦੀ ਹੋਏਗੀ, ਬਟ ਕੰਪਲਿਕੇਸ਼ਨ ਨਹੀਂ ਹੁੰਦੀ ਹੈ। ਸੋ ਇੱਥੇ ਇਮਿਊਨਾਈਜੇਸ਼ਨ ਦਾ ਫਾਇਦਾ ਹੁੰਦਾ ਹੈ, ਵੈਕਸੀਨੇਸ਼ਨ ਦਾ। ਸ਼ਾਇਦ ਡਿਜ਼ੀਜ਼ ਪਹਿਲਾਂ ਨਾਲੋਂ ਨਾ ਹੁੰਦਾ ਹੋਏ, ਬਟ ਇਹ ਇੰਨਾ ਕੇਸ ਵਿਗੜ ਜਾਣਾ, ਖਰਾਬ ਹੋ ਜਾਣਾ, ਵੈਂਟੀਲੇਟਰ ਦੀ ਲੋੜ ਪੈ ਜਾਣਾ ਜਾਂ ਐਕਸਪਾਇਰੀ ਹੋਣਾ, ਉਹਦਾ ਰੇਟ ਬਹੁਤ ਘਟ ਗਿਆ ਹੈ। ਹੁਣ ਅਸੀਂ ਸੋਚ ਲਓ ਕਿ ਸਾਲ ਦੇ ਵਿੱਚ 10 ਐਸੇ ਕੇਸ ਦੇਖਦੇ ਹੋਵਾਂਗੇ ਜਿਹੜੇ ਇੰਨੇ ਖਰਾਬ ਨਿਮੋਨੀਆ ਦੇ ਆਨੇ। ਇਹੀ ਚੀਜ਼ ਜੇ ਤੁਸੀਂ ਅੱਜ ਤੋਂ 40 ਸਾਲ ਪਹਿਲਾਂ ਦੇਖਦੇ, ਤੁਸੀਂ ਘੱਟੋ ਘੱਟ ਸਾਲ ਦਾ 50,000 ਮਰੀਜ਼ ਦੇਖਦੇ। ਜੀ ਬਿਲਕੁਲ ਠੀਕ ਹੈ। ਠੀਕ ਹੈ। ਵੈਕਸੀਨੇਸ਼ਨ ਮੈਮ ਪ੍ਰਾਈਵੇਟ ਹਸਪੀਟਲਸ 'ਚ ਵੀ ਹੁੰਦੀ ਹੈ ਨਾ, ਬਟ ਸਰਕਾਰ ਵੀ ਇਹ ਫੈਸਿਲਿਟੀ ਨਾਲ ਦੇ ਰਹੀ ਹੈ, ਬਟ ਫਿਰ ਵੀ ਪੇਰੈਂਟਸ ਦੀ ਜੇ ਮੈਂ ਗੱਲ ਕਰਾਂ, ਮੈਨੂੰ ਜੋ ਲੱਗਦਾ ਜ਼ਿਆਦਾਤਰ ਜਿਹੜੇ ਬੱਚੇ ਹੈਗੇ ਆ ਜਾਂ ਉਹਨਾਂ ਦੇ ਪੇਰੈਂਟਸ ਹੈ ਸੌਰੀ, ਉਹ ਪ੍ਰੈਫਰ ਕਰਦੇ ਨੇ ਕਿ ਪ੍ਰਾਈਵੇਟ ਹਸਪੀਟਲ 'ਚ ਕੀਤੀ ਜਾਵੇ ਅਤੇ ਉਹਦਾ ਰੇਟ ਪ੍ਰਾਈਵੇਟ ਹਸਪੀਟਲ ਦੀ ਵੈਕਸੀਨੇਸ਼ਨ ਅਤੇ ਜੋ ਗਵਰਨਮੈਂਟ ਦੇ ਰਹੀ ਹੈ ਉਹਨਾਂ 'ਚ ਇੰਨਾ ਜ਼ਮੀਨ ਅਸਮਾਨ ਦਾ ਕਿਉਂ ਫ਼ਰਕ ਹੁੰਦਾ? ਸੋ ਜਿਹੜੀ ਵੈਕਸੀਨੇਸ਼ਨ ਹੁੰਦੀ ਹੈ ਉਹ ਬਣਦੀ ਤਾਂ ਇੱਕੋ ਹੀ ਜਗ੍ਹਾ 'ਤੇ ਹੈ, ਜੋ ਵੀ ਮੇਨ ਕੰਪਨੀ ਬਣਾ ਰਹੀ ਹੈ, ਠੀਕ ਹੈ। ਦੈਨ ਕਈ ਵੈਕਸੀਨੇਸ਼ਨ ਇੰਡੀਆ ਦੀ ਕੰਪਨੀ 'ਚ ਬਣਦੇ ਹੈ, ਕਈ ਇੰਟਰਨੈਸ਼ਨਲ ਬਣਦੇ ਹੈ, ਠੀਕ ਹੈ। ਸੋ ਜਿਹੜੀ ਇੰਡੀਅਨ ਪ੍ਰੋਡਕਸ਼ਨ ਜਿੱਥੇ ਇੰਡੀਆ ਦੀ ਹੁੰਦੀ ਹੈ, ਉਹ ਵੈਕਸੀਨਸ ਰਿਲੇਟਿਵਲੀ ਸਸਤੀ ਹੁੰਦੀ ਹੈ ਤੇ ਗਵਰਨਮੈਂਟ ਆਫ ਇੰਡੀਆ ਦਾ ਯੂਜਲੀ ਉਹਨਾਂ ਨਾਲ ਟਾਈ ਅਪ ਹੁੰਦਾ ਹੈ ਔਰ ਡਿਸਕਾਊਂਟਡ ਰੇਟਸ ਤੇ ਉਹ ਬਾਏ ਕਰਕੇ ਸੇਮ ਕੰਪਨੀ ਤੋਂ, ਦੈਟ ਇਜ਼ ਵਾਈ ਉਹ ਆਪਣੇ ਬਜਟ ਦੇ ਹਿਸਾਬ ਨਾਲ ਫ੍ਰੀ 'ਚ ਲਗਾ ਪਾਉਂਦੀ ਹੈ। ਪਰ ਪ੍ਰਾਈਵੇਟ ਵਾਲੇ ਦੇ ਡਿਸਕਾਊਂਟ ਨਹੀਂ ਮਿਲਦਾ ਉਹਨਾਂ ਲੋਕਾਂ ਨੂੰ, ਡਾਇਰੈਕਟ ਕੰਪਨੀ ਤੋਂ ਬਾਏ ਕਰਨੀ ਪੈਂਦੀ ਹੈ। ਸੋ ਰੇਟ ਦਾ ਉਸ ਹਿਸਾਬ ਨਾਲ ਰੇਟ ਕੀਤਾ ਜਾਂਦਾ ਹੈ ਪ੍ਰਾਈਵੇਟ ਦੇ ਵਿੱਚ। ਪਰ ਪ੍ਰਾਈਵੇਟ ਤੇ ਸਰਕਾਰੀ ਵੈਕਸੀਨੇਸ਼ਨ ਦੇ ਵਿੱਚ ਬਹੁਤ ਜ਼ਿਆਦਾ ਫਰਕ ਨਹੀਂ ਹੁੰਦਾ ਹੈ, ਦੋਨੋਂ ਹੀ ਸੇਮ ਜਗ੍ਹਾ ਤੋਂ ਬਣਦੀਆਂ ਹੈ, ਦੋਨੋਂ ਹੀ ਐਫੀਸ਼ੀਐਂਸੀ ਵਾਈਜ਼ ਸੇਮ ਹੁੰਦੀਆਂ ਹੈ। ਸੋ ਰੇਟ ਦਾ ਫਰਕ ਆ ਜਾਂਦਾ ਬਿਕੋਜ਼ ਗਵਰਨਮੈਂਟ ਡਿਸਕਾਊਂਟ ਲੈ ਲੈਂਦੀ ਕਿਉਂਕਿ ਬਲਕ ਚ ਬਾਈ ਹੁੰਦੀ ਹੈ ਉਹਨਾਂ ਤੋਂ। ਪ੍ਰਾਈਵੇਟ ਵਾਲੇ ਕਿਆ 100 ਲੈ ਲੈਣਗੇ, 200 ਲੈ ਲੈਣਗੇ, ਗਵਰਨਮੈਂਟ ਖਰੀਦੀ ਹੈ ਕਰੋੜਾਂ ਦੇ ਵਿੱਚ, ਠੀਕ ਹੈ। ਸੋ ਦੈਟ ਇਜ਼ ਵਾਈ ਰੇਟ ਦਾ ਫਰਕ ਆ ਜਾਂਦਾ ਹੈ। ਕੁਝ ਇੱਕ ਦੋ ਵੈਕਸੀਨੇਸ਼ਨ ਦੇ ਜਾਂ ਵੈਕਸੀਨ ਦੇ ਮੈਮ ਨਾਮ ਜ਼ਰੂਰ ਦੱਸੋ ਕਿ ਕਿਹੜੀਆਂ ਵੈਕਸੀਨਸ ਗਵਰਨਮੈਂਟ ਦੇ ਅਕੋਰਡਿੰਗਲੀ ਗਵਰਨਮੈਂਟ ਦੇ ਥਰੂ ਲਗਾਉਣੀਆਂ ਚਾਹੀਦੀਆਂ ਜਾਂ ਜਿਹੜੀਆਂ ਗਵਰਨਮੈਂਟ ਕੋਲ ਅਵੇਲੇਬਲ ਨੇ, ਪ੍ਰਾਈਵੇਟ ਦੇ ਕੋਲ ਨਹੀਂ ਅਵੇਲੇਬਲ, ਜਾਂ ਇੱਦਾਂ ਦੀਆਂ ਕਿਹੜੀਆਂ ਜਿਹੜੀਆਂ ਜਸਟ ਐਂਡ ਜਸਟ ਪ੍ਰਾਈਵੇਟ ਹਸਪੀਟਲ 'ਚ ਹੀ ਅਵੇਲੇਬਲ ਨੇ, ਗਵਰਨਮੈਂਟ ਨਹੀਂ ਪ੍ਰੋਵਾਈਡ ਕਰਦੀ? ਇਹੋ ਜਿਹੀ ਕੋਈ ਵੈਕਸੀਨ ਨਹੀਂ ਹੈ ਜਿਹੜੀ ਪ੍ਰਾਈਵੇਟ ਦੇ ਵਿੱਚ ਨਹੀਂ ਅਵੇਲੇਬਲ ਹੈ, ਬਟ ਹਾਂ ਇਹੋ ਜਿਹੀ ਹੈ ਜੋ ਗਵਰਨਮੈਂਟ ਦੇ ਵਿੱਚ ਨਹੀਂ ਮਿਲਦੀ, ਸਿਰਫ ਪ੍ਰਾਈਵੇਟ ਮਿਲਦੀ ਹੈ। ਜਿਵੇਂ ਕਿ ਟਾਈਫਾਇਡ ਹੋ ਗਿਆ, ਹੈਪੇਟਾਈਟਸ ਏ ਹੋ ਗਿਆ, ਚਿਕਨ ਪੌਕਸ ਹੋ ਗਿਆ, ਫਲੂ ਦੀ ਵੈਕਸੀਨ ਹੋ ਗਈ, ਇਹ ਸਾਰੀ ਤੁਹਾਨੂੰ ਪ੍ਰਾਈਵੇਟਲੀ ਹੀ ਲਗਵਾਉਣੀ ਪੈਂਦੀ ਹੈ। ਮੈਮ ਜੇ ਇਹ ਰਿਕੁਆਇਰਡ ਨੇ, ਹਰੇਕ ਬੱਚੇ ਨੂੰ ਮਿਲਣੀਆਂ ਇੰਨੀਆਂ ਜ਼ਿਆਦਾ ਜ਼ਰੂਰੀ ਨੇ ਕਿ ਪ੍ਰਾਈਵੇਟ ਹਸਪੀਟਲ ਵਾਲੇ ਬੱਚੇ ਨੂੰ ਦੇ ਰਹੇ ਨੇ, ਫਿਰ ਗਵਰਨਮੈਂਟ ਇਸ ਚੀਜ਼ ਨੂੰ ਕਿਉਂ ਨਹੀਂ ਐਡ ਆਨ ਕਰਦੀ? ਜੇ ਜ਼ਰੂਰਤ ਹੁੰਦੀ ਇਸ ਚੀਜ਼ ਦੀ ਤਾਂ ਫਿਰ ਗਵਰਨਮੈਂਟ ਵੀ ਇਹਨਾਂ ਨੂੰ ਐਡ ਕਰਦੀ ਨਾ ਆਪਣੇ ਗਵਰਨਮੈਂਟ ਕੋਟੇ ਦੇ ਵਿੱਚ। ਸੀ ਜੋ ਗਵਰਨਮੈਂਟ ਆਪਣਾ ਜੋ ਹੈਲਥ ਬਜਟ ਬਣਾਉਂਦੀ ਹੈ ਉਹਦੇ ਵਿੱਚ ਕਿਹੜੀ ਵੈਕਸੀਨ ਗਵਰਨਮੈਂਟ ਪ੍ਰਾਇੋਰਿਟੀ ਬੇਸਿਸ ਤੇ ਦੇਗੀ ਜਨਰਲ ਆਮ ਜਨਤਾ ਨੂੰ, ਉਹ ਡਿਪੈਂਡ ਕਰਦਾ ਹੈ ਕਿ ਡਿਜ਼ੀਜ਼ ਜਿਸ ਦੇ ਲਈ ਵੈਕਸੀਨ ਦਿੱਤੀ ਜਾ ਰਹੀ ਹੈ ਉਹ ਕਿੰਨਾ ਪ੍ਰੈਵਲੈਂਟ ਹੈ, ਮਤਲਬ ਕਿ ਕਿੰਨਾ ਕਾਮਨ ਹੈ। ਸੋ ਇੱਕ ਡੇਟਾ ਕੱਢਿਆ ਜਾਂਦਾ ਹੈ ਜਿਹਦੇ ਵਿੱਚ ਹਰੇਕ ਡਿਜ਼ੀਜ਼ ਸਾਲ ਦੇ ਵਿੱਚ ਦੇਖਿਆ ਜਾਂਦਾ ਹੈ ਕਿ ਇੰਨੇ ਬੱਚਿਆਂ ਨੂੰ ਆ ਡਿਜ਼ੀਜ਼ ਹੋ ਰਹੀ ਹੈ। ਸੋ ਟੌਪ 5 ਜਾਂ 6 ਜਿੰਨੀ ਬਿਮਾਰੀਆਂ ਹੈਗੀਆਂ ਉਹਨਾਂ ਦੀ ਵੈਕਸੀਨ ਗਵਰਨਮੈਂਟ ਦਿੰਦੀ ਹੈ, ਜਿਸ ਨਾਲ ਕਿ ਕਿਆ ਹੋਏਗਾ ਕਿ ਓਵਰਆਲ ਹੈਲਥ ਇੰਪਰੂਵਮੈਂਟ ਹੁੰਦੀ ਹੈ ਔਰ ਹਸਪੀਟਲ ਦਾ ਡਿਜ਼ੀਜ਼ ਬਰਡਨ ਘਟ ਜਾਂਦਾ ਹੈ। ਹਲੇ ਪ੍ਰੋਬੇਬਲੀ ਗਵਰਨਮੈਂਟ ਕੋਲ ਇੰਨਾ ਬਜਟ ਨਹੀਂ ਹੈ ਕਿ ਉਹ ਸਾਰੀ ਵੈਕਸੀਨੇਸ਼ਨ ਦੀ ਕਵਰੇਜ ਦੇ ਪਾਏ, ਇਸੇ ਕਰਕੇ ਕੁਝ ਟੀਕੇ ਹਲੇ ਵੀ ਪ੍ਰਾਈਵੇਟ ਲੱਗਦੇ ਹਨ। ਜਿਹੜੀਆਂ ਚੀਜ਼ਾਂ ਵੀ ਕਾਮਨਲੀ ਹੁੰਦੀਆਂ ਹੀ ਆ ਉਹ ਗਵਰਨਮੈਂਟ ਤੋਂ ਅਵੇਲੇਬਲ ਨੇ, ਜਿਹੜੀਆਂ ਰੇਅਰ ਕੇਸਿਸ ਨੇ ਉਹ ਪ੍ਰਾਈਵੇਟ ਦੇ ਕੋਲ ਹਨ। ਦੈਟ ਡਿਪੈਂਡਸ ਅਪਨ ਵਿਦ ਟਾਈਮ ਗਵਰਨਮੈਂਟ ਕੋਲ ਇੰਨਾ ਬਜਟ ਹੋਏ, ਸਾਡੀ
ਜੀ, ਤੇ ਜੀ। ਸਾਰੀ ਕੀ ਸਾਰੀ ਹਾਂ, ਵੈਕਸੀਨੇਸ਼ਨ ਜਿਸ ਤਰ੍ਹਾਂ ਨਿਊਮੋਕੋਕਲ ਆਈ ਥਿੰਕ ਉਹ ਪਹਿਲੇ ਗਵਰਨਮੈਂਟ ਦੇ ਅੰਡਰ ਨਹੀਂ ਆਉਂਦੀ ਸੀ ਐਗਜ਼ੈਕਟਲੀ ਨਾ। ਪਹਿਲਾਂ ਨਿਊਮੋਕੋਕਲ ਵੈਕਸੀਨ ਗਵਰਨਮੈਂਟ ਦੇ ਵਿੱਚ ਨਹੀਂ ਸੀ, ਹੁਣ ਪਿਛਲੇ 2 ਸਾਲ ਤੋਂ ਗਵਰਨਮੈਂਟ ਨੇ ਆਪਣੇ ਸ਼ਡਿਊਲ ਦੇ ਵਿੱਚ ਐਡ ਕਰ ਲਿੱਤੀ ਹੈ। ਐਵੇਂ ਹੀ ਪੋਲੀਓ ਪਹਿਲਾਂ ਸਿਰਫ ਬੂੰਦਾਂ ਪਿਲਾਈ ਜਾਂਦੀਆਂ ਸੀ, ਹੁਣ ਅੱਜਕੱਲ ਪੋਲੀਓ ਦੇ ਟੀਕੇ ਵੀ ਲੱਗਦੇ ਆ, ਉਹ ਪ੍ਰਾਈਵੇਟ ਵੀ ਲੱਗਦੇ ਆ ਪਰ ਹੁਣ ਗਵਰਨਮੈਂਟ ਵੀ ਲਗਵਾ ਰਹੀ ਹੈ। ਬਿਲਕੁਲ। ਸੋ ਟਾਈਮ ਦੇ ਨਾਲ ਨਾਲ ਜੋ ਪ੍ਰਾਈਵੇਟ ਵੈਕਸੀਨ ਪਹਿਲਾਂ ਪ੍ਰਾਈਵੇਟ ਸਿਰਫ ਲੱਗਦੀ ਸੀ, ਉਹ ਸਰਕਾਰ ਵੀ ਲੈ ਰਹੀ ਹੈ। ਸੋ ਪ੍ਰੋਬੇਬਲੀ ਅੱਜ ਤੋਂ 4 ਸਾਲ ਬਾਅਦ 5 ਸਾਲ ਬਾਅਦ ਚਾਹੇ ਟਾਈਫਾइड भी ले ले, हेपेटाइटिस भी ले ले, इट इज नॉट अबाउट ਜ਼ਰੂਰੀ क्या है, इट इज अबाउट डिजीज बर्डन कितना है सोसाइटी ਦੇ ਵਿੱਚ। ਠੀਕ ਹੈ। ਹੁਣ ਹਮ ਜਿਸ ਤਰ੍ਹਾਂ ਆਪਾਂ ਨੀਚੇ ਵੀ ਆਫ ਦਾ ਕੈਮਰਾ ਗੱਲ ਕਰ ਰਹੇ ਸੀ ਕਿ ਅੱਜ ਕੱਲ ਕਹਿ ਲਈਏ ਕਿ ਜਿਸ ਤਰ੍ਹਾਂ ਹੁਣ ਬੱਚੇ ਜਿਹੜੇ ਝੁੱਗੀ ਝੌਂਪੜੀ 'ਚ ਰਹਿੰਦੇ ਆ ਨਾ, ਜਾਂ ਸੜਕਾਂ ਦੇ ਕਿਨਾਰੇ ਜਿਨ੍ਹਾਂ ਦਾ ਵਾਸ ਹੈਗਾ, ਉਹ ਸੜਕਾਂ ਤੇ ਵੀ ਤੁਰੇ ਫਿਰਦੇ ਆ ਹੈ ਨਾ, ਉਹ ਛੱਪੜਾਂ 'ਚ ਵੀ ਤਾਰੀਆਂ ਮਾਰਦੇ ਆ, ਫਿਰ ਵੀ ਉਹ ਉਹਨਾਂ ਦੀ ਇਮਿਊਨ ਸਿਸਟਮ ਜਿਹੜਾ ਇੰਨਾ ਸਟਰੋਂਗ ਕਿੱਦਾਂ ਬਣ ਜਾਂਦਾ ਐਜ਼ ਕੰਪੇਅਰ ਟੂ ਬਾਕੀ ਨੋਰਮਲ ਬੱਚੇ। ਜੇ ਸਾਡੇ ਬੱਚਿਆਂ ਦੀ ਗੱਲ ਕਰੀਏ 7 ਦਿਨ ਬਿਮਾਰ ਹੋਏ ਰਹਿੰਦੇ, ਇੱਕ ਦਾ ਦਿਨ ਠੀਕ ਹੁੰਦੇ, ਬਾਕੀ ਦਿਨ ਬਿਮਾਰ। ਕੀ ਉਹਨਾਂ ਦਾ ਇਮਿਊਨ ਸਿਸਟਮ ਇੰਨੀ ਵੈਕਸੀਨੇਸ਼ਨ ਦੇ ਬਾਵਜੂਦ ਵੀ ਸਟਰੋਂਗ ਨਹੀਂ ਹੋ ਪਾਉਂਦਾ? ਸੋ ਇਹ ਬਹੁਤ ਕੁਦਰਤੀ ਜੀ ਗੱਲ ਹੈ। ਇਮਿਊਨਿਟੀ ਬਣਦੀ ਕਿਵੇਂ? ਇਮਿਊਨਿਟੀ ਹੁੰਦੀ ਹੈ ਜੇ ਤੁਹਾਨੂੰ ਕੋਈ ਬਿਮਾਰੀ ਹੋਈ, ਤੁਸੀਂ ਲੱਛਣ ਪੈਦਾ ਕੀਤੇ, ਉਹ ਤੋਂ ਬਾਅਦ ਤੁਹਾਡੇ ਸਰੀਰ ਨੇ ਹੀ ਉਸ ਬਿਮਾਰੀ ਨੂੰ ਕੰਟਰੋਲ ਕੀਤਾ। ਸਪੋਜ਼ ਜ਼ੁਕਾਮ ਨਜ਼ਲਾ ਹੋਇਆ ਇੱਕ ਵਾਇਰਸ ਤੋਂ, ਕੰਟਰੋਲ ਹੋਣ ਤੋਂ ਬਾਅਦ ਉਹਦੀ ਸਾਡੇ ਸਰੀਰ ਦੇ ਵਿੱਚ ਮੈਮਰੀ ਬਣ ਜਾਂਦੀ ਹੈ ਤੇ ਅਸੀਂ ਅਗਲੀ ਵਾਰ ਸੇਮ ਬਿਮਾਰੀ ਤੋਂ ਘੱਟ ਬਿਮਾਰ ਹੁੰਦੇ ਆ। ਦੈਟ ਇਜ਼ ਹਾਊ ਸਾਡੇ ਸਰੀਰ ਦੇ ਵਿੱਚ ਲੜਨ ਦੀ ਤਾਕਤ ਆਉਂਦੀ ਹੈ। ਹੁਣ ਅੱਜ ਕੱਲ ਕਹਿਣਾ ਨਹੀਂ ਚਾਹੀਦਾ, ਆਪਾਂ ਆਪਣੇ ਬੱਚਿਆਂ ਦਾ ਬਹੁਤ ਜ਼ਿਆਦਾ ਧਿਆਨ ਰੱਖਦੇ ਹਾਂ, ਠੀਕ ਹੈ। ਅਸੀਂ ਨੀਚੇ ਹੱਥ ਲੱਗ ਜਾਂਦਾ ਹੈ, ਇੱਥੇ ਹੱਥ ਲੱਗ ਜਾਂਦਾ ਹੈ, 15 ਵਾਰ ਤਾਂ ਆਪਾਂ ਹੱਥ ਧੋਨੇ ਆ ਬੱਚੇ ਦੇ, ਠੀਕ ਹੈ ਨਾ। ਆਪਾਂ ਉਹਨਾਂ ਨੂੰ ਮਿੱਟੀ 'ਚ ਜਾਣ ਦਿੰਦੇ ਆ ਨਾ, ਉਹਨਾਂ ਨੂੰ ਕੁਦਰਤੀ ਤਰੀਕੇ ਨਾਲ ਖੇਲਣ ਦਿੰਦੇ ਆ। ਬਿਲਕੁਲ ਸਹੀ ਤਾਂ ਕੀ ਹੁੰਦਾ, ਐਕਸਪੋਜ਼ਰ ਹੀ ਨਹੀਂ ਹੁੰਦਾ। ਮਤਲਬ ਇਹ ਚੀਜ਼ਾਂ ਗਲਤ ਹੈ, ਇਹ ਚੀਜ਼ਾਂ ਨੂੰ ਸਾਨੂੰ ਕੰਟਰੋਲ ਕਰਨਾ ਚਾਹੀਦਾ। ਲਿਮਿਟ 'ਚ ਆਲਵੇਜ਼ ਹਰ ਇੱਕ ਚੀਜ਼ ਲਿਮਿਟ 'ਚ ਕਰਨੀ ਚਾਹੀਦੀ ਹੈ। ਥੋੜਾ ਲਿਬੜਨ ਤੇ ਬੜਨ ਦਿਓ ਇਹਨਾਂ ਨੂੰ। ਯੈਸ, ਵੈਰੀ ਇੰਪੋਰਟੈਂਟ। ਬਹੁਤ ਵਾਰ ਮੈਂ ਆ ਵੀ ਸਮਝਾਉਂਦੀ ਆ ਪੇਰੈਂਟਸ ਨੂੰ ਕਿ ਥੋੜਾ ਜਿਹਾ ਪਰਹੇਜ਼ ਘੱਟ ਕਰੋ। ਬਹੁਤ ਪੇਰੈਂਟਸ ਆਉਂਦੇ ਆ ਸਾਡੇ ਕੋਲ, ਕਹਿੰਦੇ ਆ ਜੀ ਅਸੀਂ ਤਾਂ ਕੋਈ ਬਾਹਰ ਦੀ ਚੀਜ਼ ਨਹੀਂ ਖਿਲਾਉਂਦੇ, ਅਸੀਂ ਬੋਤਲਾਂ 15 ਵਾਰ ਸਾਫ਼ ਕਰਦੇ ਹੈਗੇ ਆ, ਅਸੀਂ ਕਦੀ ਕਿਤੇ ਜਾਂਦੇ ਨਹੀਂ, ਕਿਤੇ ਬਾਹਰ ਦਾ ਨਹੀਂ ਖਾਂਦੇ। ਸੀ ਐਕਸੈਸ ਆਫ ਐਵਰੀਥਿੰਗ ਇਜ਼ ਬੈਡ। ਥੋੜਾ ਥੋੜਾ ਬਿਮਾਰੀ ਬੱਚਾ ਥੋੜਾ ਥੋੜਾ ਲਏ, ਥੋੜਾ ਥੋੜਾ ਐਕਸਪੋਜ਼ਰ ਹੋਵੇ, ਥੋੜਾ ਥੋੜਾ ਆਪੇ ਕੰਟਰੋਲ ਕਰੇ, ਆਪਣੇ ਸਰੀਰ ਨੂੰ ਕੰਟਰੋਲ ਕਰਨ ਦੇ। ਇਸੇ ਤਰ੍ਹਾਂ ਇਮਿਊਨਿਟੀ ਹੌਲੀ ਹੌਲੀ ਬਣਦੀ ਹੈ। ਮਤਲਬ ਅਸੀਂ ਇਮਿਊਨਿਟੀ ਤੱਕ ਤਾਂ ਜਾਣ ਹੀ ਨਹੀਂ ਦਿੰਦੇ। ਮਾੜਾ ਜਿਹਾ ਹੋਇਆ ਅਸੀਂ ਚੱਕ ਕੇ ਤੁਰ ਪੈਨੇ ਹਸਪੀਟਲ, ਹੈ ਨਾ। ਸੋ ਥੋੜਾ ਜਿਹਾ ਉਹਨੂੰ ਆਪ ਵੀ ਉਹਦੀ ਬੋਡੀ ਨੂੰ ਲੜਨ ਦੇਣਾ ਚਾਹੀਦਾ। ਇਹ ਜਿਹੜੇ ਝੁੱਗੀ ਝੋਪੜੀ ਵਾਲੇ ਬੱਚੇ ਤੁਸੀਂ ਕਹਿ ਰਹੇ ਹੋ, ਇਹ ਸਟਰੋਂਗ ਕਿਉਂ ਹੁੰਦੇ ਆ? ਉਹ ਕਿਉਂਕਿ ਉਹ ਜਦ ਤੱਕ ਵਿਚਾਰੇ ਬਿਲਕੁਲ ਹੀ ਸੀਰੀਅਸ ਨਹੀਂ ਹੁੰਦੇ, ਉਹ ਆਪਣੇ ਸਰੀਰ ਤੇ ਹੀ ਡਿਪੈਂਡੈਂਟ ਰਹਿੰਦੇ ਆ ਕਿ ਸਾਡੀ ਬੋਡੀ ਕੰਟਰੋਲ ਕਰੇ, ਬੋਡੀ ਕੰਟਰੋਲ ਕਰੇ, ਬੋਡੀ ਕੰਟਰੋਲ ਕਰੇ, ਹੈ ਨਾ। ਨਾ ਕੋਈ ਉਹਨਾਂ ਦੀ ਕੋਈ That is why ਨਾ ਡਾਈਟ ਹੁੰਦੀ ਆ, ਨਾ ਫਿਰ ਵੀ ਉਹ ਠੀਕ ਰਹਿੰਦੇ। ਇੱਥੇ ਤਾਂ ਜੋ ਦੁੱਧ ਮੱਖਣ ਮਲਾਈਆਂ ਜਾਂ ਉਹ ਤਰ੍ਹਾਂ ਤਰ੍ਹਾਂ ਦੇ ਅੱਜ ਕੱਲ ਉਹ ਵੀ ਆ ਗਿਆ ਪਾਊਡਰ ਵਾਲੇ ਮਿਲਕ, ਹੈ ਨਾ, ਉਹ ਵੀ ਕੋਈ ਡਾਕਟਰ ਕੋਈ ਕਹਿ ਦਿੰਦਾ, ਕੋਈ ਡਾਕਟਰ ਕਹਿੰਦਾ ਇਹ ਬੱਚੇ ਦੇ ਅਕੋਰਡਿੰਗਲੀ। ਮੈਮ ਇੱਦਾਂ ਹੁੰਦਾ ਕਿ ਜਿਹੜੇ ਪਾਊਡਰ ਮਿਲਕ ਆ ਉਹ ਬੱਚੇ ਦੀ ਨੇਚਰ ਦੇ ਅਕੋਰਡਿੰਗਲੀ ਦਿੱਤੇ ਜਾਂਦੇ ਆ। ਕਿਉਂਕਿ ਇਦਾਂ ਦਾ ਐਕਸਪੀਰੀਅੰਸ ਹੈਗਾ, ਕੋਈ ਇੱਕ ਬੱਚਾ ਸੀ ਉਹ ਥੋੜਾ ਜਿਹਾ ਕਨਿੰਗ ਸੌਰਟ ਆਫ ਸੀਗਾ ਨਾ, ਤੇ ਉਦੋਂ ਡਾਕਟਰ ਨੇ ਕਿਹਾ ਇਹਨੂੰ ਅੱਛਾ ਤੁਸੀਂ ਇਹ ਪਾਊਡਰ ਵਾਲਾ ਮਿਲਕ ਦੇ ਰਹੇ ਹੋ, ਇਹ ਨਾ ਦਿਓ, ਇਹਦੇ ਨਾਲ ਇਹਦੀ ਨੇਚਰ ਠੀਕ ਹੋ ਜਾਣੀ, ਇਹਦੇ ਨਾਲ ਇਹਦਾ ਬਿਹੇਵੀਅਰ ਠੀਕ ਹੋ ਜਾਣਾ, ਤੁਸੀਂ ਇਹ ਦਿਓ। ਇਜ਼ ਇਟ ਰਾਈਟ? ਇੱਦਾਂ ਕੁਛ ਹੁੰਦਾ ਜਾਂ ਇਟਸ ਆਲ ਬੀਇੰਗ ਕੁਛ ਮਿਸਕਨਸੈਪਸ਼ਨਸ ਹੀ ਆ? ਆਈ ਡੋਂਟ ਥਿੰਕ ਇਹੋ ਜਿਹਾ ਕੁਝ ਹੈਗਾ ਕਿ ਨੇਚਰ ਦੇ ਹਿਸਾਬ ਨਾਲ ਦੇਣਾ ਪੈਂਦਾ। ਬਹੁਤ ਵਾਰ ਸਾਨੂੰ ਦੁੱਧ ਦੇਣਾ ਪੈਂਦਾ ਫਾਰਮੂਲਾ, ਜੋ ਪਾਊਡਰ ਵਾਲੀ ਗੱਲ ਕਰ ਰਹੇ ਹੋ, weight ਦੇ ਹਿਸਾਬ ਨਾਲ, ਠੀਕ ਹੈ। ਕਈ ਬੱਚੇ ਪ੍ਰੀਮੈਚੁਰ ਪੈਦਾ ਹੁੰਦੇ ਹੈ, ਕਿਲੋ ਦੇ ਪੈਦਾ ਹੋਏ, 1.5 ਦੇ, ਉਹਨਾਂ ਦਾ ਫਾਰਮੂਲਾ ਯੈਸ ਅਲੱਗ ਆਉਂਦਾ ਹੈ ਐਜ਼ ਕੰਪੇਅਰ ਟੂ ਬੱਚੇ ਜਿਹੜੇ 3 ਕਿਲੋ ਦੇ ਪੈਦਾ ਹੋਏ, 4 ਕਿਲੋ ਦੇ ਪੈਦਾ ਹੋਏ। ਦੈਨ ਕਈ ਬੱਚੇ ਜੋ ਬਹੁਤ ਹੀ ਜ਼ਿਆਦਾ ਕਮਜ਼ੋਰ ਹੁੰਦੇ ਆ, ਅੰਡਰਵੇਟ ਹੁੰਦੇ ਆ, ਉਹਨਾਂ ਲਈ ਵੀ ਅਲੱਗ ਤਰ੍ਹਾਂ ਦਾ ਫਾਰਮੂਲਾ ਆਉਂਦਾ ਜਿਸ ਨੂੰ ਸਾਡੀ ਭਾਸ਼ਾ 'ਚ ਹਾਈ ਕੈਲੋਰੀ ਫਾਰਮੂਲਾ ਕਿਹਾ ਜਾਂਦਾ ਹੈ, ਠੀਕ ਹੈ। ਦੈਨ ਕਈ ਬੱਚਿਆਂ ਨੂੰ ਡਾਇਰੀਆ ਹੋ ਜਾਂਦਾ ਹੈ, ਜਿਹੜਾ ਦੁੱਧ ਸਾਡੀ ਪਚਾਣ ਦੀ ਤਾਕਤ ਹੁੰਦੀ ਹੈ ਉਹ ਘਟ ਜਾਂਦੀ ਹੈ ਡਾਇਰੀਆਸ ਦੇ ਵਿੱਚ, ਉਹਨਾਂ ਲਈ ਅਲੱਗ ਤਰ੍ਹਾਂ ਦਾ ਫਾਰਮੂਲਾ ਆਉਂਦਾ ਹੈ ਜਿਸ ਦੇ ਵਿੱਚ ਸ਼ੂਗਰ ਘਟ ਹੁੰਦੀ ਹੈ। ਸੋ ਫਾਰਮੂਲਾ ਇਸ ਹਿਸਾਬ ਨਾਲ ਅਲੱਗ ਹੋ ਸਕਦੇ ਹਨ, ਇੰਟੈਲੀਜੈਂਸ ਵਾਈਜ਼ ਜਾਂ ਜਿਵੇਂ ਤੁਸੀਂ ਕਹਿ ਰਹੇ ਹੋ ਐਸਾ ਨਹੀਂ ਹੈ। ਠੀਕ ਠੀਕ। ਹਾਂ ਮੈਮ, ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਨਿਊ ਬੋਰਨ ਬੇਬੀਜ਼, ਹੈ ਨਾ, ਮੈਂ ਆਪਣੀ ਆਡੀਅנס ਨੂੰ ਵੀ ਇਹ ਦੱਸਣਾ ਚਾਹੁੰਦਾ ਕਿ ਮੈਂ ਮੇਬੀ ਆਮ ਗੋਇੰਗ ਟੂ ਪ੍ਰੋਨਾਉਂਸ ਰੋਂਗ, ਨਿਓਨੇਟੋਲੋਜਿਸਟ ਨਿਓਨੇਟੋਲੋਜਿਸਟ, ਹੈ ਨਾ, ਇਟਸ ਅ ਕੁਆਇਟ ਬਿਗ ਵਰਡ ਫॉर ਮੀ, ਹੈ ਨਾ। ਇਹਦਾ ਮਤਲਬ ਕੀ ਹੈ ਜੀ? ਕੁਛ ਇੱਦਾਂ ਦੇ ਡਿਜ਼ੀਜ਼ ਜਿਹੜੇ ਕੁਛ ਬੱਚੇ ਪ੍ਰੀ ਮੈਚਿਓਰ ਬੇਬੀਜ਼ ਹੋਏ, ਤੁਸੀਂ ਆਮ ਤੌਰ ਤੇ ਸੁਣਿਆ ਹੋਣਾ ਕਿ ਬੱਚਿਆਂ ਨੂੰ ਨਿੱਕੂ ਵਾਰਡ 'ਚ ਰੱਖਿਆ ਜਾਂਦਾ ਨਾ, ਨਿਊਨੇਟਲ ਇੰਟੈਂਸਿਵ ਕੇਅਰ ਯੂਨਿਟ, ਹੈ ਨਾ, ਉੱਥੇ ਰੱਖਿਆ ਜਾਂਦਾ। ਆਮ ਤੌਰ ਤੇ ਅਸੀਂ ਦੇਖੀਏ ਬੱਚਾ ਡਿਲੀਵਰੀ ਹੋਈ, ਉਹਨੂੰ ਜੀ ਇਹ ਪ੍ਰੋਬਲਮ ਆ ਗਈ, ਉਹਦੇ ਲੰਗਸ 'ਚ ਪ੍ਰੋਬਲਮ ਆ ਗਈ, ਉਹਨੂੰ ਫਟਾਫਟ ਚੱਕ ਕੇ ਵਾਰਡਸ ਵਿੱਚ ਰੱਖਦੇ ਆ, ਜਿੱਥੇ ਸਪੈਸ਼ਲ ਇੰਟੈਂਸਿਵ ਕੇਅਰ ਯੂਨਿਟ ਹੁੰਦਾ, ਉੱਥੇ ਬੱਚੇ ਦੀ ਲੁੱਕ ਆਫਟਰ ਕਰਦੇ।
ਸੋ ਉਹਨਾਂ ਸਾਰੀਆਂ ਚੀਜ਼ਾਂ ਦੇ ਵਿੱਚ ਮੈਮ ਦੀ ਪਾਰਟਿਕੂਲਰਲੀ ਸਪੈਸ਼ਲਾਈਜੇਸ਼ਨ ਹੈ। ਸੋ ਇਹ ਵੀ ਆਪਾਂ ਅੱਜ ਟੌਪਿਕ ਡਿਸਕਸ ਕਰਨਾ, ਤਾਂ ਕਿ ਕਿਹੜੇ ਕੇਸਿਸ ਵਿੱਚ ਮੈਮ ਤੁਸੀਂ ਥੋੜਾ ਜਿਹਾ ਦੱਸੋ ਪਲੀਜ਼, ਕਿਹੜੇ ਕੇਸਿਸ ਦੇ ਵਿੱਚ ਜ਼ਿਆਦਾ ਪੈਨਿਕ ਹੋ ਕੇ ਫਟਾਫਟ ਬੱਚੇ ਨੂੰ ਉੱਥੇ ਕਰਵਾ ਦੇਣਾ ਚਾਹੀਦਾ ਤੁਹਾਨੂੰ ਲੱਗਦਾ, ਜਾਂ ਕੁਝ ਕੰਡੀਸ਼ਨਸ ਇਦਾਂ ਦੀਆਂ ਵੀ ਹੁੰਦੀਆਂ ਜਿਹੜੀਆਂ ਆਟੋਮੈਟਿਕਲੀ ਠੀਕ ਹੋ ਜਾਂਦੀਆਂ ਬਾਏ ਬਰਥ, ਚਾਹੇ ਪ੍ਰੀ ਮੈਚੁਰ ਬੇਬੀ ਹੋਵੇ? ਸੋ ਜੇ ਤੁਸੀਂ ਸਾਇੰਟੀਫਿਕਲੀ ਦੇਖੋ, ਜਿਨ੍ਹਾਂ ਦਾ ਵਜ਼ਨ ਘੱਟ ਹੁੰਦਾ ਹੈ ਜਨਮ ਤੇ, ਸੋ ਐਵਰੇਜ ਇੰਡੀਆ ਦੇ ਬੱਚੇ ਦਾ ਵਜ਼ਨ ਐਵਰੇਜ 2.5 ਕਿਲੋ ਹੁੰਦਾ ਹੈ ਐਵਰੇਜ। ਸੋ ਬੱਚੇ ਜਿਨ੍ਹਾਂ ਦਾ ਵਜ਼ਨ 2.5 ਕਿਲੋ ਤੋਂ ਘੱਟ ਹੋ ਰਿਹਾ ਹੈ, ਉਹਨੂੰ ਸਾਡੇ ਤਰੋਂ ਮੰਨਿਆ ਜਾਂਦਾ ਹੈ ਕਿ ਉਹ ਕਮਜ਼ੋਰ ਪੈਦਾ ਹੋਏ ਹੈ। ਕਮਜ਼ੋਰ ਹੋਣ ਕਾਰਨ ਉਹ ਆਪਣੀ ਸ਼ੂਗਰ, ਆਪਣਾ ਬੋਡੀ ਟੈਂਪਰੇਚਰ ਨਹੀਂ ਕੰਟਰੋਲ ਕਰ ਸਕਦੇ। ਸੋ ਯੈਸ, ਜੇ ਤੁਹਾਡਾ ਬੱਚਾ ਕਮਜ਼ੋਰ ਪੈਦਾ ਹੋਇਆ, ਸਪੋਜ਼ 2.5 ਕਿਲੋ ਤੋਂ ਘੱਟ ਦਾ ਪੈਦਾ ਹੋਇਆ, ਤਾਂ ਉਹਨੂੰ ਸਪੈਸ਼ਲ ਕੇਅਰ ਦੀ ਲੋੜ ਪਏਗੀ। ਜਾਂ ਬੱਚਾ ਜੰਮਿਆ ਹੈ, ਉਹਨੂੰ ਸਾਹ ਲੈਣ 'ਚ ਦਿੱਕਤ ਆ ਰਹੀ ਹੈ, ਬੱਚਾ ਨਾਸਾ ਫੁਲਾ ਰਿਹਾ ਹੈ, ਆਵਾਜ਼ਾਂ ਕਰ ਰਿਹਾ ਹੈ, ਬੱਖੀਆਂ ਚੱਲ ਰਹੀਆਂ, ਉਸ ਨੂੰ ਵੀ ਸਪੈਸ਼ਲ ਕੇਅਰ ਦੀ ਲੋੜ ਪਏਗੀ। ਠੀਕ ਹੈ, ਚਾਹੇ ਵਜ਼ਨ ਠੀਕ ਵੀ ਹੋਵੇ ਬਟ ਸਾਹ ਲੈਣ 'ਚ ਦਿੱਕਤ ਹੈ। ਠੀਕ ਹੈ, ਦੈਨ ਬਹੁਤ ਬੱਚੇ ਇਹੋ ਜਿਹੇ ਹੁੰਦੇ ਆ ਜਿਹੜੇ ਸ਼ੁਰੂ ਚ ਆਪਣਾ ਸ਼ੂਗਰ ਨਹੀਂ ਬਣਾ ਪਾਉਂਦੇ ਬੋਡੀ ਦੇ ਵਿੱਚ। ਜੇ ਸ਼ੂਗਰ ਘਟ ਰਹੀ ਹੈ ਬੱਚੇ ਦੀ, ਉਹਨੂੰ ਵੀ ਸਪੈਸ਼ਲ ਕੇਅਰ ਦੀ ਲੋੜ ਪੈਂਦੀ ਹੈ। ਤੁਹਾਡੀ ਭਾਸ਼ਾ 'ਚ ਬੋਲਾਂ ਤਾਂ ਨੀਕੂ ਕੇਅਰ ਦੀ ਲੋੜ ਪੈਂਦੀ ਹੈ। ਠੀਕ ਹੈ, ਦੈਨ ਜੌਂਡਿਸ, ਇਟ ਇਜ਼ ਵੈਰੀ ਕਾਮਨ। ਠੀਕ ਹੈ, ਸੋ ਜੌਂਡਿਸ ਮਿਸਕਨਸੈਪਸ਼ਨ ਹੈ ਕਿ ਧੁੱਪ ਨਾਲ ਠੀਕ ਹੋ ਜਾਂਦਾ ਹੈ। ਪਾਰਟਿਕੂਲਰ ਲੈਵਲ ਤੋਂ ਉੱਪਰ ਜੇ ਜੌਂਡਿਸ ਹੋਏ ਤਾਂ ਉਸ ਨੂੰ ਨੀਲੀ ਲਾਈਟਾਂ ਨੀਚੇ ਹੀ ਠੀਕ ਕੀਤਾ ਜਾ ਸਕਦਾ ਹੈ, ਉਹ ਧੁੱਪ ਨਾਲ ਨਹੀਂ ਠੀਕ ਹੁੰਦਾ। ਇਹੋ ਜਿਹੇ ਬੱਚਿਆਂ ਨੂੰ ਵੀ ਸਪੈਸ਼ਲ ਕੇਅਰ ਦੀ ਲੋੜ ਪੈ ਜਾਂਦੀ ਹੈ। ਔਰ ਜਿਹੜੇ ਬੱਚੇ ਟਾਈਮ ਤੋਂ ਪਹਿਲਾਂ ਹੋਏ ਹੈ, ਚਾਹੇ ਵਜ਼ਨ ਆਪਣੇ ਹਿਸਾਬ ਨਾਲ ਠੀਕ ਵੀ ਹੋਏ, ਜਿਹਨੂੰ ਸਾਡੀ ਭਾਸ਼ਾ 'ਚ ਪ੍ਰੀ ਮੈਚੁਰਿਟੀ ਕਿਹਾ ਜਾਂਦਾ ਹੈ। ਸੋ ਨਾਰਮਲ ਡਿਲੀਵਰੀ ਜਿਹੜੀ ਹੁੰਦੀ ਹੈ ਉਹ 40 ਹਫ਼ਤਿਆਂ ਤੇ ਹੁੰਦੀ ਹੈ। 40 ਹਫ਼ਤੇ ਬੱਚਾ ਮਾਂ ਦੇ ਗਰਭ ਦੇ ਵਿੱਚ ਰਹਿੰਦਾ ਹੈ ਜੀ। ਜੇ ਕੋਈ ਡਿਲੀਵਰੀ 37 ਹਫ਼ਤਿਆਂ ਤੋਂ ਪਹਿਲਾਂ ਹੋ ਰਹੀ ਹੈ, ਤੁਸੀਂ ਜੇ ਪੰਜਾਬੀ 'ਚ ਬੋਲਣਾ ਤਾਂ 9ਵੇਂ ਮਹੀਨੇ ਦੇ ਪਹਿਲੇ ਹਫ਼ਤੇ ਦੇ ਵਿੱਚ, ਉਹ ਤੋਂ ਪਹਿਲਾਂ ਜਿਹੜੇ ਬੱਚੇ ਜੰਮਦੇ ਆ ਉਹ ਪ੍ਰੀਮੈਚੁਰ ਬੱਚੇ ਹੁੰਦੇ ਆ। ਉਹਨਾਂ ਨੂੰ ਵੀ ਜੇ ਕੋਈ ਵੀ ਲੱਛਣ ਨਹੀਂ ਹੈ ਤਾਂ ਵੀ ਨੀਕੂ ਕੇਅਰ ਦੀ ਲੋੜ ਪੈਂਦੀ ਹੈ, ਕਿਉਂਕਿ ਹੋ ਸਕਦਾ ਹੈ ਉਹ ਜਨਮ ਤੇ ਠੀਕ ਹੋਣ, ਵਧੀਆ ਸਾਹ ਲੈ ਰਹੇ ਹੈ, ਵਧੀਆ ਸਭ ਕੁਝ ਕਰ ਰਹੇ ਹੈ, ਪਰ ਪਹਿਲਾ ਹਫਤਾ ਇਹਨਾਂ ਲਈ ਰਿਸਕੀ ਹੋ ਸਕਦਾ ਹੈ। ਇਹਨਾਂ ਨੂੰ ਜੌਂਡਿਸ ਜ਼ਿਆਦਾ ਹੁੰਦਾ ਹੈ, ਸ਼ੂਗਰ ਜਲਦੀ ਘਟਦੀ ਹੈ, ਠੰਡੇ ਹੋ ਜਾਂਦੇ ਹੈ, ਦੌਰੇ ਪੈ ਜਾਂਦੇ ਹੈ, ਸੋ ਇਹਨਾਂ ਨੂੰ ਕੇਅਰ ਦੀ ਲੋੜ ਪੈ ਸਕਦੀ। ਬਟ ਮੈਂ ਬਹੁਤ ਕੋਸਟਲੀ ਟ੍ਰੀਟਮੈਂਟ ਹੈ ਇਹ, ਮੈਨੂੰ ਲੱਗਦਾ ਦੈਟ ਕਾਸਟ ਅ ਲੋਟ, ਬਹੁਤ ਮਹਿੰਗਾ ਟ੍ਰੀਟਮੈਂਟ ਨਹੀਂ ਹੈ ਇਹ, ਕਿਉਂਕਿ ਮੰਨ ਲਓ ਕੁਝ ਦੇਖੋ ਬੱਚਾ ਕਿਸੇ ਦਾ ਵੀ ਵਿਦ ਐਨੀ ਪ੍ਰੋਬਲਮ ਜਾਂ ਕੋਈ ਡਿਜ਼ੀਜ਼ ਪੈਦਾ ਹੋ ਸਕਦਾ, ਕਿਸੇ ਨੂੰ ਵੀ ਇਹ ਪ੍ਰੋਬਲਮ ਆ ਸਕਦੀ ਹੈ। ਸੋ ਜਿਹੜੇ ਅਫੋਰਡ ਨਹੀਂ ਕਰ ਪਾਉਂਦੇ, ਸਮ ਟਾਈਮ ਉਹਨਾਂ ਦੇ ਕੇਸ ਵਿੱਚ ਇੱਦਾਂ ਦੀ ਦਿੱਕਤ ਆਉਂਦੀ, ਫਟਾਫਟ ਜੇ ਉਹਨਾਂ ਨੂੰ ਕਰਵਾਉਣਾ ਪੈਂਦਾ, ਫਿਰ ਉਸ ਵੇਲੇ ਉਹ ਪੈਸਾ ਦੇਖਣ ਜਾਂ ਦੇਖਣ ਕਿ ਬੱਚੇ ਦੀ ਕੰਡੀਸ਼ਨ ਦੇਖਣ, ਕਿਉਂਕਿ ਬਹੁਤ ਮਹਿੰਗਾ ਟ੍ਰੀਟਮੈਂਟ ਹੈ ਜਿੰਨਾ ਕੁ ਮੈਂ ਸਮਝਦਾ। ਤੇ ਇਹ ਥੋੜਾ ਜਿਹਾ ਡਿਫਿਕਲਟ ਕੁਐਸਚਨ ਹੈ ਓਬਵੀਅਸਲੀ ਆਨਸਰ ਕਰਨ ਲਈ। ਸੋ ਇਹੋ ਜਿਹੇ ਜਿਹੜੇ ਅਫੋਰਡ ਨਹੀਂ ਕਰ ਸਕਦੇ, ਅੱਜ ਕੱਲ੍ਹ ਗਵਰਨਮੈਂਟ ਨੇ ਬਹੁਤ ਸਾਰੀ ਸਕੀਮਸ ਚਲਾ ਦਿੱਤੀਆਂ ਜਿਹੜੇ ਲੋਕੀ, ਕਿਉਂਕਿ ਜਾਨ ਤੇ ਬਚਾਣੀ ਹੈ, ਬੱਚਾ ਹਰੇਕ ਦਾ ਜ਼ਰੂਰੀ ਹੈਗਾ ਹੈ ਨਾ। ਤੇ ਆਯੁਸ਼ਮਾਨ ਭਾਰਤ ਸਕੀਮ ਹੈ, ਉਹ ਪ੍ਰਾਈਵੇਟ ਹਸਪਤਾਲਾਂ ਵਿੱਚ ਚੱਲਦੀ ਹੈ, ਤੁਸੀਂ ਉਹਨਾਂ ਦੇ ਅੰਡਰ ਬੱਚੇ ਐਡਮਿਟ ਕਰਵਾ ਸਕਦੇ ਹੋ। ਸਿਵਲ ਹਸਪਤਾਲ ਦੇ ਵਿੱਚ ਇਲਾਜ ਬਿਲਕੁਲ ਫ੍ਰੀ ਹੋ ਜਾਂਦਾ ਹੈ ਬੱਚਿਆਂ ਦਾ, ਉੱਥੇ ਵੀ ਨੀਕੂ ਕੇਅਰ ਮਿਲ ਜਾਂਦੀ ਹੈ। ਦੈਨ ਇਹੋ ਜਿਹੇ ਗਵਰਨਮੈਂਟ ਫੰਡਡ ਹਸਪੀਟਲਸ ਵੀ ਹੁੰਦੇ ਆ ਜਿਨ੍ਹਾਂ ਦੇ ਵਿੱਚ ਇੰਨਾ ਖਰਚਾ ਨਹੀਂ ਹੁੰਦਾ। ਠੀਕ ਹੈ, ਸੋ ਆਪਸ਼ਨਸ ਬਹੁਤ ਹੈ, ਬਸ ਤੁਹਾਨੂੰ ਅਵੇਅਰਨੈਸ ਹੋਣੀ ਚਾਹੀਦੀ ਹੈ ਕਿ ਬੱਚੇ ਨੂੰ ਲੋੜ ਹੈ ਇਸ ਵੇਲੇ ਐਡਮਿਟ ਕਰਾਉਣ ਦੀ। ਪੈਸਾ ਨੋ ਡਾਊਟ ਪ੍ਰਾਈਵੇਟ ਹਸਪਤਾਲ ਦੇ ਵਿੱਚ ਜ਼ਿਆਦਾ ਲੱਗ ਸਕਦਾ ਹੈ, ਬਟ ਐਸਾ ਨਹੀਂ ਹੈ ਕਿ ਘੱਟ ਪੈਸੇ ਦੇ ਵਿੱਚ ਇਲਾਜ ਨਹੀਂ ਹੋ ਸਕਦਾ। ਹਰ ਜਗ੍ਹਾ ਹਰ ਫੈਸਿਲਿਟੀ ਅਵੇਲੇਬਲ ਹੈ। ਲੋਕੀ ਅਵੇਅਰ ਨਹੀਂ ਹੈਗੇ ਮੈਮ, ਹੈ ਨਾ, ਕਿਉਂਕਿ ਉਸ ਵੇਲੇ ਕੰਡੀਸ਼ਨ ਨਹੀਂ ਹੁੰਦੀ, ਕਿਸੇ ਦਾ ਮਾਈਂਡ ਨਹੀਂ ਕੰਮ ਕਰ ਰਿਹਾ ਹੁੰਦਾ। ਜਦੋਂ ਇਦਾਂ ਦੀ ਸਿਚੁਏਸ਼ਨ ਆ ਜਾਂਦੀ ਹੈ, ਫਿਰ ਬੰਦੇ ਕੋਲ ਪੈਸਾ ਬੰਦਾ ਪਹਿਲਾਂ ਦੇਖਦਾ। ਸੋ ਵੀ ਤੁਹਾਡੀ ਗੱਲ ਠੀਕ ਹੈ ਕਿ ਆਯੁਸ਼ਮਾਨ ਭਵਨ, ਹੈ ਨਾ, ਭਾਰਤ ਆਯੁਸ਼ਮਾਨ ਭਾਰਤ, ਉਹ ਵੀ ਪਾਲਿਸੀ ਹੈਗੀ ਆ, ਉਹ ਵੀ ਦੈਟਸ ਗੁੱਡ। ਉਹ ਬੱਚਿਆਂ ਵਾਸਤੇ ਜਾਂ ਪੇਰੈਂਟਸ ਲਈ ਇੱਕ ਰਿਲੀਫ ਹੈ, ਆਪਾਂ ਕਹਿ ਸਕਦੇ ਹਾਂ। ਮੈਮ ਤੁਸੀਂ ਪਹਿਲੇ ਵੀ ਗੱਲ ਕੀਤੀ ਸੀ ਕਿ ਕੁਝ ਡੈਥ ਰੇਟ ਦੀ ਗੱਲ ਹੋਈ ਸੀਗੀ ਨਾ ਬੱਚਿਆਂ ਦੇ। ਹੁਣ ਜੇ ਆਪਾਂ ਇੰਟੈਂਸਿਵ ਕੇਅਰ ਯੂਨਿਟ ਦੀ ਹੀ ਗੱਲ ਕਰ ਲਈਏ, ਤੇ ਉੱਥੇ ਕਹਿ ਲਓ ਕਿ ਜੇ ਬੱਚਾ ਹੈਗਾ ਆ, ਠੀਕ ਹੈ, ਨਾ ਚਾਹੁੰਦੇ ਹੋਏ ਵੀ ਉੱਥੇ ਉਹਨੂੰ ਬੱਚੇ ਨੂੰ ਸਬਮਿਟ ਸਾਨੂੰ ਕਰਵਾਉਣਾ ਪਿਆ ਬਿਕੋਜ਼ ਆਫ ਕੋਈ ਉਹਨੂੰ ਪ੍ਰੋਬਲਮ ਆ ਗਈ ਜਾਂ ਕੁਝ ਵੀ, ਹੁਣ ਉੱਥੇ ਆਲ ਦਾ ਟਾਈਮ ਪੇਰੈਂਟਸ ਤਾਂ ਨਿਗਾਹ ਰੱਖ ਨਹੀਂ ਸਕਦੇ, ਹੈ ਨਾ। ਉੱਥੇ ਪੂਰੇ ਦਿਨ 'ਚ ਇੱਕ ਵਾਰ ਕਹਿ ਲਓ ਕਿ ਪੇਰੈਂਟਸ ਦੇਖ ਸਕਦੇ ਆ। ਆਏ ਦਿਨ ਹੀ ਅਸੀਂ ਕਈ ਨਿਊਜ਼ ਵੀ ਇੱਦਾਂ ਦੀਆਂ ਸੁਣਦੇ ਹਾਂ ਕਿ ਕੁਝ ਡਾਕਟਰਸ ਦੀ ਲਾਪਰਵਾਹੀ ਕਰਕੇ ਜਾਂ ਨਰਸਿਸ ਦੀ ਜਾਂ ਸਟਾਫ ਦੀ, ਕਿਸੇ ਦੀ, ਮੈਮ ਨਾਟ ਸੇਇੰਗ ਐਨੀ ਪਰਟੀਕੂਲਰ, ਮੈਂ ਕਿਸੇ ਦਾ ਨਹੀਂ ਕਹਿ ਰਿਹਾ, ਬਟ ਇਟਸ ਵੈਰੀ ਕਾਮਨ ਕਿ ਨਿਊਜ਼ਪੇਪਰ 'ਚ ਇੱਕ ਅੱਧੀ ਖਬਰ ਆ ਹੀ ਜਾਂਦੀ ਕਿ ਕੁਛ ਇੱਦਾਂ ਦੀ ਅਣਗਹਿਲੀ ਕਰਕੇ ਬੱਚੇ ਦੀ ਡੈਥ ਹੋ ਗਈ। ਸੋ ਉਹਨਾਂ ਚੀਜ਼ਾਂ ਨੂੰ ਤੁਸੀਂ ਕਿੱਦਾਂ ਦੇਖਦੇ ਹੋ? ਦੇਖੋ, ਇਹ ਤਾਂ ਦੈਟ ਗੋਜ਼ ਵਿਦਆਊਟ ਸੇਇੰਗ ਕਿ ਜੇ ਤੁਸੀਂ ਕਿਸੇ ਦੇ ਬੱਚੇ ਦੀ ਜ਼ਿੰਮੇਵਾਰੀ ਲੈ ਰਹੇ ਹੋ, ਬੱਚਾ ਕੋਈ ਪੇਰੈਂਟ ਤੁਹਾਡੇ ਉੱਤੇ ਬੱਚੇ ਦੀ ਜ਼ਿੰਮੇਵਾਰੀ ਛੱਡ ਕੇ ਦੇ ਰਿਹਾ, ਤਾਂ ਉਹਦਾ ਕੇਅਰ ਕਰਨਾ ਤੁਹਾਡੀ ਫਸਟ ਐਂਡ ਫੋਰਮੋਸਟ ਰਿਸਪੌਂਸਿਬਿਲਿਟੀ ਹੈ। ਐਂਡ ਕੇਅਰ ਵੀ ਪ੍ਰੋਫੈਸ਼ਨਲ ਹੋਣੀ ਚਾਹੀਦੀ ਹੈ। ਆਫ ਕੋਰਸ ਸਟਾਫ ਸ਼ੁੱਡ ਬੀ ਪ੍ਰੋਫੈਸ਼ਨਲ, ਡਾਕਟਰ ਸ਼ੁੱਡ ਬੀ ਪ੍ਰੋਫੈਸ਼ਨਲ, ਸਾਰਾ ਕੁਝ ਸਰਟੀਫਾਈਡ ਹੀ ਹੋਣਾ ਚਾਹੀਦਾ ਹੈ।
ਤੇ ਬਾਕੀ ਜਗ੍ਹਾ ਦਾ ਮੈਨੂੰ ਨਹੀਂ ਪਤਾ, ਬਟ ਜਿੱਥੇ ਮੈਂ ਕੰਮ ਕਰਦੀ ਹਾਂ ਉੱਥੇ ਰਾਊਂਡ ਦ ਕਲੌਕ ਡਾਕਟਰਸ ਹੁੰਦੇ ਆ। ਐਸਾ ਨਹੀਂ ਕਿ ਸਿਰਫ ਰਾਊਂਡ ਤੇ ਆਉਂਦੇ ਆ, 24 ਆਵਰਸ ਉੱਥੇ ਕੋਈ ਨਾ ਕੋਈ ਟ੍ਰੇਨਡ ਡਾਕਟਰ ਹਮੇਸ਼ਾ ਅਵੇਲੇਬਲ ਹੁੰਦਾ ਹੈ, ਕਿਉਂਕਿ ਛੋਟੇ ਬੱਚੇ ਟਾਈਮ ਨਹੀਂ ਦਿੰਦੇ। ਐਵੇਂ ਹੀ ਸਾਡਾ ਸਟਾਫ ਵੀ ਜਿੰਨਾ ਹੈ ਦੇ ਆਰ ਆਲਸੋ ਪ੍ਰੋਫੈਸ਼ਨਲ ਟ੍ਰੇਨਡ, ਉਹ ਵੀ ਆਲਮੋਸਟ ਡਾਕਟਰ ਦੇ ਲੈਵਲ ਦਾ ਕੰਮ ਆਪਣੇ ਆਪ ਕਰ ਸਕਦੇ ਆ। ਬਟ ਬਹੁਤ ਸਾਰੀ ਚੀਜ਼ਾਂ ਐਜ਼ ਅ ਡਾਕਟਰ, ਐਜ਼ ਅ ਹਿਊਮਨ ਤੁਹਾਡੇ ਹੱਥ ਵਿੱਚ ਨਹੀਂ ਹੁੰਦੀਆਂ। ਕਈ ਵਾਰ ਬਿਮਾਰੀ ਹੀ ਇਹੋ ਜਿਹੀ ਹੁੰਦੀ ਹੈ, ਕਈ ਵਾਰ ਬਿਮਾਰੀ ਤੇਜ਼ ਹੁੰਦੀ ਹੈ, ਕਈ ਵਾਰ ਬੱਚੇ ਦੇ ਆਪਣੇ ਸਰੀਰ ਦੇ ਅੰਦਰ ਤਾਕਤ ਨਹੀਂ ਹੁੰਦੀ ਤੇ ਬੱਚੇ ਕੁਦਰਤੀ ਰੂਪ ਤੇ ਐਕਸਪਾਇਰ ਹੋ ਸਕਦੇ। ਹੁਣ ਜ਼ਿੰਮੇਵਾਰੀ ਕਿਸ ਦੀ ਹੈ ਇਸ ਦੇ ਵਿੱਚ ਇਹ ਕਹਿਣਾ ਬਹੁਤ ਬਹੁਤ ਮੁਸ਼ਕਿਲ ਹੁੰਦਾ ਹੈ, ਪਰ ਐਜ਼ ਅ ਡਾਕਟਰ ਟਰਸਟ ਮੀ, ਕੋਈ ਵੀ ਡਾਕਟਰ ਆ ਨਹੀਂ ਚਾਹੁੰਦਾ ਕਿ ਉਹਨਾਂ ਕੋਲ ਜਿਹੜਾ ਵੀ ਮਰੀਜ਼ ਆਇਆ ਹੈ, ਸਾਡੀ ਆਹੀ ਹੁੰਦੀ ਹੈ ਕਿ ਮਰੀਜ਼ ਠੀਕ ਹੋ ਕੇ ਜਾਵੇ, ਠੀਕ ਹੈ। ਲੇਕਿਨ ਬਹੁਤ ਵਾਰ ਪੇਰੈਂਟਸ ਇਸ ਗੱਲ ਨੂੰ ਕੀ ਬੋਲੋ ਕਿ ਸੀਰੀਅਸਨੈਸ, ਬਿਮਾਰੀ ਦੀ ਸੀਰੀਅਸਨੈਸ ਨੂੰ ਨਹੀਂ ਸਮਝਦੇ। ਉਹਨਾਂ ਨੂੰ ਲੱਗਦਾ ਹੈ ਕਿ ਕੀ ਹੈ, ਵਜਨ ਹੀ ਘੱਟ ਹੈ, ਕੀ ਵੱਧ ਜਾਏਗਾ, ਹੈ ਨਾ, ਕਿਆ ਹੈ, ਜੌਂਡਿਸ ਹੀ ਹੈ, ਹੋ ਜਾਏਗਾ, ਮਾੜੀ ਜੀ ਇਨਫੈਕਸ਼ਨ ਹੀ ਹੈ, ਠੀਕ ਹੋ ਜਾਏਗੀ। ਤੇ ਬਹੁਤ ਵਾਰ ਇਹੀ ਬਿਮਾਰੀਆਂ ਗੰਦਾ ਰੂਪ ਲੈ ਲੈਂਦੀਆਂ ਔਰ ਪੇਰੈਂਟਸ ਜਦ ਇਹ ਸਾਰੀ ਗੱਲਾਂ ਨਹੀਂ ਸਮਝ ਪਾਉਂਦੇ, ਤੁਸੀਂ ਬੋਲੋ ਥੋੜਾ ਬਹੁਤ ਮਿਸਕਮਿਊਨੀਕੇਸ਼ਨ ਹੋ ਜਾਂਦਾ ਹੈ ਪੇਰੈਂਟਸ ਦੇ ਵਿੱਚ ਤੇ ਡਾਕਟਰਸ ਦੇ ਵਿੱਚ, ਤਾਂ ਇਹੋ ਜਿਹੀ ਸਿਚੁਏਸ਼ਨ ਕ੍ਰੀਏਟ ਹੁੰਦੀ ਹੈ, ਤੁਹਾਨੂੰ ਲੱਗਦਾ ਹੈ ਕਿ ਨਿਗਹਿਲੀ ਹੋ ਗਈ ਹੈ, ਠੀਕ ਹੈ। ਪਰ ਇਹੋ ਜਿਹਾ ਬਹੁਤ 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 ਘੱਟ ਹੁੰਦਾ ਹੈ ਐਕਚੁਅਲ। ਔਰ ਜੇ ਇਸ ਚੀਜ਼ ਦਾ ਡਿਸੀਜਨ ਲੈਣਾ ਵੀ ਹੈ ਤਾਂ ਐਜ਼ ਅ ਪੇਰੈਂਟ ਤੁਸੀਂ ਨਹੀਂ ਲੈ ਸਕਦੇ ਔਰ ਐਜ਼ ਅ ਡਾਕਟਰ ਅਸੀਂ ਨਹੀਂ ਲੈ ਸਕਦੇ। ਪ੍ਰੋਪਰ ਕਮਿਟੀਜ਼ ਬਣਦੀਆਂ ਹੈ ਇਹ ਡਿਸਾਈਡ ਕਰਨ ਲਈ ਕਿ ਐਕਚੁਅਲ ਦੇ ਵਿੱਚ ਪ੍ਰੋਫੈਸ਼ਨਲ ਨਿਗਲੈਕਟ ਹੋਇਆ ਹੈ ਕਿ ਨਹੀਂ ਹੋਇਆ ਹੈ, ਔਰ ਇਹ ਬਹੁਤ ਹੀ ਪ੍ਰੂਵਨ ਕੇਸਿਸ ਬਹੁਤ ਘੱਟ ਪਾਏ ਜਾਂਦੇ ਜੀ। ਜ਼ਿਆਦਾਤਰ ਮੈਮ ਇਹ ਵੀ ਦੇਖਿਆ ਗਿਆ ਕਿ ਅੱਜ ਕੱਲ ਬਾਰ-ਬਾਰ ਡਾਕਟਰਸ ਦੇ ਵਿਜ਼ਿਟ ਕਰਕੇ ਪੇਰੈਂਟਸ ਹੀ ਖੁਦ ਅੱਧੇ ਤਾਂ ਡਾਕਟਰ ਬਣ ਗਏ ਹਨ। ਆਪ ਹੀ ਘਰੇ ਦਵਾਈਆਂ, ਮੈਂ ਅੱਜ ਆਪਣੀ ਵਾਈਫ ਦੀ ਗੱਲ ਕਰਾਂ, ਉਹਨੂੰ ਮੈਨੂੰ ਲੱਗਦਾ 15 ਤੋਂ 20 ਦਵਾਈਆਂ ਤਾਂ ਉਹਦੇ ਟਿਪਸ ਤੇ ਆ ਯਾਦ ਹੈ, ਬੁਖਾਰ ਹੋ ਗਿਆ ਆ ਦੇਣੀ, ਬੁਖਾਰ ਹੋ ਗਿਆ। ਬਟ ਇਹਦਾ ਵੀ ਇੱਕ ਮੈਂ ਇੰਸੀਡੈਂਟ ਸ਼ੇਅਰ ਕਰਾਂਗਾ ਤੁਹਾਡੇ ਨਾਲ ਕਿ ਠੀਕ ਹੈ, ਡਾਕਟਰਸ ਬਾਏ ਦਾ ਪ੍ਰਿਸਕ੍ਰਾਈਬਡ ਬਾਏ ਦਾ ਡਾਕਟਰ ਇੱਕ ਅਸੀਂ ਮੈਡੀਸਨ ਦੇ ਰਹੇ ਸੀਗੇ, ਰਾਈਟ, ਠੀਕ ਹੈ। ਆਈ ਐਮ ਨੋਟ ਸੇਇੰਗ ਕਿ ਕੋਈ ਗਲਤ ਜਾਂ ਸਹੀ ਹੈਗਾ, ਜਸਟ ਆਈ ਐਮ ਸ਼ੇਅਰਿੰਗ ਮਾਈ ਐਕਸਪੀਰੀਅੰਸ। ਬੁਖਾਰ ਦੀ ਦੇ ਰਹੇ ਸੀਗੇ, ਮੈਡੀਸਨ ਦੇ ਰਹੇ ਸੀ, ਓਕੇ ਠੀਕ ਹੈ। ਉਹਨਾਂ ਠੀਕ ਨਹੀਂ ਹੋਇਆ, ਅਸੀਂ ਡਾਕਟਰ ਕੋਲ ਵਿਜ਼ਿਟ ਕੀਤਾ, ਕਿਉਂਕਿ ਪਿਛਲੀ ਵਾਰ ਡਾਕਟਰ ਸਾਹਿਬ ਨੇ ਸਾਨੂੰ ਉਹੀ ਮੈਡੀਸਨ ਪ੍ਰਿਸਕ੍ਰਾਈਬ ਕੀਤੀ ਸੀਗੀ ਬੁਖਾਰ ਦੇ ਲਈ। ਫਿਰ ਡਾਕਟਰ ਸਾਹਿਬ ਨੇ ਕਿਹਾ ਕਿ ਇਹ ਵਾਲੀ ਨਹੀਂ ਸੀ ਦੇਣੀ, ਇਹ ਵਾਲੀ ਬੁਖਾਰ ਦੀ ਦੇਣੀ ਸੀ, ਬਸ ਉਹਦਾ ਨਾਮ ਚੇਂਜ ਹੋ ਗਿਆ। ਤੇ ਇਸ ਤਰ੍ਹਾਂ ਵੀ ਹੁੰਦਾ। ਮੈਂ ਵੀ ਇੱਕ ਤੁਹਾਡੇ ਕੋਲ ਆਨਸਰ ਲੈਣਾ ਜ਼ਰੂਰ ਚਾਹੂੰਗਾ ਵੀ ਇਹ ਨਹੀਂ ਕਿ ਆਪ ਹੀ ਘਰੇ ਡਾਕਟਰ ਨਾ ਬਣੋ, ਹੈ ਨਾ, ਤਾਂ ਹੀ ਇਹ ਕਾਰਨ ਤਾਂ ਨਹੀਂ ਹੈਗਾ ਕਿ ਅਸੀਂ ਆਪ ਹੀ ਆਪਣੇ ਬੱਚਿਆਂ ਨੂੰ ਕੁਝ ਗਲਤ ਮੈਡੀਕੇਸ਼ਨ ਕਰਕੇ ਅਸੀਂ ਡਾਕਟਰ ਦੇ ਲਈ ਵੀ ਜ਼ਿਆਦਾ ਸਮੱਸਿਆ ਖੜੀ ਕਰ ਦਿੰਦੇ ਹਾਂ। ਮੈਂ ਬਿਲਕੁਲ ਐਗਰੀ ਕਰਦੀ ਹਾਂ ਇਸ ਚੀਜ਼ ਦੇ ਨਾਲ। ਬਹੁਤ ਸਾਰੇ ਲੋਕ ਅੱਜ ਕੱਲ੍ਹ ਬਹੁਤ ਲੇਟ ਲੈ ਕੇ ਆਉਂਦੇ हैं डॉक्टर्स को, जब खुद सब कुछ इल कुक्कड़ सब खुद ट्राई करके बुखार एंटीबायोटिक ये वो 10 तरह ਦਾ एंटीबायोटिक खुद ट्राई करके एंड 'ਚ ਜਦ ਫਰਕ ਨਹੀਂ ਪੈ ਰਿਹਾ ਹੁੰਦਾ ਫਿਰ ਡਾਕਟਰ ਕੋਲ ਪਹੁੰਚਦੇ। ਸਪੈਸ਼ਲੀ ਸ਼ਹਿਰਾਂ ਦੇ ਵਿੱਚ ਫਿਰ ਵੀ ਹਲੇ ਘੱਟ ਹੁੰਦਾ ਹੈ। ਜੇ ਤੁਸੀਂ ਪਿੰਡਾਂ ਦੇ ਮਰੀਜ਼ਾਂ ਦੀ ਪਰਚੀ ਦੇਖੋ, ਐਂਟੀਬਾਇਓਟਿਕ ਵੀ ਇਹੋ ਜਿਹੀ ਖਾ ਕੇ ਆਉਂਦੇ ਆ ਜਿਹੜੇ ਅਸੀਂ ਵੀ ਸ਼ਾਇਦ 100 ਕੇਸਿਸ ਦੇ ਵਿੱਚ ਇੱਕ ਵਾਰ ਕਦੀ ਪ੍ਰਿਸਕ੍ਰਾਈਬ ਕਰੀਦੀ ਹੋਏ। ਦਵਾਈਆਂ ਦੀ ਦੁਕਾਨ ਤੇ ਐਵੇਂ ਮਿਲ ਰਹੀ ਹੁੰਦੀ ਹੈ। ਦੈਨ ਸਟੀਰੋਇਡ ਬਹੁਤ ਕਾਮਨਲੀ ਲੈ ਕੇ ਆਉਂਦੇ ਆ। ਬਾਏ ਦ ਟਾਈਮ ਉਹ ਡਾਕਟਰ ਕੋਲ ਪਹੁੰਚਦੇ ਸਾਡੇ ਕੋਲ ਖੁਦ ਕੋਲ ਵੀ ਕੁਝ ਨਹੀਂ ਬਚਦਾ ਹੈਗਾ ਕਿ ਅਸੀਂ ਕੁਝ ਵੀ ਦੇ ਸਕੀਏ। ਸੋ ਇਟ ਇਜ਼ ਵੈਰੀ ਇੰਪੋਰਟੈਂਟ ਕਿ ਜੇ ਤੁਸੀਂ ਸੈਲਫ ਮੈਡੀਕੇਸ਼ਨ ਕਰ ਵੀ ਰਹੇ ਹੋ ਤਾਂ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਕਿਸ ਪੁਆਇੰਟ ਦੇ ਬਾਅਦ ਯੂ ਸ਼ੁੱਡ ਵਿਜ਼ਿਟ ਅ ਡਾਕਟਰ, ਠੀਕ ਹੈ। ਹੁਣ ਜਿਵੇਂ ਬੁਖਾਰ ਹੈ, ਬੁਖਾਰ ਲਈ ਮੈਂ ਹਮੇਸ਼ਾ ਕਹਿੰਦੀ ਹਾਂ ਬੁਖਾਰ ਬੱਚੇ ਨੂੰ ਹੋ ਗਿਆ, ਉਹਦੇ ਲਈ ਡਾਕਟਰ ਕੋਲ ਵਿਜ਼ਿਟ ਕਰਨ ਦੀ ਲੋੜ ਨਹੀਂ। ਪੈਰਾਸੀਟਾਮੋਲ ਤੁਸੀਂ ਆਪਣੇ ਲੈਵਲ ਤੇ ਬੜੀ ਸੇਫਲੀ ਦੇ ਸਕਦੇ ਹੋ। ਇਟ ਇਜ਼ ਅ ਵੈਰੀ ਸੇਫ ਡਰਗ। ਤੁਹਾਨੂੰ ਡੋਜ਼ ਪਤਾ ਹੋਣੀ ਚਾਹੀਦੀ ਹੈ। ਹਰ 6 ਘੰਟੇ ਬਾਅਦ ਤੁਸੀਂ ਪੈਰਾਸੀਟਾਮੋਲ ਦੇ ਸਕਦੇ ਹੋ। ਪਾਣੀ ਜ਼ਿਆਦਾ ਪਿਲਾਓ। ਹਾਂ, ਜੇ ਤੁਹਾਡਾ ਬੱਚਾ ਸੁਸਤ ਹੋ ਰਿਹਾ ਹੈ, ਠੀਕ ਹੈ, ਅਲਰਟਨੈਸ ਤੁਹਾਨੂੰ ਉਹਦੀ ਘੱਟ ਲੱਗ ਰਹੀ ਹੈ, ਖਾਣਾ ਪੀਣਾ ਛੁੱਟ ਗਿਆ ਉਹਦਾ, ਉਲਟੀਆਂ ਕਰੀ ਜਾਂਦਾ ਪਿਆ ਹੈ, ਪਿਸ਼ਾਬ ਘਟ ਗਿਆ ਹੈ, ਜਾਂ 104 103 ਬੁਖਾਰ ਹਰ 2-3 ਘੰਟੇ ਬਾਅਦ ਹਾਈ ਗ੍ਰੇਡ ਫੀਵਰ ਆਈ ਜਾ ਰਿਹਾ ਹੈ, then you need to consult the doctor. yes then ਤੁਹਾਡੀ ਸੈਲਫ ਮੈਡੀਕੇਸ਼ਨ ਉੱਥੇ ਖਤਮ ਹੋ ਜਾਣੀ ਚਾਹੀਦੀ ਹੈ, ਠੀਕ ਹੈ। ਐਂਟੀਬਾਇਓਟਿਕਸ ਮੈਮ ਕਿੰਨੇ ਕਿਸ ਲੈਵਲ ਦੇ, ਮਤਲਬ ਇੱਕ ਦਿਨ ਚ ਇੱਕ ਟਾਈਮ ਇਨਫ ਐਂਟੀਬਾਇਓਟਿਕ ਕੋਈ ਵੀ ਜੇ ਮੈਡੀਕੇਸ਼ਨ ਚੱਲ ਰਹੀ ਹੈ? ਨਹੀਂ, ਹਰੇਕ ਐਂਟੀਬਾਇਓਟਿਕ ਦਾ ਡੋਜ਼ ਟਾਈਮ ਦੇਣ ਦਾ ਅਲੱਗ-ਅਲੱਗ ਹੁੰਦਾ ਹੈ। ਉਹ ਡਿਪੈਂਡ ਕਰਦਾ ਕਿਸ ਤਰ੍ਹਾਂ ਦਾ ਐਂਟੀਬਾਇਓਟਿਕ ਚੱਲਦਾ ਪਿਆ। ਕੋਈ ਦਿਨ ਚ ਇੱਕ ਵਾਰ ਦੇਣਾ ਹੁੰਦਾ ਹੈ, ਉਹਦਾ ਨੁਕਸਾਨ ਵੀ ਹੋ ਸਕਦਾ। ਬਿਲਕੁਲ ਹੁੰਦਾ ਹੈ ਜੀ, ਬਹੁਤ ਸਟਰੋਂਗ ਹੁੰਦੇ। ਸਿਰਫ ਐਂਟੀਬਾਇਓਟਿਕ ਨਹੀਂ, ਕੋਈ ਵੀ ਚੀਜ਼ ਜਿਹੜੀ ਐਕਸੈਸ ਚ ਕੀਤੀ ਜਾਏ ਜਾਂ ਨਾਟ ਰਿਕੁਆਇਰਡ ਹੈ ਕੀਤੀ ਜਾਏ, ਉਹਦਾ ਨੁਕਸਾਨ ਹੀ ਹੁੰਦਾ ਹੈ, ਫਾਇਦਾ ਘੱਟ ਹੁੰਦਾ ਹੈ। ਸਪੈਸ਼ਲੀ ਫॉर ਐਂਟੀਬਾਇਓਟਿਕਸ ਬਿਕੋਜ਼ ਸਾਡੀ ਬੋਡੀ ਦੀ ਇਮਿਊਨਿਟੀ, ਆਪਾਂ ਪਹਿਲਾਂ ਵੀ ਗੱਲ ਕਰ ਰਹੇ ਸੀ, ਸੋ
ਐਂਟੀਬਾਇਓਟਿਕਸ ਹੀ ਕਰਦੇ ਆ, ਸਾਡੀ ਹੈਲਦੀ ਬੈਕਟੀਰੀਆ ਜਿਹੜੇ ਹੁੰਦੇ ਆ ਉਹ ਵੀ ਖਤਮ ਕਰ ਦਿੰਦੇ ਆ। ਔਰ ਜਿਹੜੀ ਹੈਲਦੀ ਬੈਕਟੀਰੀਆ ਸਾਡੇ ਪੇਟ ਦੇ ਅੰਦਰ ਹੁੰਦੀ ਹੈ ਉਹੀ ਰਿਸਪੌਂਸਿਬਲ ਹੁੰਦੀ ਹੈ ਇਮਿਊਨਿਟੀ ਬਣਾਉਣ ਦੇ। ਸੋ ਜੇ ਤੁਸੀਂ ਹਰ ਵਾਰ ਨਾਟ ਇੰਡੀਕੇਟਡ, ਬੱਚੇ ਨੂੰ ਲੋੜ ਨਹੀਂ ਹੈ, ਬੱਚੇ ਨੂੰ ਵਾਇਰਲ ਹੋਇਆ, ਪਰ ਤੁਸੀਂ ਐਂਟੀਬਾਇਓਟਿਕ ਤੇ ਐਂਟੀਬਾਇਓਟਿਕ ਖਿਲਾਈ ਜਾ ਰਹੇ ਹੋ, ਐਕਚੁਅਲੀ ਤੁਸੀਂ ਆਪਣੇ ਬੱਚੇ ਦੀ ਇਮਿਊਨਿਟੀ ਨਹੀਂ ਬਣਨ ਦੇ ਰਹੇ ਹੋ। ਉਹੀ ਬੱਚਾ ਬਾਰ-ਬਾਰ ਹਰ 2 ਮਹੀਨੇ ਬਾਅਦ ਬਿਮਾਰ ਹੋਏਗਾ, ਹਰ 1 ਮਹੀਨੇ ਬਾਅਦ ਬਿਮਾਰ ਹੋਏਗਾ, ਤੇ ਤੁਹਾਨੂੰ ਲੱਗੇਗਾ ਕਿ ਅਸੀਂ ਤਾਂ ਇੰਨੀ ਦਵਾਈਆਂ ਖਿਲਾਉਂਦੇ ਹਾਂ, ਅਸੀਂ ਤਾਂ ਐਂਟੀਬਾਇਓਟਿਕ ਦੇਣਾ ਪੈਂਦਾ, ਸਾਡਾ ਬੱਚਾ ਤਾਂ ਠੀਕ ਨਹੀਂ ਹੁੰਦਾ, ਸਾਡਾ ਬੱਚਾ ਬਿਮਾਰ ਰਹਿੰਦਾ ਹੈ। ਪਰ ਰਾਇਨਾ ਮੈਮ, ਤੁਸੀਂ ਜਿੱਦਾਂ ਜ਼ਿਕਰ ਵੀ ਕੀਤਾ ਸੀ ਕਿ ਮੈਡੀਸਨਸ ਦਾ ਨਾ ਕਿ ਸ਼ਾਪ ਤੋਂ ਜਾਂ ਲੋਕਲ ਕਿਤੇ ਵੀ ਕੈਮਿਸਟ ਤੋਂ ਲੈ ਕੇ ਆਪ ਹੀ, ਬਟ ਦ ਥਿੰਗ ਇਜ਼ ਇੱਕ ਕੁਐਸਚਨ ਮੇਰੇ ਮਾਈਂਡ 'ਚ ਆਇਆ ਕਿ ਹੁਣ ਕੁਝ ਡਾਕਟਰਸ ਮੈਡੀਸਨ ਵੀ ਇੱਦਾਂ ਦੀਆਂ ਸਮਟਾਈਮ ਪ੍ਰਿਸਕ੍ਰਾਈਬਡ ਕਰਦੇ ਨੇ ਕਿ ਉਹ ਕੱਲੀਆਂ ਤੁਹਾਡੀ ਡਿਸਪੈਂਸਰੀ ਤੋਂ ਹੀ ਅਵੇਲੇਬਲ ਹੁੰਦੀਆਂ, ਬਾਹਰੋਂ ਉਹ ਮਿਲਦੀਆਂ ਹੀ ਨਹੀਂ ਹੈਗਾ। ਇਹਦਾ ਕਾਰਨ ਕੀ ਹੈ? ਇਟਸ ਸੌਰਟ ਆਫ, ਮੈਨੂੰ ਤਾਂ ਲੱਗ ਰਿਹਾ ਕਿ ਵੀ ਇਹਦਾ ਕੁਡ ਬੀ ਰੀਜ਼ਨ ਦਿਸ ਕਿ ਕੱਲੀਆਂ ਮੈਡੀਸਨ ਅਸੀਂ ਰੱਖਾਂਗੇ ਤਾਂ ਸਾਡੀ ਡਿਸਪੈਂਸਰੀ 'ਚੋਂ ਹੀ ਲਈਆਂ ਜਾਣਗੀਆਂ। ਕੁਡ ਬੀ ਦਿਸ ਰੀਜ਼ਨ, ਜਾਂ ਇਹਦਾ ਕੁਝ ਹੋਰ ਪਰਟੀਕੂਲਰ ਰੀਜ਼ਨ ਵੀ ਹੁੰਦਾ? ਸੀ ਕੁਝ ਦਵਾਈਆਂ ਤਾਂ ਇਹੋ ਜਿਹੀ ਹੁੰਦੀ ਹੈਗੀਆਂ ਜਿਹੜੀ ਪਿੱਛੋਂ ਲਾਇਸੈਂਸਡ, ਤੁਸੀਂ ਸਿਰਫ ਲਾਇਸੈਂਸ ਦੇ ਹਿਸਾਬ ਨਾਲ ਹੀ ਰੱਖ ਸਕਦੇ ਹੋ ਔਰ ਉਹ ਪਰਟੀਕੂਲਰ ਦਵਾਈਆਂ ਦੀ ਦੁਕਾਨ ਤੇ ਹੀ ਮਿਲੇਗੀ। ਦੈਨ ਇੱਕ ਕਨਸੈਪਟ ਆਂਦਾ ਹੈ ਜੈਨਰਿਕ ਮੈਡੀਸਿਨ, ਹੈ ਨਾ। ਸੋ ਜੈਨਰਿਕ ਮੈਡੀਸਿਨ ਕੀ ਹੁੰਦਾ ਹੈ? ਜੈਨਰਿਕ ਹੁੰਦਾ ਹੈ ਕਿ ਸਾਲਟ ਤੁਹਾਨੂੰ ਸੇਮ ਮਿਲ ਜਾਏਗਾ, ਬਟ ਕੰਪਨੀ ਜਿਹੜੀ ਪਿੱਛੋਂ ਦਵਾਈਆਂ ਬਣਾ ਰਹੀ ਹੈ ਉਹ ਜਾਂ ਲੋਕਲ ਹੋਏਗੀ ਜਾਂ ਸਟੈਂਡਰਡਾਈਜ਼ਡ ਨਹੀਂ ਹੋਏਗੀ। ਸੋ ਸਪੋਜ਼ ਜਲੰਧਰ ਦੇ ਕਿਸੇ ਫੈਕਟਰੀ ਦੇ ਵਿੱਚ ਬਣ ਰਹੀ ਹੈ ਇਨਸਟੈਡ ਆਫ ਕਿਸੇ ਵੱਡੇ ਕਾਰਖਾਨੇ ਦੇ ਵਿੱਚ ਜਿੱਥੇ ਪ੍ਰੋਪਰ ਸੇਫਟੀ ਸਟੈਂਡਰਡ ਮੇਨਟੇਨ ਕੀਤੇ ਜਾਂਦੇ ਆ, ਟੈਂਪਰੇਚਰ, ਹਾਈਜੀਨ ਐਂਡ ਐਵਰੀਥਿੰਗ। ਸੋ ਸਾਲਟ ਸੇਮ ਹੋ ਸਕਦਾ ਹੈ, ਬਟ ਜੈਨਰਿਕ ਮੈਡੀਸਿਨਸ 'ਚ ਇਹ ਹੁੰਦਾ ਹੈ ਕਿ ਸੇਫਟੀ ਸਟੈਂਡਰਡਸ ਤੇ ਪ੍ਰੋਸੀਜਰਸ ਵਗੈਰਾ ਨਹੀਂ ਫੋਲੋ ਕੀਤੇ ਜਾਂਦੇ, ਇਸੇ ਕਰਕੇ ਉਹ ਸਾਲਟ ਦਾ ਨਾਮ ਸੇਮ ਹੁੰਦਾ ਮੈਮ, ਮੰਨ ਲਓ ਕੰਪਨੀ ਦਾ ਨਾਮ ਅਲੱਗ-ਅਲੱਗ ਹੋ ਗਿਆ, ਬਟ ਫਿਰ ਵੀ ਤੁਹਾਡੇ ਅਕੋਰਡਿੰਗਲੀ ਉਹ ਮੰਨ ਲਓ ਜੇ ਮਾਰਕੀਟ 'ਚ ਹੋਰ ਸਾਲਟ ਦੀ ਅਵੇਲੇਬਲ ਹੈਗੀ ਹੈ ਸੇਮ ਮੈਡੀਸਨ, ਉਹ ਲੈ ਲੈਣੀ ਚਾਹੀਦੀ ਹੈ ਜਾਂ ਕਿਸ ਤਰ੍ਹਾਂ? ਜੇ ਤੁਹਾਡੀ ਕੰਪਨੀ ਠੀਕ ਹੈ ਪਿੱਛੋਂ ਤਾਂ ਲੈ ਸਕਦੇ, ਇਹੋ ਜੀ ਕੋਈ ਗੱਲ ਨਹੀਂ ਹੈ। ਕੰਪਨੀ ਹੁਣ ਇੱਕ ਆਮ ਇਨਸਾਨ ਕਿੱਦਾਂ ਜੱਜ ਕਰੇਗਾ ਕਿ ਇਹ ਕੰਪਨੀ ਦੀਆਂ ਵਧੀਆ, ਬਿਕੋਜ਼ ਵੀ ਆਰ ਨਾਟ ਇਨ ਦਿਸ ਲਾਈਨ, ਵੀ ਆਰ ਲੇਮੈਨ, ਉਹਦੇ 'ਚ ਪਤਾ ਨਹੀਂ ਵੀ ਕਿਹੜੀ ਕੰਪਨੀ ਸਹੀ ਆ, ਕਿੱਦਾਂ ਉਸ ਚੀਜ਼ ਨੂੰ ਕਿੱਦਾਂ ਜਸਟੀਫਾਈ ਜਾਂ ਜੱਜ ਕੀਤਾ ਜਾਵੇ? ਇਸੇ ਕਰਕੇ ਤਾਂ ਡਾਕਟਰਸ ਆਪਣੀ ਡਿਸਪੈਂਸਰੀ 'ਚ ਦਿਖਾਉਂਦੇ ਦਵਾਈਆਂ ਇਹੀ ਰੀਜ਼ਨ ਹੋ ਕਿ ਗਿਆ ਜੈਨਰਿਕ ਮੈਡੀਸਿਨ ਨਾ ਖਰੀਦਣ, ਫਿਰ ਉਹ ਇਫੈਕਟਿਵ ਨਹੀਂ ਹੋਣਗੀਆਂ, ਫਿਰ ਬੱਚਾ ਨਹੀਂ ਠੀਕ ਹੋਏਗਾ। ਤਾਂ ਐਟਲੀਸਟ ਜੇ ਇੱਥੋਂ ਹੀ ਖਰੀਦਣਗੇ ਤਾਂ ਸਾਨੂੰ ਪਤਾ ਹੈ ਕਿ ਅਸੀਂ ਕਿਹੜੀ ਕੰਪਨੀ ਦੀ ਦਵਾਈ ਰਖਾਈ ਹੋਈ ਹੈ, ਇਹਦੀ ਇਫੈਕਟਿਵਿਟੀ ਠੀਕ ਆਂਦੀ ਹੈ ਤੇ ਬੱਚੇ ਜਲਦੀ ਠੀਕ ਹੋਣਗੇ। ਅਲਟੀਮੇਟਲੀ ਫਿਰ ਗੱਲ ਉੱਥੇ ਆ ਗਈ, ਫਿਰ ਘੁੰਮ ਘੁਮਾ ਕੇ ਉਹਨੂੰ ਲੈਣੀ ਉੱਥੋਂ ਹੀ ਪੈਂਦੀ ਹੈ, ਬਿਕੋਜ਼ ਅਵੇਲੇਬਲ ਜਾਂ ਕਹਿ ਲਓ ਕਿ ਥੋੜੀ ਕੀ ਅਥੈਂਟਿਕ ਜੇ ਮੈਡੀਸਨ ਲੈਣੀ ਆ, ਫਿਰ ਐਟ ਦੀ ਐਂਡ ਆਪਸ਼ਨ ਇਹੀ ਬਚਦੀ ਹੈ। ਹਾਂ, ਮਤਲਬ ਸੇਮ ਸਾਲਟ ਐਂਡ ਸੇਮ ਕੰਪਨੀ ਤੁਸੀਂ ਬਾਹਰੋਂ ਵੀ ਲੈ ਸਕਦੇ ਹੋ ਅਗਰ ਮਿਲ ਜਾਂਦੀ ਹੈ। ਸਪੋਜ਼ ਸਿਪਲਾ ਹੈ, ਠੀਕ ਹੈ, ਸਿਪਲਾ ਹੁਣ ਤੁਹਾਨੂੰ ਬਾਹਰੋਂ ਵੀ ਮਿਲ ਜਾਏਗੀ, ਸਾਡੇ ਕੋਲੋਂ ਵੀ ਮਿਲ ਜਾਏਗੀ, ਕਿਸੇ ਵੀ ਫਾਰਮੇਸੀ ਤੇ ਮਿਲ ਜਾਏਗੀ, ਬਟ ਉਹਦਾ ਫਰਕ ਬਹੁਤ ਆ। ਜੇ ਪ੍ਰਾਈਸ ਦੀ ਗੱਲ ਕਰੀਏ, ਬਾਹਰੋਂ ਥੋੜੀ ਜਿਹੀ ਕੰਪੈਰੀਟਿਵਲੀ ਸਸਤੀ ਮਿਲ ਜਾਂਦੀ ਹੈ, ਡਿਸਪੈਂਸਰੀ 'ਚ ਥੋੜਾ ਜਿਹਾ ਮਹਿੰਗਾ। ਆਪਣਾ ਥੋੜਾ ਫਾਰਮੇਸੀ ਦਾ ਫਰਕ ਤੇ ਰਹੇਗਾ, ਚਾਹੇ ਉਹ ਸੇਮ ਕੰਪਨੀ ਦੀ ਵੀ ਬਟ ਲਈ ਜਾਵੇ, ਫਿਰ ਵੀ ਸਮ ਟਾਈਮ ਫਰਕ ਹੁੰਦਾ। ਯੈਸ, ਇਹ ਤਾਂ ਬਿਜ਼ਨਸ ਚਲੋ, ਨਹੀਂ ਉਹ ਵੀ ਹੋਣਾ ਚਾਹੀਦਾ ਨਾਲ ਨਾਲ। ਮੈਮ ਇੱਕ ਨਾ ਔਟਿਜ਼ਮ ਕਰਕੇ ਇੱਕ ਡਿਜ਼ੀਜ਼ ਵੀ ਹੈਗਾ ਨਾ, ਬੜਾ ਬਹੁਤ ਜ਼ਿਆਦਾ ਹੀ ਪ੍ਰੈਵਲੈਂਟ, ਜਿੱਦਾਂ ਤੁਸੀਂ ਕਹਿ ਰਹੇ ਹੋ ਰਿਹਾ ਆ। ਥੋੜਾ ਜਿਹਾ ਆਡੀਅנס ਨੂੰ ਪਲੀਜ਼ ਦੱਸੋ ਉਹਨੂੰ ਇੱਕ ਦੇਸੀ ਭਾਸ਼ਾ 'ਚ, ਵਾਟ ਇਜ਼ ਔਟਿਜ਼ਮ, ਕੀ ਹੈਗਾ ਔਟਿਜ਼ਮ, ਉਹ ਕੀ ਚੀਜ਼ ਕੀ ਹੈ ਐਗਜ਼ੈਕਟਲੀ, ਕਿੱਦਾਂ ਦੀ ਬਿਮਾਰੀ, ਉਹ 'ਚ ਕੀ ਹੁੰਦਾ? ਸੋ ਔਟਿਜ਼ਮ ਇਜ਼, ਇਹ ਕੋਈ ਨਵੀਂ ਬਿਮਾਰੀ ਨਹੀਂ ਹੈ ਪਹਿਲੀ ਗੱਲ ਤਾਂ, ਪਰ ਹਾਂ ਹੁਣ ਕੁਝ 5-7 ਸਾਲ ਤੋਂ 10 ਸਾਲ ਤੋਂ ਅਵੇਅਰਨੈਸ ਬਹੁਤ ਵੱਧ ਗਈ ਹੈ। ਸੋ ਦੈਟ ਇਜ਼ ਵਾਈ ਸਾਨੂੰ ਲੱਗਦਾ ਹੈ ਕਿ ਕੋਈ ਨਵੀਂ ਬਿਮਾਰੀ ਹੈ, ਠੀਕ ਹੈ। ਔਟਿਜ਼ਮ ਕੀ ਹੁੰਦਾ ਹੈ? ਇਹ ਇੱਕ ਤਰ੍ਹਾਂ ਦਾ ਸਾਡੀ ਡਿਵੈਲਪਮੈਂਟ ਦੇ ਵਿੱਚ ਡਿਫੈਕਟ ਹੈ, ਠੀਕ ਹੈ। ਸੋ ਸਾਡੀ ਡਿਵੈਲਪਮੈਂਟ 2-3 ਤਰ੍ਹਾਂ ਦੀ ਹੁੰਦੀ ਹੈ। ਇੱਕ ਹੁੰਦੀ ਹੈ ਫਿਜ਼ੀਕਲ ਗਰੋਥ, ਜਿਹਦੇ ਵਿੱਚ ਬੱਚਾ ਹਾਈਟ ਕੱਢ ਰਿਹਾ ਹੈ, weight gain ਕਰ ਰਿਹਾ ਹੈਗਾ। ਇੱਕ ਹੁੰਦੀ ਹੈ ਮੈਂਟਲ ਗਰੋਥ, ਨਵੀਂ ਚੀਜ਼ਾਂ ਸਿੱਖ ਰਿਹਾ ਹੈਗਾ, ਹੈ ਨਾ, ਫੋਨ ਕਿਵੇਂ ਚਲਾਉਣਾ ਹੈ, ਵਾਕ ਕਿਵੇਂ ਕਰਨਾ ਹੈ, ਇਹ ਸਾਰਾ। ਤੀਜੀ ਹੁੰਦੀ ਹੈ ਸੋਸ਼ਲ ਗਰੋਥ ਜਾਂ ਬਿਹੇਵੀਅਰ 'ਚ ਗਰੋਥ, ਠੀਕ ਹੈ। ਜਿਵੇਂ ਕਿ ਪਹਿਲਾ 2 ਮਹੀਨੇ ਦਾ ਬੱਚਾ ਤੁਸੀਂ ਹਸਾਓ ਤੇ ਹੱਸਦਾ ਹੈ, ਇਹ ਪਹਿਲਾ ਸੋਸ਼ਲ ਗਰੋਥ ਦਾ ਸਾਈਨ ਹੁੰਦਾ ਹੈ ਕਿ ਉਹ ਸੋਸਾਇਟੀ ਨੂੰ ਅਵੇਅਰ ਹੋ ਰਿਹਾ ਹੈ। ਸੋ ਔਟਿਜ਼ਮ ਜਿਹੜਾ ਹੈ ਇਹ ਡਿਫੈਕਟ ਆਫ ਸੋਸ਼ਲ ਗਰੋਥ ਹੈ। ਇਹਦੇ ਵਿੱਚ ਕੀ ਹੁੰਦਾ ਹੈ ਕਿ ਬੱਚਾ ਬਾਕੀ ਹਿਊਮਨਸ ਦੇ ਨਾਲ, ਬਾਕੀ ਲੋਕਾਂ ਦੇ ਨਾਲ ਕਨੈਕਟ ਨਹੀਂ ਕਰ ਪਾਉਂਦਾ, ਮੀਨਸ ਰਿਸਪੌਂਡ ਨਹੀਂ ਕਰ ਰਿਹਾ ਹੁੰਦਾ। ਯੈਸ, ਸੋ ਉਹਨੂੰ ਸਮਝ ਨਹੀਂ ਆਉਂਦਾ ਕਿ ਇਹ ਮੇਰੇ ਨਾਲ ਕੀ ਗੱਲ ਕਰ ਰਹੇ ਹੈ, ਇਸ ਕਰਕੇ ਉਹਨਾਂ ਦਾ ਇਵੈਂਚੁਅਲੀ ਲੈਂਗੁਏਜ ਨਹੀਂ ਡਿਵੈਲਪ ਹੁੰਦਾ, ਉਹ ਆਪਣੇ ਆਪ ਦੇ ਅੰਦਰ ਹੀ ਰਹਿੰਦੇ ਹੈ। ਜਿਵੇਂ ਕਿ ਤੁਸੀਂ ਆਵਾਜ਼ ਲਗਾਓਗੇ ਉਹਨਾਂ ਨੂੰ, ਉਹ ਰਿਸਪੌਂਸ ਨਹੀਂ ਦੇਣਗੇ। ਆਪਣੀ ਖਿਡੌਣੇ, ਆਪਣੀ ਚੀਜ਼ਾਂ ਉਹਨਾਂ ਦੇ ਨਾਲ ਚਾਹੇ ਸਾਰਾ ਦਿਨ ਬਿਠਾਈ ਰੱਖੋ, ਪਰ ਜੇ ਤੁਸੀਂ ਕਿਸੇ ਹੋਰ ਨਾਲ ਮਿਲਵਾਓ, ਕਿਸੇ ਹੋਰ ਬੱਚੇ ਨਾਲ ਮਿਲਵਾਓ, ਜਾਂ ਘਰ ਦੇ ਵਿੱਚ ਕੋਈ ਮਹਿਮਾਨ ਆਇਆ ਹੈ,
ਤੇ ਉਹ ਡਰ ਜਾਣਗੇ ਜਾਂ ਇੰਟਰੈਕਟ ਨਹੀਂ ਕਰਨਗੇ ਜਾਂ ਆਪਣੀ ਨੀਡਸ ਨੂੰ ਐਕਸਪਲੇਨ ਨਹੀਂ ਕਰ ਪਾएंगे ਕਿਉਂਕਿ ਲੈਂਗੁਏਜ ਨਹੀਂ ਡਿਵੈਲਪ ਹੋਈ ਹੁੰਦੀ ਠੀਕ ਹੈ ਸੋ ਬਟ ਇਹ ਬੱਚੇ ਫਿਜ਼ੀਕਲੀ ਬਹੁਤ ਅੱਛੇ ਹੁੰਦੇ ਆ ਪੂਰਾ ਇਹਨਾਂ ਦਾ weight ਪ੍ਰੋਪਰ ਹੋਏਗਾ ਈਵਨ ਇੰਟੈਲੀਜੈਂਸ ਵੀ ਪ੍ਰੋਪਰ ਹੁੰਦੀ ਹੈ ਐਜ਼ ਇਨ ਸਪੋਜ਼ ਆਪਣੀ ਏਜ ਦੇ ਹਿਸਾਬ ਨਾਲ ਫੋਨ ਬਹੁਤ ਵਧੀਆ ਚਲਾ ਲੈਣਗੇ ਲਿਖ ਬਹੁਤ ਅੱਛਾ ਲੈਣਗੇ ਪੋਇਮ ਰੀਡਿੰਗ ਕਰ ਲੈਣਗੇ ਸੋ ਇਹੋ ਜਿਹਾ ਡਿਫੈਕਟ ਨਹੀਂ ਹੁੰਦਾ ਬੇਸਿਕਲੀ ਸੋਸ਼ਲ ਔਰ ਇੰਟਰੈਕਸ਼ਨ ਬੱਚਾ ਨਹੀਂ ਕਰ ਪਾਉਂਦਾ ਅਲੱਗ ਰਹਿੰਦਾ ਹੈ ਯੂਜੂਅਲੀ ਬੱਚਾ ਫਿਰ ਵੀ ਦਿਸ ਇਜ਼ ਬਿਗ ਕੰਸਰਨ ਥੋੜਾ ਮੈਂਟਲੀ ਤਾਂ ਕੁਛ ਇਹਦੇ ਵਿੱਚ ਦਿੱਕਤ ਆ ਹੀ ਰਹੀ ਹੈ ਨਾ ਬੱਚੇ ਨੂੰ ਹਾਂ ਸੋ ਕੁਝ ਸਾਈਨਸ ਹੁੰਨੇ ਹੈ ਜੋ ਪੇਰੈਂਟਸ ਆਪਣੇ ਬੱਚੇ ਦੇ ਵਿੱਚ ਈਵਨ ਐਜ਼ ਯੰਗ ਐਜ਼ 1.5 ਸਾਲ ਦੀ ਉਮਰ ਦੇ ਵਿੱਚ ਬੱਚੇ ਤੇ ਨੋਟ ਕਰਨਾ ਸ਼ੁਰੂ ਕਰ ਸਕਦੇ ਹੈ ਜਿਸ ਨਾਲ ਤੁਹਾਨੂੰ ਸਸਪੀਸ਼ਨ ਹੋ ਸਕਦਾ ਹੈ ਕਿ ਮੇਰਾ ਬੱਚਾ ਕੁਝ ਐਬਨੋਰਮਲੀ ਡਿਵੈਲਪ ਹੋ ਰਿਹਾ ਹੈ ਸੋ ਕੁਝ ਅਰਲੀ ਸਾਈਨਸ ਹੈ ਜੋ ਆਪਾਂ ਚੈੱਕ ਕਰ ਸਕਦੇ ਹਾਂ ਬੱਚੇ ਦੇ ਵਿੱਚ ਔਰ ਯੂ ਕੈਨ ਹੈਵ ਤੁਹਾਨੂੰ ਸ਼ੱਕ ਹੋ ਸਕਦਾ ਹੈ ਕਿ ਮੇਰਾ ਬੱਚਾ ਐਬਨੋਰਮਲ ਹੈ ਤਾਂ ਤੁਸੀਂ ਡਾਕਟਰ ਨੂੰ ਚੈੱਕ ਕਰਾ ਸਕਦੇ ਹੋ ਜਿਵੇਂ ਕਿ ਜੇ ਉਹ ਆਪਣੇ ਨਾਮ ਨੂੰ ਰਿਸਪੌਂਸ ਨਹੀਂ ਦਿਖਾਉਂਦਾ ਦੂਜੇ ਕਮਰੇ 'ਚ ਬੈਠਾ ਹੈ ਔਰ ਤੁਸੀਂ ਬਾਹਰਲੇ ਕਮਰੇ 'ਚ ਆਵਾਜ਼ ਲਗਾ ਰਹੇ ਹੋ ਤੇ ਉਹ ਭੱਜ ਕੇ ਨਹੀਂ ਆਉਂਦਾ ਬਾਰ-ਬਾਰ ਇਹੀ ਚੀਜ਼ ਹੋ ਰਹੀ ਹੈ ਦੈਨ ਆਪਣੀ ਚੀਜ਼ਾਂ ਨੂੰ ਪੁਆਇੰਟ ਨਹੀਂ ਕਰ ਸਕਦਾ ਫਿੰਗਰ ਪੁਆਇੰਟਿੰਗ ਬੋਲਦੇ ਆ ਇਸ ਨੂੰ ਕਿ ਮੇਰਾ ਆ ਟੌਏ ਉੱਥੇ ਪਿਆ ਹੈਗਾ ਤੇ ਮੈਨੂੰ ਚੱਕ ਕੇ ਦਿਓ देयर इज नो ਫਿੰਗਰ ਪੁਆਇੰਟਿੰਗ ਜਾਂ ਪਾਰਕ ਵਗੈਰਾ ਲੈ ਕੇ ਜਾ ਰਹੇ ਹੋ ਪਾਰਕ ਜਾ ਕੇ ਵੀ ਬੱਚਾ ਕਿਸੇ ਹੋਰ ਨਾਲ ਨਹੀਂ ਖੇਲ ਰਿਹਾ ਮਦਰ ਨਾਲ ਹੀ ਰਹਿ ਰਿਹਾ ਹੈ ਐਂਜ਼ਾਈਟੀ ਵੀ ਹੋ ਸਕਦੀ ਹੈ ਬਟ ਜੇ ਬਹੁਤ ਸਾਰੀ ਚੀਜ਼ਾਂ ਇਹ ਸਾਇੰਸ ਦੇ ਵਿੱਚ ਆਉਂਦੀਆਂ ਤਾਂ ਯੂ ਸ਼ੁੱਡ ਹੈਵ ਅ ਸਸਪੀਸ਼ਨ ਜਾਂ ਪ੍ਰੀਟੈਂਡ ਪਲੇ ਜਿਸ ਨੂੰ ਬੋਲਦੇ ਆ ਜਿਵੇਂ ਆਪਾਂ ਸਾਰੇ ਛੋਟੇ ਹੁੰਦੇ ਟੀਚਰ ਸਕੂਲ ਘਰ ਖੇਲਦੇ ਸੀ ਜਿਹਦੇ ਵਿੱਚ ਆਪਾਂ ਪ੍ਰੀਟੈਂਡ ਕਰਦੇ ਸੀ ਅਸੀਂ ਟੀਚਰ ਹੈ ਅਸੀਂ ਇਹ ਹੈ ਬੱਚਾ ਉਹ ਨਹੀਂ ਕਰਦਾ ਹੈ ਠੀਕ ਹੈ ਜੋ ਚੀਜ਼ ਇੱਕ ਨਾਰਮਲ ਸੋਸ਼ਲ ਲੈਵਲ ਤੇ ਹੁੰਦੀ ਹੈ ਉਹ ਜੇ ਚੀਜ਼ ਬੱਚਾ ਨਹੀਂ ਕਰ ਰਿਹਾ ਹੈ ਇਟ ਇਜ਼ ਇੰਪੋਰਟੈਂਟ ਸਪੈਸ਼ਲੀ 1.5 ਸਾਲ ਜਾਂ 2 ਸਾਲ ਤੋਂ ਲੇਟ ਨਹੀਂ ਹੋਣਾ ਹੈ 2 ਸਾਲ ਦੇ ਅੰਦਰ ਜੇ ਆਟਿਜ਼ਮ ਦਾ ਡਾਇਗਨੋਸਿਸ ਹੋ ਜਾਂਦਾ ਹੈ ਤਾਂ ਤੁਸੀਂ ਆਪਣੇ ਬੱਚੇ ਦੀ ਕਾਫੀ ਮਦਦ ਕਰ ਸਕਦੇ ਹੋ ਜਿੰਨਾ ਲੇਟ ਕੰਮ ਜਾਏਗਾ ਉਹਨੇ ਬੱਚੇ ਇਹ ਸੋਸਾਇਟੀ ਦੇ ਵਿੱਚ ਐਡਜਸਟ ਨਹੀਂ ਕਰ ਪਾਉਂਦੇ ਜਿਵੇਂ ਇਹਦਾ ਟ੍ਰੀਟਮੈਂਟ ਅਵੇਲੇਬਲ ਹੈ ਪ੍ਰੋਪਰਲੀ ਫੁੱਲੀ ਟ੍ਰੀਟਮੈਂਟ ਵਾਈਜ਼ ਦਵਾਈਆਂ ਇਹਦੇ ਵਿੱਚ ਘੱਟ ਇਫੈਕਟਿਵ ਹੁੰਦੀਆਂ ਥੈਰੇਪੀਜ਼ ਹੁੰਦੀਆਂ ਇਹਨਾਂ ਨੂੰ ਸਪੈਸ਼ਲ ਕੇਅਰ ਦੀ ਲੋੜ ਹੁੰਦੀ ਹੈ ਸਪੈਸ਼ਲ ਕਲਾਸਿਸ ਹੁੰਦੀਆਂ ਸਪੈਸ਼ਲ ਐਜੂਕੇਸ਼ਨ ਹੁੰਦੀ ਹੈ ਦੈਨ ਇਟ ਫੈਮਿਲੀ ਜਿਹੜੀ ਬੱਚੇ ਦੀ ਹੈ ਉਹ ਬਹੁਤ ਰੋਲ ਪਲੇ ਕਰਦੀ ਹੈ ਯੈਸ ਮਦਰ ਸਪੈਸ਼ਲੀ ਫਾਦਰ ਸਪੈਸ਼ਲੀ ਕਿਉਂਕਿ ਇਹਦੇ ਵਿੱਚ ਕੀ ਕਹਿੰਦੇ ਆ ਕਿ ਹਿਊਮਨ ਇੰਟਰੈਕਸ਼ਨ ਵਧਾਣੀ ਹੈ ਟੌਇਜ਼ ਦੇ ਨਾਲ ਨਹੀਂ ਛੱਡਣਾ ਜਿੰਨਾ ਉਹ ਬੱਚਾ ਤੁਹਾਡੇ ਨਾਲ ਗੱਲ ਕਰੇਗਾ ਪੇਰੈਂਟਸ ਨਾਲ ਗੱਲ ਕਰੇਗਾ ਗ੍ਰੈਂਡ ਪੇਰੈਂਟਸ ਨਾਲ ਗੱਲ ਕਰੇਗਾ ਫਿਕਸ ਸ਼ਡਿਊਲ ਹੈ ਬੱਚੇ ਦਾ ਉਹ ਇਵੈਂਚੁਅਲੀ ਹੌਲੇ ਠੀਕ ਹੋ ਜਾਏਗਾ ਸੋ ਯੈਸ ਲੰਬਾ ਕੰਮ ਹੈ ਪਰ ਮਾਈਲਡ ਕੇसेस ਬਹੁਤ ਅੱਛੇ ਤਰੀਕੇ ਨਾਲ ਐਡਜਸਟ ਹੋ ਸਕਦੇ ਹੈ ਸੀਵੀਅਰ ਕੇसेस ਜਿਹੜੇ ਆਟਿਜ਼ਮ ਦੇ ਹੁੰਨੇ ਆ ਉਹ ਉਹਨਾਂ ਦਾ ਥੋੜਾ ਜਿਹਾ ਮੁਸ਼ਕਿਲ ਹੋ ਸਕਦਾ ਹੈ ਸੀਵੀਅਰ ਕੇਸਿਸ ਦੈਟ ਲੀਡਸ ਅਪ ਟੂ ਕੀ ਮਤਲਬ ਸਿਚੁਏਸ਼ਨ ਵਰਸਟ ਟੂ ਵਰਸਟ ਵੀ ਹੋ ਸਕਦੀ ਹੈ ਇਹਦੀ ਵਰਸਟ ਟੂ ਵਰਸਟ ਆ ਹੋ ਸਕਦੀ ਹੈ ਕਿ ਬੱਚਾ ਮਾਂ-ਬਾਪ ਦੇ ਉੱਪਰ ਹੀ ਡਿਪੈਂਡੈਂਟ ਹੈ ਅੱਗੇ ਜਾ ਕੇ ਪ੍ਰੋਫੈਸ਼ਨਲ ਨਹੀਂ ਬਣ ਸਕਦਾ ਠੀਕ ਹੈ ਐਂਡ ਕੁਛ ਵੀ ਉਹਦਾ ਜਿਹੜਾ ਰੂਟੀਨ ਹੈ ਸਵੇਰ 7 ਵਜੇ ਉੱਠਣਾ ਹੈ 10 ਵਜੇ ਕਰਨਾ ਹੈ ਉਹ ਡਿਸਟਰਬ ਕਰੋਗੇ ਮਤਲਬ ਤੁਸੀਂ ਐਜ਼ ਅ ਫੈਮਿਲੀ ਵੀ ਕੁਝ ਵੀ ਅਲੱਗ ਨਹੀਂ ਕਰ ਪਾਉਂਗੇ ਮੋਸਟਲੀ ਦੇ ਆਰ ਡਿਪੈਂਡੈਂਟ ਓਨਲੀ ਡਿਪੈਂਡੈਂਟ ਰਹਿਣਗੇ ਵੈਸੇ ਉਹਦਾ ਮੈਂਟਲੀ ਕੁਝ ਮੈਂਟਲੀ ਦੇ ਆਰ ਵੈਰੀ ਗੁੱਡ ਦੇ ਕੈਨ ਇਵਨ ਬਿਕਮ ਡਾਕਟਰ ਬਣ ਸਕਦੇ ਹਨ ਲਾਇਰਸ ਬਣ IQ ਚ ਕੋਈ ਪ੍ਰੋਬਲਮ ਨਹੀਂ ਹੁੰਦੀ ਇਹਨਾਂ ਦੇ ਵਿੱਚ ਫਿਰ ਮੈਮ ਇਟਸ ਵੈਰੀ ਹਾਰਡ ਫॉर ਮੀ ਟੂ ਅੰਡਰਸਟੈਂਡ ਫਿਰ ਦਿੱਕਤ ਕਿੱਥੇ ਆ ਜੇ ਮੰਨ ਕੁਝ ਬੱਚਿਆਂ ਦੀ ਇਦਾਂ ਤਾਂ ਫਿਰ ਬਹੁਤ ਬੱਚੇ ਆ ਮੇਰੇ ਮਾਈਂਡ 'ਚ ਬੜੇ ਆ ਰਹੇ ਆ ਕਿ ਜਿਹੜੇ ਆਪਣੇ ਆਪ 'ਚ ਹੀ ਰਹਿੰਦੇ ਆ ਜ਼ਿਆਦਾ ਜੇ ਬੁਲਾਓ ਵੀ ਕਹਿੰਦੇ ਬੋਲਦੇ ਨਹੀਂ ਫਿਰ ਯੈਸ ਦੈਟ ਇਜ਼ ਵਾਈ ਅਵੇਅਰਨੈਸ ਹੋਣਾ ਬਹੁਤ ਜ਼ਰੂਰੀ ਹੈ ਠੀਕ ਹੈ ਸੋ ਹੈ ਕਿ ਨਹੀਂ ਇਹ ਡਿਸਾਈਡ ਕਰਨ ਲਈ ਤੁਹਾਨੂੰ ਡਾਕਟਰ ਨੂੰ ਕੰਸਲਟ ਜ਼ਰੂਰ ਕਰਨਾ ਚਾਹੀਦਾ ਹੈ ਪ੍ਰੋਪਰ ਟੂਲਸ ਬਣੇ ਹੋਏ ਹੈ ਜਿਨ੍ਹਾਂ ਦੇ ਵਿੱਚ ਮਦਰ ਐਂਡ ਫਾਦਰ ਨੂੰ ਕੁਐਸਚਨਸ ਪੁੱਛੇ ਜਾਂਦੇ ਹੈ ਦੈਨ ਦੇ ਥਿੰਕ ਕਿ ਮੇਰਾ ਬੱਚਾ ਇਹ ਕਰ ਸਕਦਾ ਹੈ ਕਿ ਨਹੀਂ ਤੁਹਾਨੂੰ ਯੈਸ ਔਰ ਨੋ ਦੇ ਵਿੱਚ ਆਨਸਰ ਦੇਣਾ ਹੁੰਦਾ ਹੈ ਫਿਰ ਉਹ ਸਾਰੇ ਯੈਸ ਨੂੰ ਜੋੜ ਕੇ ਸਕੋਰਿੰਗ ਕੀਤੀ ਜਾਂਦੀ ਹੈ ਉਹਦੇ ਹਿਸਾਬ ਨਾਲ ਡਿਸਾਈਡ ਕੀਤਾ ਜਾਂਦਾ ਹੈ ਕਿ ਬੱਚੇ ਨੂੰ ਇਹ ਪ੍ਰੋਬਲਮ ਹੈਗੀ ਹੈ ਕਿ ਨਹੀਂ ਆ ਵੀ ਡਿਸਾਈਡ ਕੀਤਾ ਜਾਂਦਾ ਹੈ ਕਿ ਮਾਈਲਡ ਹੈ ਮੋਡਰੇਟ ਹੈ ਜਾਂ ਸੀਵੀਅਰ ਹੈ ਸੀਵੀਅਰ ਕੇसेस ਨੂੰ ਅਲੱਗ ਤਰੀਕੇ ਨਾਲ ਡੀਲ ਕੀਤਾ ਜਾਂਦਾ ਹੈ ਮਾਈਲਡ ਟੂ ਮੋਡਰੇਟ ਨੂੰ ਅਲੱਗ ਤਰੀਕੇ ਨਾਲ ਡੀਲ ਕੀਤਾ ਜਾਂਦਾ ਹੈ ਠੀਕ ਹੈ ਸੋ ਤੁਹਾਡੇ ਲੈਵਲ ਤੇ ਐਜ਼ ਅ ਪੇਰੈਂਟ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਕਿ ਅਵੇਅਰਨੈਸ ਹੋਵੇ ਕਿ ਮੇਰਾ ਬੱਚਾ ਕਿੱਥੇ ਲੈਗ ਕਰ ਰਿਹਾ ਹੈ ਉਹੀ ਹੋ ਜਾਏ ਬਾਕੀ ਤਾਂ ਚਲੋ ਡਾਕਟਰਸ ਹੈਗੇ ਹੀ ਹੈ ਅੱਗੇ ਕਰਨ ਇੱਕ ਮੈਮ ਇੱਕ ਹੋਰ ਪ੍ਰੋਬਲਮ ਹੈਗੀ ਆ ਕਿ ਆਮ ਤੌਰ ਤੇ ਬੱਚਿਆਂ ਨੂੰ ਇਹ ਵੀ ਦੱਸਿਆ ਜਾ ਰਿਹਾ ਛੋਟੇ ਜਿਵੇਂ ਕਰਾਂ 3 ਸਾਲ ਤੋਂ 8-9 ਸਾਲ ਤੱਕ ਦੇ ਬੱਚਿਆਂ ਦਾ ਹਨਾ ਪੇਰੈਂਟਸ ਆਮ ਤੌਰ ਤੇ ਕਹਿੰਦੇ ਆ ਕਿ ਸਾਡੇ ਬੱਚੇ ਨੂੰ ਪੰਜਾਬੀ ਚ ਕਹਿ ਲਓ ਕਿ ਦੌਰੇ ਬਹੁਤ ਪੈ ਰਹੇ ਆ ਜੀ ਹੱਥ ਝਟਕਦਾ ਆ ਜਾਂ ਹਿਲਦਾ ਰਹਿੰਦਾ ਰਾਤ ਨੂੰ
ਇਹ ਸਕਰੀਨ ਟਾਈਮ ਦੀ ਬਦੌਲਤ ਇਹ ਸਭ ਕੁਝ ਹੋ ਰਿਹਾ ਕਿ ਬੱਚੇ ਨੂੰ ਸੀਜ਼ਰ ਜਾਂ ਫਿਟਸ ਆ ਰਿਹਾ ਜਾਂ ਇਹਦਾ ਕੁਝ ਕੁਡ ਬੀ ਅਦਰ ਰੀਜ਼ਨਸ? ਸੋ ਸਕਰੀਨ ਟਾਈਮ ਜਿਹੜਾ ਹੈ ਦੌਰੇ ਨਹੀਂ ਕਾਜ਼ ਕਰ ਸਕਦਾ, ਦੌਰਿਆਂ ਦਾ ਯੂਜੂਲੀ ਕੋਈ ਰੀਜ਼ਨ ਹੁੰਦਾ ਹੈਗਾ, ਪਰ ਬੱਚੇ ਨੂੰ ਦੌਰਾ ਆ ਰਿਹਾ ਹੈ ਕਿ ਨਹੀਂ ਇਹ ਤੁਸੀਂ ਨਹੀਂ ਡਿਸਾਈਡ ਕਰ ਸਕਦੇ, ਇਹ ਐਕਚੁਅਲੀ ਡਾਕਟਰ ਹੀ ਡਿਸਾਈਡ ਕਰ ਸਕਦਾ ਹੈ। ਪਰ ਬਹੁਤ ਵਾਰ ਐਵੇਂ ਹੋਏਗਾ ਕਿ ਜਦ ਤੁਸੀਂ ਡਾਕਟਰ ਕੋਲ ਲੈ ਕੇ ਜਾਓਗੇ ਬੱਚੇ ਨੂੰ ਉਸ ਵੇਲੇ ਦੌਰੇ ਨਹੀਂ ਪੈ ਰਹੇ ਹੈ ਨਾ, ਤਾਂ ਉਸ ਟਾਈਮ ਤੁਸੀਂ ਕੀ ਕਰ ਸਕਦੇ ਹੋ? ਜੇ ਘਰ 'ਚ ਤੁਹਾਨੂੰ ਕੋਈ ਵੀ ਐਬਨੋਰਮਲ ਮੂਵਮੈਂਟ ਬੱਚੇ ਦੀ ਲੱਗ ਰਹੀ ਹੈ, ਝਟਕੇ ਆ ਰਹੇ ਹਨ, ਕੁਝ ਵੀ, ਯੈਸ ਵੀਡੀਓ बनाओ, ठीक है। अपने लेवल पे डिसाइड नहीं करना कि इन्हों झटके आए हैं, सीजर होया है, या कई बार बच्चे जिटरी होने हैं, मतलब एबनॉर्मल बॉडी मूवमेंट हो सकती है पर दौरे नहीं है। वो एक्चुअली वी आर ट्रेंड पीपल टू सी के वो दौरे हैं या कुछ हो रहे हैं। तुसी अपने लेवल पे प्लीज़ एक वीडियो ज़रूर बना के लेके आ सकते हो सो दैट डॉक्टर कैन डिसाइड कि ये दौरे हैं या ये कोई होर प्रॉब्लम है। स्क्रीन टाइम नाल दौरे नहीं आते, स्क्रीन टाइम नाल ऑटिज़म जैसी प्रॉब्लम्स इंक्रीज ज़रूर होंदियां हैं, और ऑटिज़म जे सीवियर है देन कुछ पैटर्न मूवमेंट बोलते हैं उसनों कि बच्चा कोई पर्टिकुलर पैटर्न मूवमेंट कर सकता है, जिवें ਹੱਥ ਹਿਲਾਉਣਾ, ਹਾਂ, हथ घुमाना या टिक्स करी जाना या ਅੱਖਾਂ ਝਟਕਣਾ, ਇਹ ਦੌਰੇ ਨਹੀਂ ਹੁੰਦੇ, ਇਹ ਪੈਟਰਨ ਮੂਵਮੈਂਟਸ ਹੁੰਦੀਆਂ। ਇਹ ਆਟਿਜ਼ਮ ਚ ਕਾਮਨ ਹੈ, ਬਟ ਇਹਨਾਂ ਲਈ ਦੌਰਿਆਂ ਦੀ ਦਵਾਈ ਦੀ ਜ਼ਰੂਰਤ ਨਹੀਂ ਹੁੰਦੀ ਹੈ ਯੂਜੂਲੀ। ਬਟ ਅਗੇਨ ਤੁਹਾਡੇ ਐਜ਼ ਅ ਪੈਰੈਂਟ ਤੁਹਾਡੀ ਇਹੋ ਜਿਹੀ ਨੌਲੇਜ ਨਹੀਂ ਹੈ, ਸੋ ਇਟ ਇਜ਼ ਆਲਵੇਜ਼ ਇੰਪੋਰਟੈਂਟ ਟੂ ਮੇਕ ਅ ਵੀਡੀਓ ਬਣਾਓ। ਜਿਸ ਤਰ੍ਹਾਂ ਮੈਮ ਰਾਤ ਨੂੰ ਬੱਚੇ ਜਦੋਂ ਸੋ ਰਹੇ ਹੁੰਦੇ ਆ, ਉਹ ਜ਼ਿਆਦਾਤਰ ਦੇਖਿਆ ਗਿਆ ਕਿ ਆਪਣੇ ਇਸ ਤਰ੍ਹਾਂ ਫਲਿਕਰਿੰਗ ਕਰਦੇ ਹੱਥਾਂ ਦੀ ਜਾਂ ਸਮਟਾਈਮ ਫੀਟਸ, ਇਹ could be this, ਕੁਝ ਹੋ ਸਕਦਾ ਇਹਦੇ ਰਿਲੇਟਡ, ਜਾਂ ਇਹ ਫਿਟਸ ਦੇ ਅੰਡਰ ਆਉਂਦੀਆਂ ਚੀਜ਼ਾਂ ਜਾਂ ਨਾਰਮਲ ਹੋ ਸਕਦਾ? ਸੋ ਫਿਟਸ ਯੂਜੂਲੀ ਜੇ ਬੱਚਾ ਤੁਹਾਡਾ ਕੰਫਰਟੇਬਲ ਹੈ, ਬੱਚੇ ਨੂੰ ਹੋਰ ਕੋਈ ਦਿੱਕਤ ਨਹੀਂ ਹੋ ਰਹੀ, ਮਾੜਾ ਮੋਟਾ ਝਟਕੇ ਆ ਰਹੇ ਹਨ ਕੁਝ, ਇਹਦੇ ਲਈ ਕੁਝ ਵੀ ਕਰਨ ਦੀ ਲੋੜ ਨਹੀਂ ਹੁੰਦੀ ਹੈ। ਕਈ ਵਾਰ ਸਲੀਪ ਦੇ ਵਿੱਚ ਬਾਡੀ ਇੰਨੀ ਰਿਲੈਕਸ ਕਰ ਜਾਂਦੀ ਹੈ ਕਿ ਕਲੋਨਸ ਜੈਸਾ ਮੂਵਮੈਂਟ, ਇਹਨੂੰ ਕਲੋਨਸ ਬੋਲਦੇ हैं ਸਾਡੀ ਭਾਸ਼ਾ 'ਚ, ਹੋ ਸਕਦਾ ਹੈ, ਠੀਕ ਹੈ, ਵਿਚ ਇਜ਼ ਨਾਰਮਲ, ਓਕੇ। ਦੈਨ ਬਹੁਤ ਵਾਰ ਹੋਰ ਐਬਨੋਰਮਲ ਮੂਵਮੈਂਟ ਹੁੰਦੀ ਹੈ, ਜਿਵੇਂ ਮੈਂ ਹੁਣ ਦੱਸਿਆ ਬੱਚਾ ਅੱਖਾਂ ਝਟਕ ਰਿਹਾ ਹੈ, ਗਰਗਲਿੰਗ ਕਰਦਾ, ਇਹ ਸਭ ਕਰਦਾ ਹੈਗਾ, ਇਹ ਵੀ ਅਗੇਨ ਥੀਸ ਆਰ ਨਾਟ, ਇਹ ਦੌਰੇ ਨਹੀਂ ਹੈ, ਇਹ ਐਬਨੋਰਮਲ ਟਿਕਸ ਹੈ, ਟਿਕਸ ਬੋਲਦੇ हैं ਇਸਨੂੰ। ਟਿਕਸ ਦੇ ਵਿੱਚ ਵੀ ਸਾਨੂੰ ਅਨਲੈਸ ਐਂਡ ਅੰਟਿਲ ਬੱਚੇ ਦੀ ਕੁਆਲਿਟੀ ਆਫ ਲਾਈਫ ਡਿਸਟਰਬ ਹੋ ਰਹੀ ਹੈ ਕਿ ਬੱਚਾ ਸੋ ਹੀ ਨਹੀਂ ਪਾ ਰਿਹਾ ਹੈ, ਐਜੂਕੇਸ਼ਨ ਇਫੈਕਟ ਹੋ ਰਹੀ ਹੈ, ਯੂਜੂਲੀ ਅਸੀਂ ਮੈਡੀਕੇਸ਼ਨਸ ਨਹੀਂ ਦਿੰਦੇ ਹਾਂ, ਠੀਕ ਹੈ। ਸੋ ਬਟ ਅਗੇਨ ਮੈਂ ਬਾਰ-ਬਾਰ ਵੀਡੀਓਗ੍ਰਾਫੀ ਤੇ ਜ਼ਰੂਰ ਸਟ੍ਰੈਸ ਕਰਨਾ ਚਾਹੂੰਗੀ, ਬਿਕੋਜ਼ ਇੱਕ ਵਾਰ 'ਚ ਇਹ ਚੀਜ਼ਾਂ ਕਨਫਰਮ ਨਹੀਂ ਹੋ ਸਕਦੀਆਂ। ਸਕਰੀਨ ਟਾਈਮ ਦੀ ਜਿੱਥੇ ਤੱਕ ਗੱਲ ਹੈ, ਸਕਰੀਨ ਟਾਈਮ ਜੋ ਕਰੰਟਲੀ ਰეკਮੈਂਡੇਸ਼ਨਸ ਹੈ 2 ਸਾਲ ਤੇ ਘੱਟ ਦੇ ਬੱਚੇ ਨੂੰ ਸਕਰੀਨ ਟਾਈਮ ਇਜ਼ 0, not even 1 minute should be there, 1 ਮਿੰਟ ਵੀ ਨਹੀਂ ਹੋਣਾ ਚਾਹੀਦਾ ਖਿਲਾਉਂਦੇ ਹੋਏ ਵੀ। ਮੈਂ ਵੀ ਕਹਿਣ ਲੱਗਾ ਇੱਥੇ ਤਾਂ ਨਾ, ਸੌਰੀ ਤੁਹਾਨੂੰ ਇੰਟਰਰਪਟ ਕਰ ਰਿਹਾ, ਇੱਥੇ ਤਾਂ ਕਹਿ ਸਕਦਾ ਕਿ ਅਸੀਂ ਪੇਰੈਂਟਸ ਹੀ ਜਿੰਨੇ ਵੀ ਸਾਰੇ ਦੇਖ ਵੀ ਰਹੇ, ਅਸੀਂ ਰਿਸਪੌਂਸਿਬਲ ਆ। ਅਸੀਂ ਜੇ ਬੱਚਾ ਦੁੱਧ ਨਹੀਂ ਪੀ ਰਿਹਾ, ਰੋਟੀ ਨਹੀਂ ਖਾ ਰਿਹਾ ਨਾ, ਔਨ ਕਰਕੇ, ਅੱਜ ਕੱਲ੍ਹ ਤਾਂ ਵੈਸੇ ਔਨ ਵੀ ਨਹੀਂ ਖਾਂਦੀ ਰਹਿੰਦੀ, ਉਹ ਆਪ ਹੀ ਕੱਢ ਕੁੱਢ ਕੇ ਆਪਣਾ ਆਪ ਹੀ ਲੱਗਦੇ, ਅਸੀਂ ਆਪ ਉਹਦੇ ਮੂਹਰੇ ਸਕਰੀਨ ਲਾ ਕੇ ਰੱਖ ਦਿੰਦੇ ਕਿ ਚੱਲ ਦੁੱਧ ਪੀ ਲਵੇ ਜਾਂ ਰੋਟੀ ਖਾਈ ਜਾਵੇ। ਇਟਸ ਵੈਰੀ ਬੈਡ ਮੈਮ, ਬੜੀਆਂ ਚੀਜ਼ਾਂ ਇੱਦਾਂ ਦੀਆਂ ਹੋ ਰਹੀਆਂ, ਅਸੀਂ ਆਪ ਪੇਰੈਂਟਸ ਕਰ ਰਹੇ ਹਾਂ ਇਹ ਚੀਜ਼ਾਂ। ਇਹਦੇ 'ਚ ਤਾਂ ਮੈਂ ਕਹੂੰਗਾ ਕਿ ਅਸੀਂ ਹੀ ਰਿਸਪੌਂਸਿਬਲ ਹਾਂ, ਆਪਣਾ ਟਾਈਮ ਬਚਾਉਣ ਦੇ ਲਈ ਅਸੀਂ ਆਪ ਹੀ ਮੂਹਰੇ ਰੱਖ ਦਿੰਦੇ ਹਾਂ। ਮੈਂ ਤੁਹਾਡੇ ਨਾਲ ਪੂਰੀ ਤਰੀਕੇ ਨਾਲ ਐਗਰੀ ਕਰਦੀ ਹਾਂ। ਜੇ 2 ਸਾਲ ਤੋਂ ਘੱਟ ਬੱਚਾ ਸਕਰੀਨ ਉੱਤੇ ਡਿਪੈਂਡੈਂਟ ਹੈ, ਐਕਚੁਅਲੀ ਇਸ ਦੇ ਵਿੱਚ ਬੱਚੇ ਦਾ ਕੋਈ ਕਸੂਰ ਨਹੀਂ ਹੈ, ਬਿਲਕੁਲ ਇਹ ਪੇਰੈਂਟਸ ਦਾ ਕਸੂਰ ਹੈ, ਬਿਕੋਜ਼ ਅਸੀਂ ਉਹਨਾਂ ਦੇ ਨਾਲ ਐਫਰਟ ਨਹੀਂ ਪਾ ਰਹੇ, ਪਾਣਾ ਨਹੀਂ ਚਾਹੁੰਦੇ, ਸਾਡੇ ਕੋਲ ਟਾਈਮ ਨਹੀਂ ਹੈ, ਜਾਂ ਤੁਸੀਂ ਬੋਲੋ ਅਸੀਂ ਆਪਣੀ ਜ਼ਿੰਦਗੀਆਂ 'ਚ ਇੰਨਾ ਬਿਜ਼ੀ ਹਾਂ ਕਿ ਅਸੀਂ ਘਰ ਥੱਕੇ ਵੇ ਆਉਂਦੇ ਹਾਂ ਤੇ ਅਸੀਂ ਆਹ ਸੋਚਦੇ ਹਾਂ ਕਿ ਹੁਣ ਮੇਰੇ ਕੋਲ ਇੰਨੀ ਐਫਰਟ ਜਾਂ એનર્ਜੀ ਪਾਉਣ ਦੀ ਹਿੰਮਤ ਨਹੀਂ ਹੈ, ਠੀਕ ਹੈ। ਸੋ ਬਟ ਆਈਡਲੀ ਇਹ ਸਭ ਨਹੀਂ ਹੋਣਾ ਚਾਹੀਦਾ। ਜੇ ਬੱਚਾ ਖਾਣਾ ਖਾ ਰਿਹਾ, ਤੁਸੀਂ ਅਫਕੋਰਸ ਬੱਚੇ ਨੂੰ ਬਹੁਤ ਵਾਰ ਡਿਸਟਰੈਕਟ ਕਰਨ ਦੀ ਲੋੜ ਪੈਂਦੀ ਹੈ, ਉਹ ਆਪਣੇ ਆਪ ਖਾਣਾ ਨਹੀਂ ਖਾਂਦੇ, ਬਟ ਸਕਰੀਨ ਇਜ਼ ਨਾਟ ਦ ਸੋਲਿਊਸ਼ਨ। ਸਕਰੀਨ ਸਿਰਫ ਡਿਸਟਰੈਕਸ਼ਨ ਹੈ, ਤੁਸੀਂ ਟॉयਜ਼ ਦਿਓ ਉਸਨੂੰ, ਕੋਈ ਵੀ ਟॉय ਰੱਖ ਦਿਓ ਉਹਦੇ ਸਾਹਮਣੇ, ਪਜ਼ਲ ਰੱਖ ਦਿਓ, ਕੋਈ ਛੋਟਾ ਟॉय ਰੱਖ ਦਿਓ, ਬੱਚਾ ਖਿਲਾਏ ਬਣਾਏ, ਕਲਰਸ ਰੱਖ ਦਿਓ, ਉਹ ਕਰੀ ਜਾਏ ਆਪਣੀ ਡਰਾਇੰਗ, ਤੁਸੀਂ ਖਿਲਾਓ ਉਹਦੇ ਨਾਲ, ਸਟੋਰੀ ਬੁੱਕ ਪੜ੍ਹੋ ਨਾਲ ਨਾਲ ਖਿਲਾਓ। ਬਟ ਯੈਸ ਆਲ ਆਫ ਦਿਸ ਰਿਕੁਆਇਰਸ ਟਾਈਮ ਔਰ ਐਫਰਟ ਔਰ એનર્ਜੀ ਦੀ ਲੋੜ ਪੈਂਦੀ ਹੈ, ਵਿਚ ਸੌਰੀ ਟੂ ਸੇ ਆਪਾਂ ਨਹੀਂ ਕਰ ਰਹੇ, ਬਿਲਕੁਲ ਨਹੀਂ ਕਰ ਰਹੇ। ਯੈਸ, ਜਾਂਦੇ ਜਾਂਦੇ ਮੈਮ ਇੱਕ ਕੁਐਸਚਨ ਮੇਰਾ ਇਹ ਵੀ ਜ਼ਰੂਰ ਆਪਾਂ ਨੂੰ ਡਿਸਕਸ ਕਰਨਾ ਚਾਹੀਦਾ ਮੈਨੂੰ ਲੱਗਦਾ, ਬਿਕੋਜ਼ ਇਟਸ ਅ ਪ੍ਰੈਸਿੰਗ ਨੀਡ ਅੱਜ ਕੱਲ੍ਹ ਬਣ ਚੁੱਕਾ ਕਿ ਜ਼ਿਆਦਾਤਰ ਦੇਖਿਆ ਗਿਆ
ਸੀ ਸੈਕਸ਼ਨ ਦੀ ਜੇ ਗੱਲ ਕਰੀਏ ਸਿਜ਼ੇਰੀਅਨ ਦੀ, ਉਹਦੀ ਰੇਸ਼ੀਓ ਬਹੁਤ ਜ਼ਿਆਦਾ ਹੋ ਰਹੀ ਹੈ ਐਜ਼ ਕੰਪੇਅਰ ਟੂ ਨਾਰਮਲ ਡਿਲੀਵਰੀ, ਹੈ ਨਾ। ਇਹਦਾ ਦੱਸੋ ਕੀ ਕਾਰਨ ਤੁਸੀਂ ਸਮਝ ਰਹੇ ਹੋ, ਇੱਦਾਂ ਕਿਉਂ ਹੋ ਰਿਹਾ? ਕੁਝ ਪੇਰੈਂਟਸ ਆਪ ਚਾਹੁੰਦੇ ਇਹ ਚੀਜ਼ਾਂ ਜਾਂ ਪ੍ਰਿਸਕ੍ਰਾਈਬਡ ਬਾਈ ਦਾ ਡਾਕਟਰ, ਕੀ ਚੀਜ਼ਾਂ ਇਹਦੇ ਵਿੱਚ? ਪਹਿਲੇ ਵੀ ਹੁੰਦੇ ਸੀ ਬੱਚੇ ਘਰੇ ਹੋ ਜਾਂਦੇ ਸੀ, ਅੱਜ ਕੱਲ੍ਹ ਜਿਹਨੂੰ ਪੁੱਛੋ ਸੀ ਸੈਕਸ਼ਨ ਈਵਨ। ਚਲੋ ਆਪਾਂ, ਤੁਸੀਂ ਪਲੀਜ਼ ਆਪਣਾ ਜਵਾਬ ਪਲੀਜ਼। ਨੋ ਡਾਊਟ ਸੀ ਸੈਕਸ਼ਨ ਦਾ ਰੇਟ ਤੇ ਰਿਲੇਟਿਵਲੀ ਬਹੁਤ ਜ਼ਿਆਦਾ ਇੰਕਰੀਜ਼ ਕਰ ਗਿਆ ਨਾਰਮਲ ਨਾਲੋਂ। ਜੋ ਮੈਂ ਸਮਝਦੀ ਹਾਂ ਮੋਸਟ ਕਾਮਨ ਰੀਜ਼ਨ ਇਸ ਦਾ ਆਹੀ ਹੈ ਕਿ ਸੈਲਫ ਜਿਸ ਨੂੰ ਬੋਲਦੇ ਹਾਂ, ਕਿ ਬਹੁਤ ਸਾਰੇ ਪੇਰੈਂਟਸ ਮਦਰਸ ਖੁਦ ਹੀ ਕਹਿੰਦੇ ਆ ਕਿ ਅਸੀਂ ਪੇਨਸ ਨਹੀਂ ਲੈਣੀਆਂ, ਇਲੈਕਟਿਵਲੀ ਉਹ ਜਾ ਕੇ ਡੇਟ ਲੈ ਕੇ ਸਿਜ਼ੇਰੀਅਨ ਕਰਵਾ ਲੈਣੀ ਹੈ। ਮੇਜਰ ਪ੍ਰਪੋਰਸ਼ਨ ਤਾਂ ਸੀ ਸੈਕਸ਼ਨਸ ਦਾ ਆਹੀ ਹੁੰਦਾ ਹੈਗਾ ਕਿ ਸੈਲਫ ਇਲੈਕਟਿਵਲੀ ਕਰਨਾ ਉਹਨਾਂ ਨੇ। ਅੱਛਾ, not any complication, this is not the major reason. I am coming to that. So otherwise ਅਗਰ ਤੁਸੀਂ ਆਈਡਲੀ ਦੇਖੋ ਤਾਂ ਯੈਸ ਆਬਵੀਅਸਲੀ ਕੋਈ ਪਾਰਟਿਕੂਲਰ ਕੰਪਲਿਕੇਸ਼ਨਸ ਹੋਏ ਤਾਂ ਸਿਜ਼ੇਰੀਅਨ ਐਡਵਾਈਸ ਕੀਤਾ ਜਾਂਦਾ ਹੈ, ਜਿਹਦੇ ਵਿੱਚ ਪ੍ਰੀਮੈਚੁਰਿਟੀ ਹੋ ਗਿਆ ਜਾਂ ਜਿਵੇਂ ਕਿਸੇ ਦਾ ਪਿਛਲਾ ਸਿਜ਼ੇਰੀਅਨ ਹੋਇਆ ਵੈ, ਉਹਦੇ ਜਿਹੜਾ ਸਕਾਰ ਹੈ ਉਹ ਥਿਨ ਹੋ ਗਿਆ ਹੈ, ਰਪਚਰ ਹੋਣ ਵਾਲਾ ਹੈਗਾ, ਠੀਕ ਹੈ, ਜਾਂ 2 ਡਿਲੀਵਰੀਜ਼ ਦੇ ਵਿੱਚ ਪਿਛਲੇ ਸਿਜ਼ੇਰੀਅਨ ਦੇ ਵਿੱਚ ਟਾਈਮ ਬਹੁਤ ਘੱਟ ਹੋਇਆ ਹੈ, 1 ਈਅਰ ਤੋਂ ਘੱਟ ਹੈ, ਅਗਲੀ ਪ੍ਰੈਗਨੈਂਸੀ ਹੋ ਗਈ ਹੈ, ਤਾਂ ਵੀ ਸਿਜ਼ੇਰੀਅਨ ਵਗੈਰਾ ਨਾਰਮਲ ਨਹੀਂ ਟਰਾਈ ਕੀਤੇ ਜਾ ਸਕਦੇ। ਪਰ ਪਰਸਨਲੀ ਮੈਨੂੰ ਲੱਗਦਾ ਹੈ ਕਿ ਇਹ ਬਹੁਤ ਵੱਡਾ ਰੀਜ਼ਨ ਹੈ। ਸਿਜ਼ੇਰੀਅਨ ਲੋਕ ਪ੍ਰੈਫਰ ਕਰਦੇ हैं आजकल, क्यों? बिकॉज टेक्निक बहुत बेटर हो गई है, रिकवरी ऑलमोस्ट नॉर्मल डिलीवरी 'ਚ 1 ਦਿਨ ਲੱਗਦਾ ਹੈ, ਸਿਜ਼ੇਰੀਅਨ 'ਚ 2 ਦਿਨ ਬਾਅਦ ਡਿਸਚਾਰਜ ਹੋ ਜਾਂਦਾ ਹੈ। ਦੈਨ पेन, the amount of pain is आजकल नॉर्मल डिलीवरी सिजेरियन ऑलमोस्ट सेम है एंड सिजेरियंस ਵਿੱਚ ਰਾਦਰ ਘੱਟ ਹੁੰਦੀ ਹੈ ਪੇਨ, ਨਾਰਮਲ ਡਿਲੀਵਰੀ ਦੇ ਵਿੱਚ ਜਿਹੜੀ ਲੇਬਰ ਪੇਨ ਹੁੰਦੀ ਆ ਉਹ ਲੈਣਾ ਬਹੁਤ ਮੁਸ਼ਕਿਲ ਹੁੰਦਾ ਹੈ। तो yes, people prefer cesarean section और ऑफिशियली इंडिकेशन ਜਿੰਨੀਆਂ ਬਟ ਹੈਗੀਆਂ। ਜ਼ਿਆਦਾਤਰ ਮੈਮ ਕੇਸਿਸ ਇਹ ਸੁਣਿਆ ਕਿ ਅਸੀਂ ਤਾਂ ਨਾਰਮਲ ਚਾਹੁੰਦੇ ਸੀ ਬਟ ਡਾਕਟਰ ਨੇ ਕਿਹਾ ਕਿ ਜੀ ਇਹ ਸੀ ਸੈਕਸ਼ਨ ਹੀ ਹੋਏਗਾ। ਪਹਿਲੇ ਸਾਰਾ ਕੁਝ ਠੀਕ ਚੱਲ ਰਿਹਾ ਹੁੰਦਾ ਕਿਉਂਕਿ ਇਹ 'ਚ ਕਾਫੀ ਸਾਰੇ ਟੈਸਟ ਹੁੰਦੇ ਆ ਨਾ, 7-8 ਮਹੀਨੇ ਟੈਸਟ ਹੀ ਚੱਲਦੇ ਰਹਿੰਦੇ ਆ। ਉਦੋਂ ਤੱਕ ਕੁਝ ਪੇਰੈਂਟਸ ਕਹਿੰਦੇ ਕਿ ਸਾਡਾ ਬਿਲਕੁਲ ਠੀਕ ਚੱਲ ਰਿਹਾ ਸੀ, ਵਾਟਰ ਫਲੋ ਜਾਂ ਜੋ ਵੀ ਆਈ ਡੋਂਟ ਨੋ ਐਗਜ਼ੈਕਟਲੀ, ਸਾਰਾ ਕੁਝ ਠੀਕ ਸੀਗਾ। ਐਟ ਦੀ ਐਂਡ ਆ ਕੇ ਡਾਕਟਰ ਨੇ ਕਹਿਤਾ ਜੀ ਕਿ ਹੁਣ ਤਾਂ ਸਿਜ਼ੇਰੀਅਨ ਹੀ ਹੋਣਾ, ਹੁਣ ਕੁਝ ਹੋਰ ਨਹੀਂ ਕਰ ਸਕਦੇ। ਉਸ ਵੇਲੇ ਸਿਚੁਏਸ਼ਨ ਉੱਦਾਂ ਦੀ ਬਣ ਜਾਂਦੀ, ਪੇਰੈਂਟਸ ਕਹਿੰਦੇ ਓਕੇ ਹੁਣ ਹੋਣ ਦਿਓ ਜੋ ਹੋਗਾ, ਮੈਂ ਵੀ ਠੀਕ ਰਹਾਂ, ਮੇਰਾ ਬੱਚਾ ਵੀ ਠੀਕ ਰਵੇ। ਹਾਂ, ਜੇ ਪਹਿਲਾਂ ਸਭ ਕੁਝ ਠੀਕ ਚੱਲ ਰਿਹਾ ਤੇ ਲਾਸਟ ਸਕੈਨ ਦੇ ਵਿੱਚ ਕੋਈ ਪ੍ਰੋਬਲਮ ਆ ਗਈ ਹੈਗੀ ਹੈ ਤਾਂ ਆਬਵੀਅਸਲੀ ਡਾਕਟਰ ਆਹੀ ਕਹੇਗਾ ਕਿ ਸੀ ਸੈਕਸ਼ਨ ਕਰਨਾ ਹੈ। ਕਿਹੋ ਜੀ ਪ੍ਰੋਬਲਮ ਆ ਸਕਦੀ ਹੈ? ਪਾਣੀ ਇੱਕਦਮ ਬਹੁਤ ਘਟ ਗਿਆ ਜਾਂ ਨਾੜੂ ਗਲੇ ਦੇ ਵਿਚ ਇਜ਼ ਵੈਰੀ ਕਾਮਨ, ਠੀਕ ਹੈ, ਉਹ ਐਂਡ 'ਚ ਹੀ ਪਤਾ ਚੱਲਦੀਆਂ ਇਹੋ ਜੀ ਚੀਜ਼ਾਂ। ਜਾਂ ਬਰੀਚ ਵਗੈਰਾ ਹੋ ਗਈ, ਬਰੀਚ ਮਤਲਬ ਬੱਚਾ ਪੁੱਠਾ ਹੈਗਾ, ਇਹੋ ਜੀ ਜੇ ਇਹ ਚੀਜ਼ਾਂ ਐਕਚੁਅਲੀ ਤੁਸੀਂ ਪ੍ਰੈਗਨੈਂਸੀ ਦੇ ਵਿੱਚ ਨਹੀਂ ਪ੍ਰਿਡਿਕਟ ਕਰ ਸਕਦੇ ਹੋ, ਇਹ ਐਂਡ ਵਿੱਚ ਹੀ ਪਤਾ ਲੱਗਦੀਆਂ ਕਿ ਇਹ ਪ੍ਰੋਬਲਮ ਆ ਰਹੀ ਹੈ ਜਾਂ ਬੱਚਾ ਪੁੱਠਾ ਪਿਆ ਜਾਂ ਟੇਢਾ ਪਿਆ। ਬਟ ਮੈਂ ਥਰੂ ਟੈਸਟ ਵੀ ਤਾਂ ਹੋ ਰਹੇ ਹੁੰਦੇ ਨਾ, 6ਵੇਂ ਪੋਜੀਸ਼ਨ ਤਾਂ ਬੱਚੇ ਦੀ ਚੇਂਜ ਹੁੰਦੀ ਰਹਿੰਦੀ ਹੈ, ਰਾਉਂਡ ਕੀਤੀ ਗਈ ਨੈਕ ਦੇ ਦੁਆਲੇ, ਉਹ ਆਟੋਮੈਟਿਕਲੀ ਆ ਵੀ ਜਾਂਦੀ ਹੈ ਬਾਹਰ। ਇਹ ਵੀ ਕੁਝ ਕੇਸਿਸ ਚ ਸਮਟਾਈਮਸ ਯੂ ਕੈਨ ਨਾਟ ਵੇਟ, ਕਈ ਵਾਰ ਉਹ ਇੰਨੀ ਟਾਈਟ ਹੋ ਜਾਂਦੀ ਹੈ ਕਿ ਬੱਚੇ ਦਾ ਸਾਹ ਘੁੱਟਣ ਦਾ ਡਰ ਰਹਿੰਦਾ ਹੈਗਾ, ਧੜਕਣ ਘਟਣ ਦਾ ਡਰ ਰਹਿੰਦਾ ਹੈ, ਜੇ ਗਰਦਨ ਖਾਸ ਕਰ ਜੇ ਗਰਦਨ ਦੇ ਆਸ-ਪਾਸ ਹੈਗੀ ਹੈ, ਠੀਕ ਹੈ। ਠੀਕ ਹੈ, ਸੋ ਅੱਜਕੱਲ ਬੇਸਿਕਲੀ ਆਈ ਹੈ ਕਿ ਕੋਈ ਵੀ ਰਿਸਕ ਨਹੀਂ ਲੈਣਾ ਚਾਹੁੰਦਾ। ਨਾਰਮਲ ਡਿਲੀਵਰੀ ਦੇ ਵਿੱਚ ਹਮੇਸ਼ਾ ਇਹੋ ਜੀ ਚੀਜ਼ਾਂ ਦਾ ਰਿਸਕ ਰਹਿੰਦਾ ਹੈ। ਵੈਰੀ ਇੰਪੋਰਟੈਂਟਲੀ ਹੋਰ ਸਭ ਕੁਝ ਠੀਕ ਚੱਲਦਾ ਸੀ, ਬੱਚੇ ਦੀ ਪੋਟੀ ਨਿਕਲ ਗਈ ਮਾਂ ਦੇ ਪੇਟ ਦੇ ਅੰਦਰ, ਇਟ ਇਜ਼ ਵੈਰੀ ਕਾਮਨ। ਔਰ ਐਸੇ ਕੇਸਿਸ ਦੇ ਵਿੱਚ ਤੁਸੀਂ ਨਾਰਮਲ ਡਿਲੀਵਰੀ ਲਈ ਵੇਟ ਨਹੀਂ ਕਰ ਸਕਦੇ ਕਿਉਂਕਿ ਜੇ ਪੋਟੀ ਬੱਚਾ ਆਪਣੇ ਫੇਫੜੇ ਦੇ ਵਿੱਚ ਲੈ ਗਿਆ ਤਾਂ ਕੇਸ ਕੰਪਲਿਕੇਟ ਹੋ ਜਾਏਗਾ। ਸੋ ਇਹ ਸਾਰੀ ਚੀਜ਼ਾਂ ਕਈ ਵਾਰ ਐਂਡ 'ਚ ਪਤਾ ਚੱਲਦੀਆਂ ਜੋ ਨਾਰਮਲੀ ਰੂਟੀਨ ਦੇ ਵਿੱਚ ਸਕੈਨਸ ਦੇ ਵਿੱਚ ਨਹੀਂ ਆਉਂਦੀਆਂ। ਸੋ ਯੈਸ, ਇਹੋ ਜੀ ਇੰਡੀਕੇਸ਼ਨਸ ਹੁੰਦੀ ਹੈ ਸਿਜ਼ੇਰੀਅਨਸ ਦੀ, ਜਿਹੜੀ ਨਾਰਮਲ ਆਪਣਾ ਸਭ ਕੁਝ ਠੀਕ ਚੱਲ ਰਿਹਾ ਸੀ ਐਂਡ 'ਚ ਤੁਹਾਨੂੰ ਸਿਜ਼ੇਰੀਅਨ ਕਰਨਾ ਪਿਆ। ਇਹ ਵੀ ਅਸੀਂ ਸੋਸਾਇਟੀ 'ਚ ਦੇਖਿਆ, ਕੁਝ ਤਾਂ ਆਪ ਹੀ ਉਹ ਪਹਿਲੇ ਅਪਾਇੰਟਮੈਂਟਸ ਲੈ ਲੈਂਦੇ ਕਿ ਹਾਂ ਵੀ ਮੈਨੂੰ ਅਪਾਇੰਟਮੈਂਟ ਦੇ ਦਿਓ, ਕਰ ਦਿਓ ਸੀ ਸੈਕਸ਼ਨ, ਦਰਦਾਂ ਨਹੀਂ ਲੈਣੀਆਂ, ਵੈਰੀ ਕਾਮਨ। ਇਹ ਵੀ ਅੱਜਕੱਲ ਅਪਾਇੰਟਮੈਂਟ ਤੇ ਹੋਣ ਲੱਗ ਪਿਆ ਹੈ ਨਾ, ਬਹੁਤ ਐਡਵਾਂਸ ਹੋ ਰਿਹਾ ਮੈਮ, ਹੈ ਨਾ। ਪਰ ਨਹੀਂ, ਵੈਸੇ ਦਰਦਾਂ ਵਾਲੇ ਲਈ ਤਾਂ ਅੱਜਕੱਲ ਕਹਿੰਦੇ ਪੇਨਲੈਸ ਡਿਲੀਵਰੀ ਚੱਲ ਪਈ ਹੈ, ਆਰਟੀਫੀਸ਼ੀਅਲ ਪੇਨਸ ਵੀ ਹੋਣ ਲੱਗ ਪਈਆਂ, ਸਭ ਕੁਝ ਬੜਾ ਕੁਝ ਮੈਡੀਕਲ ਹੋ ਰਹੀਆਂ ਐਡਵਾਂਸਮੈਂਟਸ, ਹੈ ਨਾ। ਤੇ ਮੈਮ ਫਿਰ ਚਲੋ ਇੱਕ ਹੋਰ ਕੁਐਸਚਨ ਇਹਦੇ ਨਾਲ ਦਾ ਐਡ ਆਨ ਕਰਦੇ ਹਾਂ ਕਿ ਬੇਬੀ ਸੀ ਸੈਕਸ਼ਨ ਵਾਲੇ ਜਾਂ ਨਾਰਮਲ ਡਿਲੀਵਰੀ ਜ਼ਿਆਦਾ ਹੈਲਥੀ ਕਿਹੜੇ ਰਹਿੰਦੇ ਨੇ ਜਾਂ ਇਮਿਊਨ ਸਿਸਟਮ ਸਟਰੋਂਗ ਕਿਹਨਾਂ ਦਾ ਰਹਿੰਦਾ ਤੁਹਾਡੇ ਐਕਸਪੀਰੀਅੰਸ ਦੇ ਅਕੋਰਡਿੰਗਲੀ, ਜੇ ਤੁਸੀਂ ਦੱਸਣਾ ਹੋਵੇ? ਇਹ ਬੱਚੇ ਤੇ ਡਿਪੈਂਡ ਕਰਦਾ ਹੈ, ਮੋਡ ਆਫ ਡਿਲੀਵਰੀ ਤੇ ਨਹੀਂ ਡਿਪੈਂਡ ਕਰਦਾ। ਚਾਹੇ ਬੱਚਾ ਕਿਵੇਂ ਹੈ ਉਹ ਤੇ ਡਿਪੈਂਡ ਕਰਦਾ ਹੈ, ਚਾਹੇ ਉਹ ਬੱਚਾ ਨਾਰਮਲ ਬਾਹਰ ਆਇਆ ਹੈ ਦੁਨੀਆ ਦੇ ਵਿੱਚ ਜਾਂ ਸੀ ਸੈਕਸ਼ਨ ਤੋਂ ਬਾਹਰ ਆਇਆ ਹੈ।
ਇਹ ਚੀਜ਼ਾਂ ਮੈਟਰ ਨਹੀਂ ਕਰਦੀ। ਇਹ ਬੱਚੇ ਦੀ ਕੰਡੀਸ਼ਨ ਤੇ ਡਿਪੈਂਡ ਕਰਦਾ ਹੈ, ਬੱਚਾ ਪ੍ਰੀਮੈਚੁਰ ਹੈ, ਬੱਚੇ ਦਾ weight ਘੱਟ ਹੈ, ਜਾਂ ਬੱਚੇ ਨੂੰ ਪਹਿਲਾਂ ਕੋਈ ਪ੍ਰੋਬਲਮ ਸੀ ਸੈਕਸ਼ਨ ਜਾਂ ਨਾਰਮਲ ਡਿਲੀਵਰੀ ਇਜ਼ ਨਾਟ, ਇਹਦਾ ਕੋਈ ਰਿਲੇਸ਼ਨ ਨਹੀਂ ਹੈ ਹੈਲਥ ਦੇ ਨਾਲ। ਠੀਕ ਹੈ, ਮੋਸਟਲੀ ਬ੍ਰੈਸਟ ਫੀਡਿੰਗ ਦਾ ਹੋ ਸਕਦਾ ਹੈ ਪਰ ਮੋਡ ਆਫ ਡਿਲੀਵਰੀ ਦਾ ਨਹੀਂ ਹੋ ਸਕਦਾ। ਬੱਚੇ ਕਾਫੀ ਬੱਚੇ ਮੈਮ ਜਿਸ ਤਰ੍ਹਾਂ ਮਦਰ ਫੀਡਿੰਗ ਹੈ ਨਾ, ਉਹ ਵੀ ਓਕੇ ਚੱਲ ਰਿਹਾ ਹੁੰਦਾ, ਬਟ ਉਹਦੇ ਨਾਲ ਵੀ ਰეკਮੈਂਡ ਕੀਤਾ ਜਾਂਦਾ ਕਿ ਨਾਲ ਨਾਲ ਜਿਹੜਾ ਫਾਰਮੂਲਾ ਪਾਊਡਰ ਹੈਗਾ ਉਹ ਵੀ ਦੇ ਦਿਓ, ਜਾਂ ਉਹਦੇ ਨਾਲ ਨਾਲ ਕਾਓ ਮਿਲਕ ਵੀ ਕਈ ਪੇਰੈਂਟਸ ਪ੍ਰੈਫਰ ਕਰਦੇ ਨੇ ਕਿ ਚਲੋ ਸਾਡਾ ਬੱਚਾ ਥੋੜਾ ਦਿਮਾਗੀ ਵਧੀਆ ਹੋਵੇ। ਇਹ ਵੀ ਪਤਾ ਨਹੀਂ ਇਹ ਕੀ ਇੱਕ ਮਿਸਕਨਸੈਪਸ਼ਨ ਹੈ ਜਾਂ ਕੀ, ਆਈ ਡੋਂਟ ਨੋ, ਤੁਸੀਂ ਦੱਸਣਾ ਕਿ ਕੁਛ ਇਦਾਂ ਦਾ ਹੁੰਦਾ ਕਿ ਕਾਓ ਮਿਲਕ ਦੇਣ ਨਾਲ ਬੱਚੇ ਦਾ IQ ਲੈਵਲ ਵਧੀਆ ਹੋ ਜਾਂਦਾ, ਕੁਛ ਇਹ ਹੈ ਚੀਜ਼ਾਂ? ਮੋਸਟਲੀ ਇਹ ਮਿਸਕਨਸੈਪਸ਼ਨ ਨਹੀਂ ਹੈ, ਰਾਦਰ ਜੇ ਪੜ੍ਹੇ ਲਿਖੇ ਡਾਕਟਰਸ, ਵੈਲ ਐਜੂਕੇਟਿਡ ਡਾਕਟਰਸ, ਉਹ ਤਾਂ ਤੁਹਾਨੂੰ ਆਹੀ ਬੋਲਣਗੇ ਕਿ ਗਾਂ ਦਾ ਦੁੱਧ ਦੇਣਾ ਹੀ ਨਹੀਂ ਹੈ। ਠੀਕ ਹੈ, ਗਾਂ ਦਾ ਦੁੱਧ ਜੇ ਤੁਸੀਂ ਕਰਨਾ ਵੀ ਹੈ, ਸਪੋਜ਼ ਜਿਹਨੂੰ ਸਾਡੀ ਭਾਸ਼ਾ 'ਚ ਐਨੀਮਲ ਮਿਲਕ ਬੋਲਦੇ ਹਾਂ, ਉਹ ਅਸੀਂ ਆਹੀ ਰეკਮੈਂਡ ਕਰਦੇ ਹਾਂ ਕਿ 1 ਸਾਲ ਤੋਂ ਬਾਅਦ ਸ਼ੁਰੂ ਕਰਨਾ ਹੈਗਾ, 1 ਈਅਰ ਤੱਕ ਤੁਸੀਂ। ਹਾਂ ਆਬਵੀਅਸਲੀ 1 ਸਾਲ ਤੋਂ ਬਾਅਦ, ਪਹਿਲਾਂ ਤਾਂ ਬੱਚਾ ਪਚਾ ਹੀ ਨਹੀਂ ਪਾਏਗਾ। ਹਾਂ, ਸੋ ਐਨੀਮਲ ਮਿਲਕ ਜਾਂ ਕਾਓ ਹੋਏ ਚਾਹੇ ਬਫਲੋ ਮਿਲਕ ਹੋਵੇ, ਉਹ ਇਹੋ ਜਿਹਾ ਕੁਝ ਨਹੀਂ ਹੈ ਕਿ ਦਿਮਾਗ ਜ਼ਿਆਦਾ ਵਧੀਆ ਰਹਿੰਦਾ ਹੈ। ਓਨਲੀ ਜੋ ਫਰਕ ਹੈ ਗਾਂ ਦੇ ਦੁੱਧ ਜਾਂ ਮੱਝ ਦੇ ਦੁੱਧ ਦੇ ਵਿੱਚ ਥਿਕਨੈਸ ਦਾ, ਜਾਂ ਤੁਹਾਨੂੰ ਬੋਲਾਂ એનર્ਜੀ ਦਾ ਫਰਕ ਹੈ। ਗਾਂ ਦਾ ਦੁੱਧ ਥੋੜਾ ਜਿਹਾ ਘੱਟ એનર્ਜੀ ਵਾਲਾ ਹੁੰਦਾ ਹੈ, ਤਾਂ ਇਹ ਕਹਿੰਦੇ ਹੈ ਕਿ ਈਜ਼ੀਲੀ ਪਚ ਜਾਂਦਾ ਹੈ। ਮੱਝ ਦਾ ਦੁੱਧ ਭਾਰਾ ਹੁੰਦਾ ਹੈ, ਪਰ ਗਾਂ ਦੇ ਦੁੱਧ ਦੇ ਵਿੱਚ ਇਹੋ ਜਿਹੀ ਬਹੁਤ ਚੀਜ਼ਾਂ ਹੁੰਦੀਆਂ ਜੋ ਸਾਡੇ ਐਜ਼ ਅ ਹਿਊਮਨ ਸੂਟੇਬਲ ਨਹੀਂ ਹੁੰਦੀ, ਪਾਰਟਿਕੂਲਰਲੀ ਬੱਚਿਆਂ ਨੂੰ। ਹਾਂ, ਖਾਸ ਕਰ ਕੁਝ ਐਸੇ ਪ੍ਰੋਟੀਨਸ ਹੁੰਦੇ ਆ ਜਿਹੜੇ ਐਲਰਜੀ ਕਾਜ਼ ਕਰ ਸਕਦੇ ਆ। ਦੈਨ ਗਾਂ ਦੇ ਦੁੱਧ ਦੇ ਵਿੱਚ ਵਿਟਾਮਿਨ ਕੇ ਬਿਲਕੁਲ ਵੀ ਨਹੀਂ ਹੁੰਦਾ ਹੈਗਾ, ਤੇ ਬਹੁਤ ਵਾਰ ਅਸੀਂ ਆਪ ਐਸੇ ਕੇਸਿਸ ਦੇਖਦੇ ਆ ਜਿਹੜੇ ਗਾਂ ਦੇ ਦੁੱਧ ਤੇ ਸੀਗੇ ਤੇ ਵਿਟਾਮਿਨ ਕੇ ਉਹਨਾਂ ਦੇ ਵਿੱਚ ਨਹੀਂ ਗਿਆ ਤੇ ਬਲੀਡ ਕਰਕੇ ਆਨੇ ਆ ਨੱਕ ਦੇ ਵਿੱਚ, ਬ੍ਰੇਨ ਦੇ ਵਿੱਚ। ਠੀਕ ਹੈ, ਸੋ ਦੈਟ ਇਜ਼ ਵਾਈ ਅਸੀਂ ਗਾਂ ਦਾ ਦੁੱਧ ਮਨਾ ਕਰੀਦਾ। ਦੈਨ ਉਹਦੇ ਵਿੱਚ ਜਿਹੜਾ ਕੈਲਸ਼ੀਅਮ ਵਗੈਰਾ ਵੀ ਹੁੰਦਾ ਗਾਂ ਦੇ ਦੁੱਧ, ਉਹ ਵੀ ਸਾਡਾ ਸਰੀਰ ਨਹੀਂ ਐਬਜ਼ੌਰਬ ਕਰ ਪਾਉਂਦਾ, ਆਇਰਨ ਨਹੀਂ ਐਬਜ਼ੌਰਬ ਕਰ ਪਾਉਂਦਾ ਗਾਂ ਦੇ ਦੁੱਧ ਦੇ ਕਾਰਨ। ਸੋ ਰਾਦਰ ਜਿਹੜੇ ਬੱਚੇ ਗਾਂ ਦੇ ਦੁੱਧ ਤੇ ਹੁੰਦੇ ਆ, ਉਹਨਾਂ ਦੇ ਵਿੱਚ ਨਿਊਟ੍ਰੀਸ਼ਨਲ ਡੈਫੀਸ਼ੀਐਂਸੀਜ਼ ਜ਼ਿਆਦਾ ਹੁੰਦੀਆਂ ਐਜ਼ ਕੰਪੇਅਰ ਟੂ ਬਫਲੋ ਮਿਲਕ ਜਾਂ ਵੈਰੀ ਇੰਪੋਰਟੈਂਟਲੀ ਫਾਰਮੂਲਾ। ਬਿਲਕੁਲ, ਇਹ ਮੈਂ ਵਾਕਈ ਐਕਸਪੀਰੀਅੰਸ ਸੁਣਿਆ, ਅਸੀਂ ਸੋਸਾਇਟੀ 'ਚ ਰਹਿੰਦੇ ਆ ਤੇ ਦੇਖੀਦਾ ਕੁਛ ਨਾ ਕੁਛ। ਮੇਰੇ ਬੱਚੇ ਜੀ ਬਹੁਤ ਹੁਸ਼ਿਆਰ ਨੇ, ਹੈ ਨਾ, ਬਹੁਤ ਉਹਨਾਂ ਦਾ ਮਾਈਂਡ ਬਹੁਤ ਸਟਰੋਂਗ ਹੈ, ਚੀਜ਼ਾਂ ਯਾਦ ਰੱਖਦੇ ਆ। ਅੱਛਾ, ਇਹਨਾਂ ਨੂੰ ਕਿਉਂ ਇਦਾਂ ਕੀ ਦਿੰਦੇ ਹੋ? ਇਹਨੂੰ ਨਾ ਮੈਂ ਸ਼ੁਰੂ 'ਚੋਂ ਜਦੋਂ ਛੋਟੇ ਹੁੰਦੇ ਸੀ ਨਾ, ਇਹਨਾਂ ਨੂੰ ਮੈਂ ਗਾਂ ਦਾ ਦੁੱਧ ਪਿਲਾਇਆ। ਐਦਾਂ ਦੀਆਂ ਚੀਜ਼ਾਂ ਸੁਣ ਕੇ ਨਾ ਫਿਰ ਉੱਥੋਂ ਚੀਜ਼ਾਂ ਚੱਲਦੀਆਂ ਆ ਰਹੀਆਂ। ਇੰਡੀਆ ਦੇ ਵਿੱਚ, ਪਿੰਡਾਂ 'ਚ ਜੇ ਮੈਂ ਗੱਲ ਕਰਾਂ ਨਾ, ਇੰਡੀਆ ਦੇ ਵਿੱਚ ਇਹ ਮਿਸਕਨਸੈਪਸ਼ਨ ਦੂਰ ਕਰਨਾ ਬਹੁਤ 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 ਮੁਸ਼ਕਿਲ ਕੰਮ ਹੈ। ਆਈ ਡੋਨਟ ਨੋ, ਗਾਂ ਦੇ ਦੁੱਧ ਨੂੰ ਤਾਂ ਆਈ ਥਿੰਕ ਅੰਮ੍ਰਿਤ ਹੀ ਸਮਝਦੇ ਆ ਕਿ ਜਿਹਨੂੰ ਗਾਂ ਦਾ ਦੁੱਧ ਨਹੀਂ ਮਿਲਿਆ ਉਹਨੂੰ ਨਿਊਟ੍ਰੀਸ਼ਨ ਹੀ ਨਹੀਂ ਮਿਲਿਆ ਕੋਈ, ਬਟ ਇਹ ਗਲਤ ਹੈ। ਬੈਸਟ ਦੁੱਧ, ਬੈਸਟ ਦੁੱਧ, ਯੈਸ, ਯੂ ਕੈਨ ਨਾਟ ਰਿਪਲੇਸ ਬ੍ਰੈਸਟ ਫੀਡਿੰਗ ਐਨੀ, ਨਾਟ ਇਵਨ ਫਾਰਮੂਲਾ। ਅੱਜ ਕੱਲ ਜ਼ਰੂਰ ਇਹੋ ਜੀ ਅਲਟਰਨੇਸ਼ਨ, ਉਹ ਤਾਂ ਉਹਦਾ ਅਲਟਰਨੇਟ ਹੈ। ਫਾਰਮੂਲਾ ਵੀ ਅਸੀਂ ਉਸੇ ਕੇਸਿਸ 'ਚ ਦਿੰਦੇ ਆ ਜਿੱਥੇ ਮਦਰ ਦਾ ਦੁੱਧ ਨਹੀਂ ਅਵੇਲੇਬਲ, ਜਾਂ ਮਦਰ ਸਿਕ ਹੈ, ਜਾਂ ਮਦਰ ਕਿਸੇ ਦਵਾਈਆਂ ਤੇ ਹੈ, ਜਾਂ ਫਿਜ਼ੀਕਲੀ ਨਹੀਂ ਅਵੇਲੇਬਲ ਹੈ, ਦੂਰ ਹੈ, ਬੱਚਾ ਨਰਸਰੀ ਵਿੱਚ ਹੈ, ਮਦਰ ਕਿੱਥੇ ਹੁੰਦਾ ਹੈ, ਉੱਥੇ ਫਾਰਮੂਲਾ ਦਿੱਤਾ ਜਾਂਦਾ ਹੈ। ਹੁਣ ਫਾਰਮੂਲਾ ਵੀ ਅੱਜ ਕੱਲ ਇੰਨੇ ਐਡਵਾਂਸ ਆ ਗਏ हैं कि ऑलमोस्ट ह्यूमन मिल्क जैसे बनाए जा रहे हैं, बट फिर भी बहुत कमियां रह जानी हैं। सो बेस्ट दूध तो हमेशा माँ का दूध ही है। फॉर्मूला दूध देना है सेकंड नंबर ते, अगर माँ का दूध अवेलेबल नहीं है और 1 साल तो बाद तुसी नॉर्मल वॉटएवर मिल्क तुसी चूज करना चाहते हो, प्रेफरेबली बफलो ਤੁਸੀਂ ਚੂਜ਼ ਕਰ ਸਕਦੇ ਜੀ। ਥੈਂਕ ਯੂ ਮੈਮ। ਐਟ ਲਾਸਟ ਆਈ ਵੁਡ ਲਾਈਕ ਟੂ ਥੈਂਕ, ਤੁਸੀਂ ਆਪਣਾ ਟਾਈਮ ਕੱਢਿਆ, ਇੰਨੀਆਂ ਪ੍ਰੋਡਕਟਿਵ ਜਾਂ ਕਹਿ ਲਓ ਇਨਫੋਰਮੇਟਿਵ ਚੀਜ਼ਾਂ ਸਾਡੀ ਆਡੀਅנס ਨੂੰ ਤੇ ਸਾਨੂੰ ਵੀ ਦੱਸੀਆਂ। ਆਈ ਹੋਪ ਕਿ ਕੁਝ ਜੋ ਪੇਰੈਂਟਸ ਦੇ ਕੁਝ ਨਾ ਸਵਾਲ ਹੋਣਗੇ ਅਸੀਂ ਇਸ ਥੋੜ੍ਹੇ ਜਿਹੇ ਟਾਈਮ ਦੇ ਵਿੱਚ ਅਸੀਂ ਕਵਰ ਕਰ ਪਾਏ ਆ। ਬਟ ਫਿਰ ਵੀ ਜੇ ਤੁਹਾਡੇ ਕੋਈ ਸਵਾਲ ਨੇ ਤੁਸੀਂ ਸਾਨੂੰ ਕਮੈਂਟਸ ਵਿੱਚ ਭੇਜ ਸਕਦੇ ਹੋ, ਜਾਂ ਡਾਇਰੈਕਟਲੀ ਅਸੀਂ ਮੈਮ ਦਾ ਨੰਬਰ ਵੀ ਫਲੈਸ਼ ਕਰਾਂਗੇ, ਤੁਸੀਂ ਉਹਨਾਂ ਨੂੰ ਅਪਰੋਚ ਕਰੋ। ਉਮੀਦ ਕਰਦੇ ਹਾਂ ਤੁਹਾਨੂੰ ਅੱਜ ਦਾ ਇਹ ਸਪੈਸ਼ਲ ਪੋਡਕਾਸਟ ਬਹੁਤ ਜ਼ਿਆਦਾ ਪਸੰਦ ਆਇਆ ਹੋਵੇਗਾ ਜੀ। ਇੱਦਾਂ ਹੀ ਸਾਡੀ ਟੀਮ ਦੇ ਨਾਲ ਜੁੜੇ ਰਹੋ। ਤੇ ਮੈਮ ਤੁਹਾਡਾ ਸਾਡੇ ਚੈਨਲ ਤੇ ਆਉਣ ਦੇ ਲਈ, ਸਟੂਡੀਓ ਆਉਣ ਦੇ ਲਈ ਬਹੁਤ ਬਹੁਤ ਧੰਨਵਾਦ। ਥੈਂਕ ਯੂ ਵੈਰੀ ਮਚ ਫॉर ਕਮਿੰਗ। ਥੈਂਕ ਯੂ, ਤੁਹਾਡਾ ਬਹੁਤ ਬਹੁਤ ਸ਼ੁਕਰੀਆ।